शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल शो लैके तुहाडी सेवा दे विच हाज़र हाँ। 10:13 होए ने। 10 जून का दिन है, वरा 2022 का शुक्रवार है। 28 जेठ नानक संमत 554 निघा हार्दिक स्वागत है। नाले अज 10वीं है, अज कम रेम में रखना है। गल्लां बातां होणियां ने खुलियां जियां दोने घंटियां च। पहले घंटे च राजनीतिक सरगर्मियां की गल करनी है मैं। दूजे घंटे दे विच मेरा पिंड मेरे खेत च साडे आर्थिक मसले जिहड़े हुंदे सी पिंडां दे विच उन्हां नूं किवें हल करदे आपां। ते आर्थिक मसले पिंडां च 2-4 टब्बरां दे पैंदे। पुराने समय की गल करदा, अज लिमटां वाले समय तो पहलां दी, मतलब 2000-2005 तो पहलां दी बैंकां दीयां लिमटां जद नहीं सी। ते ਇਹਦੇ 'ਚ ਨਾਲ ਹੀ ਸੁਨੇਹਾ ਜਿਹੜਾ ਅਸੀਂ ਆਰਥਿਕ ਇੱਥੋਂ ਤੰਗੀਆਂ ਦੇ ਵਿੱਚ ਲੰਘ ਰਹੇ ਹਾਂ, ਜਿਹੜੀਆਂ ਹੋਰ ਆਉਣੀਆਂ ਨੇ 2025 ਤੱਕ। ਬੈਂਕ ਆਫ ਕੈਨੇਡਾ ਨੇ ਅਤੇ ਹੋਰ ਅਰਥ ਸ਼ਾਸਤਰੀਆਂ ਨੇ ਕਿਹਾ ਵੀ 40-45% ਮੌਰਗੇਜ ਤੁਹਾਡੀ ਵੱਧ ਸਕਦੀ ਹੈ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ 2000 ਦੇ ਵਿੱਚ 2020 'ਚ ਕਰ ਲਏ ਨੇ। 5 ਸਾਲ ਨੂੰ ਜਾਂ ਰੀਨਿਊ ਹੋਣੀ ਆ। ਜੇ ਹੁਣ 4000 ਕਿਸੇ ਦੀ ਪੇਮੈਂਟ ਆ, ਉਹ 6000 ਹੋ ਸਕਦੀ ਹੈ, ਪਰ ਉਹ 5 ਸਾਲ ਤੋਂ ਪਹਿਲਾਂ ਆਪਣੇ ਆਪ ਨੂੰ ਸਹੀ ਕਰਨ ਦਾ ਸਮਾਂ ਹੁੰਦਾ ਕਿ ਅਸੀਂ ਕੀ ਕਰਨਾ। ਪੁਰਾਣੇ ਬਜ਼ੁਰਗਾਂ ਨੇ ਕਿਹੜੀ ਅਰਥ ਸ਼ਾਸਤਰੀ ਸੀ ਉਹ, ਪਰ ਉਹਨਾਂ ਨੂੰ ਪਤਾ ਸੀ ਕਿ ਇੰਨੇ ਕੁ ਕਮਾਏ ਨੇ, ਇੰਨੇ ਕੁ ਖਰਚਣੇ ਨੇ, ਇੰਨੇ ਕੁ ਰੱਖਣੇ ਨੇ, ਇੰਨੇ ਕੁ ਆੜ੍ਹਤੀਏ ਕੋਲ ਛੱਡਣੇ ਨੇ, ਇੰਨੇ ਕੁ ਜਿਹੜੇ ਨੇ ਉਹ ਘਰੇ ਲਾਣੇਦਾਰਨੀ ਨੂੰ ਫੜਾਉਣੇ ਨੇ, ਅੰਦਰਲੇ ਸੰਦੂਕ 'ਚ ਰਹਿਣਗੇ, ਇੰਨੇ ਕੁ ਇਹਦੇ ਲਈ ਰੱਖਣੇ ਨੇ, ਸੱਟ ਪੇਟ ਤੋਂ ਇੰਨੇ, ਵਿਆਹ ਸ਼ਾਦੀ ਤੋਂ ਇੰਨੇ, ਨਾਨਕ ਸ਼ਕ ਪੂਰਨੀਆਂ ਇੰਨੇ, ਕਿਸੇ ਦੇ ਸੱਟਾਂ ਲੱਗ ਜਾਣ ਉਹਦੇ 'ਤੇ ਇੰਨਾ ਕੁ ਲੱਗੂ। ਇਹ ਸਾਰਾ ਕੁਛ ਰੱਖਿਆ। ਭੋਏ ਨਾਲ ਦੀ ਮਿਲਦੀ ਆ, 2-4 ਬਿੱਗੇ ਆ ਗਈ, ਉਹ ਖਰੀਦਣੀ ਕਿਵੇਂ ਆ। ਬਹੁਤ ਵਧੀਆ ਉਹਨਾਂ ਦੀ ਪਲੈਨਿੰਗ ਹੁੰਦੀ ਸੀ। ਅਸੀਂ ਕਿੱਥੋਂ ਫੇਲ ਹੋ ਰਹੇ ਹਾਂ, ਇਹਦੇ ਬਾਰੇ ਅੱਜ ਗੱਲਬਾਤ ਹੋਏਗੀ। 604-204-0600 6042040600 ਔਨ ਏਅਰ ਨੰਬਰ ਰਹੇਗਾ। ਇਹੀ SMS ਦਾ ਨੰਬਰ ਹੈ, ਇਹਦੇ 'ਤੇ ਤੁਸੀਂ ਆਪਣਾ ਸੁਨੇਹਾ ਭੇਜ ਸਕਦੇ ਹੋ 604-204-0600 'ਤੇ। ਤੇ ਆਪਣਾ ਫੋਨ ਜਿਹੜਾ ਹੱਥ ਵਾਲਾ ਹੈ 604-729-1224 6047291224। ਫੋਨ ਐਡੇ ਹੋ ਗਏ ਬਾਈ ਜੱਗੀ ਕੁੱਸੇ ਦੇ ਕਹਿਣ ਵਾਂਗੂ, ਫੋਨ ਕਾਟੋ ਵਾਂਗੂ ਫੜਨੇ ਪੈਂਦੇ ਆ। 604-204-0600 ਔਨ ਏਅਰ ਨੰਬਰ ਰਹੇਗਾ। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿੱਥੇ ਲੁਕ ਜੇ। ਜਵਾਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ, ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁਕ ਜੇ। ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ, ਜੰਗ 'ਚ ਨਵੇੜਾ ਚੰਗਾ, ਜੇ ਕਲੇਸ਼ ਮੁੱਕ ਜੇ। ਚੌਦਵੀਂ ਦਾ ਚੰਦ ਚੰਗਾ, ਬਾਊ ਜੀ ਦਾ ਛੰਦ ਚੰਗਾ, ਆਪ ਦਾ ਆਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ। ਨਹਿਰ ਨੂੰ ਬਰਮ ਚੰਗੀ, ਚਾਹ ਛਕੀ ਗਰਮ ਚੰਗੀ, ਬੇਟੀ ਨੂੰ ਸ਼ਰਮ ਚੰਗੀ, ਜੂਤ ਪੈਂਦੇ ਰਹਿਣ ਗੋਲੇ ਨੂੰ। ਗੁੜ ਚੰਗਾ ਮਹਿਰੇ ਨੂੰ, ਸਜਾਗ ਚੰਗਾ ਪਹਿਰੇ ਨੂੰ, ਮਸਾਲਾ ਚੰਗਾ ਟਹਿਰੇ ਨੂੰ, ਬਣੌਲੇ ਚੰਗੇ ਖੋਲੇ ਨੂੰ। ਨਗਰਾਬਾਦ ਤੇ ਕਮਾਦ ਵਿੱਚ ਖਾਦ ਚੰਗਾ, ਘਿਓ ਤੋਂ ਆਉਂਦਾ ਸਵਾਦ ਚੰਗਾ, ਗਾਲਾਂ ਦਾ ਵਿਚੋਲੇ ਨੂੰ, ਬਾਊ ਜੀ ਸਲਾਹੀ ਚੰਗਾ ਤੇ ਗੁੱਜਰ ਮਾਹੀ ਚੰਗਾ, ਅੜਬ ਸਿਪਾਹੀ ਚੰਗਾ, ਅੜਬਾਂ ਦੇ ਟੋਲੇ ਨੂੰ। ਲੋਕ ਨਾ ਵੈਰੀ ਬੁੱਧ ਦੇ, ਬੁੜੀ ਨਾ ਲਾਉਣ ਦੁੱਧ ਦੇ, ਅਗਰਵਾਲ ਜੁੱਧ ਦੇ ਕਦੇ ਨਾ ਨੇੜੇ ਟੁੱਕਦੇ, ਘੋੜੀ ਨਾ ਪਿੱਛੋਂ ਲੰਘਣ ਦੇ, ਸੂਰਾਂ ਦੇ ਅੱਗੋਂ ਖੰਘਣ ਦੇ, ਬਿੱਪਰ ਸੰਗ ਭੰਗਣ ਦੇ, ਰਹੇ ਨਾ ਨਾਲ ਰੁਕਦੇ। ਕਾਜੀ ਨਾ ਪਾਸ ਗਾਉਣ ਦੇ, ਨਾ ਖੰਘ ਵਾਲਾ ਸੌਣ ਦੇ, ਕਵੀ ਨਾ ਸ਼ੋਰ ਪਾਉਣ ਦੇ, ਸੂਮ ਨਾ ਘਰੋਂ ਟੁੱਕ ਦੇ, ਸਖੀ ਨਾ ਜਾਣ ਖਾਲੀ ਦੇ, ਤੇ ਰਜਬ ਵਾਲੀ ਗਾਲੀ ਦੇ, ਤੇ ਛੋਟੇ ਮੋਟੇ ਮਾਲੀ ਦੇ ਕਦੇ ਨਹੀਂ ਕੰਮ ਮੁੱਕਦੇ, ਕਦੇ ਨਹੀਂ ਕੰਮ ਮੁੱਕਦੇ। ਬਾਬੂ ਰਜਬ ਵਾਲੀ ਸਾਹੋਕਿਆਂ ਵਾਲੇ ਲਿਖਦੇ ਨੇ ਕਲਬੂਤਰ। ਪਿੰਡਾਂ 'ਚ ਪੁਰਾਣੇ ਸਮੇਂ 'ਚ ਬਜ਼ੁਰਗ ਕਲਬੂਤਰ ਕਹਿੰਦੇ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ, ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ 'ਚ ਸ਼ੂਟਰ ਕਈ ਫੜ ਲਏ ਜੀ ਫਿਰ? ਜੀ ਗਿੱਲ ਸਾਹਿਬ, ਦਰਅਸਲ ਮਸਲਾ ਇਹ ਹੈਗਾ ਕਿ ਜਿਸ ਦਿਨ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਔਰ ਜਦੋਂ ਤੋਂ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਦੇ ਉੱਤੇ ਦੀ ਜ਼ਿੰਮੇਵਾਰੀ ਲਈ ਹੈ ਗੈਂਗ ਨੇ ਕਿ ਅਸੀਂ ਇਹਦਾ ਕਤਲ ਕੀਤਾ ਗਾ, ਉਸ ਤੋਂ ਅਗਲੇ ਦਿਨ ਤੋਂ ਲੈ ਕੇ ਹੀ ਲਾਰੈਂਸ ਬਿਸ਼ਨੋਈ ਵੀ ਦਿੱਲੀ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਆ। ਉਹਨੂੰ ਰਿਮਾਂਡ ਦੇ ਉੱਤੇ ਲਈ ਫਿਰਦੇ ਨੇ। 5 ਦਿਨ ਦਾ ਪਹਿਲਾਂ ਲਿਆ,
ਮੁੱਕਿਆ 5 ਦਿਨ ਦਾ ਫੇਰ ਰਿਮਾਂਡ ਲੈ ਲਿਆ, ਅੱਜ 4 ਦਿਨ ਦਾ ਫੇਰ ਰਿਮਾਂਡ ਲੈ ਲਿਆ। ਔਰ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਆ, ਕਈ ਵਾਰ ਉਹ ਪ੍ਰੈਸ ਕਾਨਫਰੰਸਾਂ ਇਸ ਵਿਸ਼ੇ ਦੇ ਉੱਤੇ ਕਰ ਚੁੱਕਿਆ ਗਾ। ਹੁਣ ਗਿੱਲ ਸਾਹਿਬ ਉਹਨਾਂ ਨੇ ਨਵੀਂ ਜਿਹੜੀ ਗੱਲ ਲੈ ਕੇ ਆਂਦੀ ਆ, ਉਹ ਕਹਿੰਦੇ ਅਸੀਂ ਇਸ ਵਿਸ਼ੇ ਦੇ ਵਿੱਚ 6 ਜਿਹੜੇ ਸ਼ੂਟਰ ਨੇ ਉਹਨਾਂ ਦੀ ਪਛਾਣ ਕਰ ਲਈ ਆ। 4 ਸ਼ੂਟਰਾਂ ਦੇ ਅਸੀਂ ਕਿਹੜੇ ਦਾ ਕੀ ਕੰਮ ਸੀ, ਕਿਹੜੇ ਦਾ ਕੀ ਕੰਮ ਸੀ, ਉਹਦੀ ਨਿਸ਼ਾਨਦੇਹੀ ਵੀ ਕਰ ਲਈ ਹੈ। ਔਰ ਇਸ ਵਿਸ਼ੇ ਦੇ ਵਿੱਚ ਮਹਾਰਾਸ਼ਟਰ ਦੇ ਪੂਨੇ ਤੋਂ ਵੀ ਇੱਕ ਮਹਾਕਲੀ ਨਾਂ ਦੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਉਹਦੀ ਇਸ ਕੇਸ ਦੇ ਵਿੱਚ ਸਿੱਧੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ, ਇਹ ਅਜੇ ਤੱਕ ਕਲੀਅਰ ਨਹੀਂ ਹੋਇਆ। ਪਰ ਪੁਲਿਸ ਨੇ ਦਿੱਲੀ ਦੀ ਨੇ ਲਗਾਤਾਰ ਨੇਪਾਲ ਸਮੇਤ ਰਾਜਸਥਾਨ, ਮਹਾਰਾਸ਼ਟਰ ਛਾਪੇਮਾਰੀ ਕਰਕੇ ਕਈਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਾ। ਔਰ 6 ਸ਼ੂਟਰਾਂ ਦਾ ਦਾਅਵਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ। 8 ਸ਼ੂਟਰਾਂ ਦੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਮੇ ਜਿਹੜੇ ਉਹ ਜਾਰੀ ਕੀਤੇ ਸੀਗੇ। ਰਾਹੁਲ ਗਿੱਲ ਸਾਹਿਬ, ਪੰਜਾਬ ਪੁਲਿਸ ਆਪਣੇ ਤੌਰ ਦੇ ਉੱਤੇ ਕੰਮ ਕਰ ਰਹੀ ਆ ਔਰ ਪੰਜਾਬ ਪੁਲਿਸ ਨੇ ਇਸ ਕੇਸ ਦੇ ਵਿੱਚ ਇੱਕ ਤਾਂ ਸੰਦੀਪ ਕੁਮਾਰ ਕੇਕੜਾ ਨੂੰ ਗ੍ਰਿਫਤਾਰ ਕੀਤਾ ਸੀ, ਕਾਲਿਆਂ ਵਾਲੀ ਤੋਂ, ਹਰਿਆਣੇ ਤੋਂ, ਜਿਹਨੇ ਰੇਕੀ ਕੀਤੀ ਸੀ। ਉਹਦੇ ਚ ਪੰਜਾਬ ਪੁਲਿਸ ਦਾ ਹੁਣ ਕਹਿਣਾ ਇਹ ਹੈ ਕਿ ਕੇਕੜਾ ਮੰਨਿਆ ਗਾ ਕਿ ਕੇਕੜਾ ਨੇ 15,000 ਰੁਪਏ ਦੇ ਵਿੱਚ ਜਸਟ ਜਿਹੜੀ ਰੇਕੀ ਕੀਤੀ ਸੀ। ਔਰ ਕੇਕੜਾ ਕਹਿੰਦਾ ਮੈਨੂੰ ਪਤਾ ਨਹੀਂ ਸੀਗਾ ਵੀ ਇਹਨਾਂ ਦਾ ਮਕਸਦ ਆ, ਜਿਹੜਾ ਬੰਦਾ ਮੈਥੋਂ ਰੇਕੀ ਕਰਾ ਰਿਹਾ ਗਾ ਵੀ ਕਿੱਥੇ ਆ, ਹੁਣ ਕਦੋਂ ਜਾ ਰਿਹਾ ਗਾ। ਉਹ ਕਹਿੰਦਾ ਮੈਂ ਦੱਸਿਆ ਜ਼ਰੂਰ ਸੀਗਾ ਔਰ ਗੋਲਡੀ ਬਰਾੜ ਨਾਲ ਮੇਰੀ ਉਸ ਦਿਨ ਕਹਿੰਦਾ 13 ਵਾਰ ਫੋਨ ਤੇ ਗੱਲ ਹੋਈ ਸੀ, ਪਰ ਮੈਨੂੰ ਕਹਿੰਦਾ ਇਹੀ ਕਿਹਾ ਗਿਆ ਸੀਗਾ ਕਿ ਇਹਦੀ ਕੁੱਟਮਾਰ ਕਰਨੀ ਹੈ, ਇਹ ਨਹੀਂ ਸੀ ਕਿਹਾ ਕਿ ਕਤਲ ਕਰਨਾ ਗਾ। ਤਾਂ ਮਹਿਜ 15,000 ਰੁਪਏ ਦੇ ਵਿੱਚ ਉਹਨੇ ਇਹ ਦੇਖੀ ਹੈ ਜਿਹੜੀ ਉਹ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਲੋਂ ਇਸ ਕੇਸ ਦੇ ਵਿੱਚ 2 ਨੌਜਵਾਨ, ਇੱਕ ਕੇਸ਼ਵ ਤੇ ਇੱਕ ਚੇਤਨ, ਉਹਨਾਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਕੀਤੀ ਗਈ। ਇਸ ਤੋਂ ਇਲਾਵਾ ਪ੍ਰਦੀਪ ਪੱਪੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਗਾ। ਉਧਰ ਗਿੱਲ ਸਾਹਿਬ, ਬਠਿੰਡਾ ਦਾ ਇੱਕ ਸ਼ੂਟਰ ਹੈ ਹਰਕਮਲ ਰਾਣੂ, ਉਹਦਾ ਵੀ ਇਸ ਕੇਸ ਦੇ ਵਿੱਚ ਇਨਵੋਲਵਮੈਂਟ ਦੱਸਿਆ ਜਾਂਦਾ ਸੀ ਔਰ ਉਹਦੇ ਪਰਿਵਾਰ ਨੇ ਖੁਦ ਮੁੰਡੇ ਨੂੰ ਪੇਸ਼ ਕੀਤਾ। ਉਹਦੇ ਦਾਦੇ ਨੇ, ਗੁਰਚਰਨ ਸਿੰਘ ਨੇ, ਉਹ ਕਹਿੰਦਾ ਮੈਂ ਆਪਦੇ ਪੋਤੇ ਨੂੰ ਪੇਸ਼ ਕਰਨ ਜਾ ਰਿਹਾ। ਪੁਲਿਸ ਨੇ ਉਹਨੂੰ ਆਪਦੀ ਕਸਟਡੀ ਦੇ ਵਿੱਚ ਲੈ ਲਿਆ ਗਾ। ਪੰਜਾਬ ਪੁਲਿਸ ਨੇ ਇੱਕ ਹੋਰ ਛਾਪਾ ਮਾਰ ਕੇ 3 ਹਥਿਆਰਾਂ ਸਮੇਤ ਗੁਰਦੀਪ ਗੀਟਾ ਨਾਂ ਦੇ ਜਿਹੜਾ ਇਹਨਾਂ ਦੇ ਨਾਲ ਜੁੜਿਆ ਗੈਂਗਸਟਰ ਹੈ, ਉਹਨੂੰ ਗ੍ਰਿਫਤਾਰ ਕੀਤਾ ਗਾ। ਇੱਕ ਗੱਲ ਸਾਹਿਬ, ਮਾੜੀ ਘਟਨਾ ਇਹ ਵਾਪਰੀ ਹੈ ਕਿ ਸਿੱਧੂ ਮੂਸੇਵਾਲਾ ਦੇ ਇੱਕ 20 ਸਾਲਾ ਫੈਨ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਔਰ ਉਹ ਪਰਿਵਾਰ ਦਾ ਹੈਗਾ ਕਿ ਸਿੱਧੂ ਮੂਸੇਵਾਲਾ ਦੇ ਭੋਗ ਦੀਆਂ ਰਸਮਾਂ ਦੇਖ ਕੇ ਉੱਥੇ ਪਰਿਵਾਰ ਦਾ ਹਾਲ ਦੇਖ ਕੇ ਕਾਫੀ ਪਰੇਸ਼ਾਨ ਹੋਇਆ। 20 ਸਾਲਾਂ ਦਾ ਮੁੰਡਾ ਕਾਫੀ ਜ਼ਿਆਦਾ ਉਹ ਸਿੱਧੂ ਮੂਸੇਵਾਲੇ ਦਾ ਫੈਨ ਸੀ, ਉਹਦਾ ਫੋਲੋਅਰ ਸੀਗਾ, ਉਹਦੇ ਸਾਰੇ ਗੀਤ ਸੁਣਦਾ ਸੀ ਔਰ ਰਾਤ ਨੂੰ 12:30 ਵਜੇ ਦੇ ਕਰੀਬ ਉਹਨੇ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਹੈ ਜਿਹੜੀ ਉਹ ਕਰ ਲਈ ਹੈ, ਉਹਦੀ ਮੌਤ ਹੋ ਗਈ ਹੈ। ਸੋ ਇਹ ਮੰਦਭਾਗੀ ਘਟਨਾ। ਬਾਕੀ ਇਹ ਜੀ ਕਿ ਜਿਸ ਤਰੀਕੇ ਨਾਲ ਪੁਲਿਸ ਗਿੱਲ ਸਾਹਿਬ ਇਹਨਾਂ ਨੂੰ ਪੇਸ਼ ਕਰਦੀ ਹੈ, ਇਹ ਗੈਂਗਸਟਰ ਸ਼ਬਦ ਹੀ ਪੱਛ ਹੁੰਦਾ ਹੈ। ਆਪਣੇ ਤਾਂ 10 ਨੰਬਰੀਆ ਬਦਮਾਸ਼ ਹੁੰਦਾ ਸੀ ਔਰ ਉਸ ਤੋਂ ਬਾਅਦ ਸ਼ੂਟਰ, ਫਲਾਨਾ ਸ਼ੂਟਰ, ਇਹ ਨਹੀਂ ਕਹਿੰਦੇ ਵੀ ਉਹਦਾ ਕਰਿੰਦਾ ਜਾਂ ਮਤਲਬ ਉਹਨਾਂ ਦੇ ਗੁਰਗੇ। ਤਾਂ ਇਹ ਜਿਹੜੇ ਨਵੇਂ ਨਾਂ ਨੇ ਇਹ ਵੀ ਨੌਜਵਾਨਾਂ ਨੂੰ ਅਟਰੈਕਟ ਕਰਦੇ ਰਹੇ ਨੇ ਔਰ ਨਸ਼ਿਆਂ ਤੇ ਬੇਰੁਜ਼ਗਾਰੀ ਦੀ ਦਲਦਲ ਚੋਂ ਯੂਥ ਇਸ ਪਾਸੇ ਨੂੰ ਅਟਰੈਕਟ ਹੁੰਦਾ ਰਿਹਾ। ਇਹ ਤਾਂ ਹੁਣ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਖਾਸਾ ਵੱਡਾ ਤਾਣਾ ਬਾਣਾ ਗਾ ਜਿਹੜਾ ਇਹਨਾਂ ਗੈਂਗਸਟਰਾਂ ਦਾ ਬਣਿਆ ਹੋਇਆ। ਪੰਜਾਬ ਦੇ ਵਿੱਚ ਕਈ ਗੈਂਗ ਨੇ ਜਿਹੜੇ ਉਹ ਪਿੰਡ ਪੱਧਰ ਦੇ ਉੱਤੇ ਵੀ ਬਣੇ ਹੋਏ ਨੇ। ਬਿਸ਼ਨੋਈ ਗੈਂਗ ਹੈ, ਬੰਬੀਹਾ ਗੈਂਗ ਹੈ, ਇਸ ਤੋਂ ਇਲਾਵਾ ਹੋਰ ਲਗਭਗ 30 ਦੇ ਕਰੀਬ ਗੈਂਗ ਨੇ ਜਿਹੜੇ ਇੰਟੈਲੀਜੈਂਸ ਏਜੰਸੀਆਂ ਦੇ ਦੱਸਦੀਆਂ ਨੇ ਕਿ ਪੰਜਾਬ 'ਚ ਵਰਕ ਕਰ ਰਹੇ ਨੇ। ਜੀ ਗਿੱਲ ਸਾਹਿਬ। ਅੱਛਾ, ਡੇਰਾ ਬੱਸੀ ਦੇ ਵਿੱਚ ਦਿਨ ਦਿਹਾੜੇ ਲੁੱਟ ਖੋਹ ਹੋ ਗਈ ਜੀ, ਕਿੰਨੀ ਰਕਮ ਲੈ ਗਏ? ਜੀ ਗਿੱਲ ਸਾਹਿਬ, 1 ਕਰੋੜ ਤੋਂ ਵੱਧ ਰੁਪਇਆ ਗਾ ਜਿਹੜਾ ਦਿਨ ਦਿਹਾੜੇ ਲੁੱਟ ਲਿਆ ਗਿਆ ਔਰ ਲੁੱਟਿਆ ਵੀ ਜਿਹੜਾ ਗਾ ਉਹ ਪਿਸਤੌਲ ਦੀ ਨੋਕ ਤੇ ਗਿਆ ਗਾ। ਦਰਅਸਲ ਚੰਡੀਗੜ੍ਹ ਅੰਬਾਲਾ ਹਾਈਵੇ ਦੇ ਉੱਤੇ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਵਿੱਚ 4 ਲੁਟੇਰੇ ਆਏ ਔਰ ਆ ਕੇ ਉਹਨੂੰ ਕਿਹਾ ਕਿ ਅਸੀਂ ਪ੍ਰਾਪਰਟੀ ਲੈਣੀ ਹੈ ਔਰ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਜਿਉਂ ਹੀ ਉਹਨਾਂ ਨਾਲ ਪ੍ਰਾਪਰਟੀ ਦੀ ਗੱਲ ਕਰਨ ਲੱਗਿਆ, ਪਿਸਤੌਲ ਕੱਢਿਆ ਔਰ ਉਹ ਜ਼ਮੀਨ ਵੇਚ ਕੇ ਆਇਆ ਸੀ ਪ੍ਰਾਪਰਟੀ ਡੀਲਰ ਆਪਦੀ, ਉਹ ਤੋਂ ਕਰੋੜ ਤੋਂ ਵੱਧ ਦੀ ਨਗਦੀ ਹੋ ਕੇ ਭੱਜ ਲਈ। ਔਰ ਗਿੱਲ ਸਾਹਿਬ, ਜਦੋਂ ਉਹ ਦਫ਼ਤਰ ਚੋਂ ਨਿਕਲੇ ਤਾਂ ਪ੍ਰਾਪਰਟੀ ਡੀਲਰ ਨੇ ਰੌਲਾ ਪਾਤਾ, ਫੜੋ ਫੜੋ ਫੜੋ। ਉਹਦੇ 'ਚ ਕੀ ਹੋਇਆ ਕਿ ਬਾਹਰ ਦੁਕਾਨ ਦੇ ਰੇਹੜੀਆਂ ਲੱਗੀਆਂ ਹੋਈਆਂ ਸੀਗੀਆਂ ਮਜ਼ਦੂਰਾਂ ਦੀਆਂ, ਉਹ ਮਜ਼ਦੂਰ ਉਹਨਾਂ ਦੇ ਪਿੱਛੇ ਭੱਜ ਲਏ। ਉਹਦੇ 'ਚ ਉਹਨਾਂ ਨੇ ਮੁੜ ਕੇ ਇੱਕ ਫਾਇਰ ਮਾਰਿਆ, ਇੱਕ ਮਜ਼ਦੂਰ ਦੇ ਵਿਚਾਰੇ ਦੇ ਰੇਹੜੀ ਵਾਲੇ ਦੇ ਸਿਰ 'ਚ ਵੱਜਿਆ ਔਰ ਉਹ ਗੰਭੀਰ ਜ਼ਖਮੀ ਹੋ ਗਿਆ।
ਜਦ ਕਿ ਦੂਜਾ ਨੌਜਵਾਨ ਵੀ ਜਿਹੜਾ ਜ਼ਖਮੀ ਹੋਇਆਗਾ, ਪਰ ਇੱਕ ਗੰਭੀਰ ਜ਼ਖਮੀ ਦੱਸਿਆ ਜਾਂਦਾ, ਉਹਨੂੰ ਮੋਹਾਲੀ ਦੇ ਹਸਪੀਟਲ ਦੇ ਵਿੱਚ ਦਾਖਲ ਕੀਤਾ ਗਿਆਗਾ। ਔਰ ਦਿਨ ਦਿਹਾੜੇ ਦੀ ਇਹ ਲੁੱਟ ਹੈ। ਇਸੇ ਤਰੀਕੇ ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਨੇੜੇ ਪਿੰਡ ਪੈਂਦਾ ਲੋਹਾ ਖੇੜਾ। ਲੋਹਾ ਖੇੜਾ ਦੇ ਵਿੱਚ ਵੀ ਅੱਜ ਦਿਨ ਦਿਹਾੜੇ ਲੱਖਾਂ ਰੁਪਏ ਦਾ ਸੋਨਾ ਤੇ ਨਗਦੀ ਲੁੱਟਣ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ। ਜੀ ਗਿਲ ਸਾਹਿਬ, ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਜਿਹੜੇ ਅਪਸ਼ਬਦ ਬੋਲੇ ਨੇ ਨੂਪੁਰ ਨੇ ਤੇ ਜਿੰਦਲ ਨੇ, ਉਹਦੇ ਬਾਰੇ ਕੀ ਗੱਲ ਚੱਲ ਰਹੀ ਹੈ ਜੀ? ਗਿਲ ਸਾਹਿਬ, ਉਹਦੇ ਬਾਰੇ ਅੱਜ ਬਹੁਤ ਭਾਰਤ ਦੇ ਵਿੱਚ ਪ੍ਰੋਟੈਸਟ ਹੋਏ ਨੇ। ਅੱਜ ਦਰਅਸਲ ਸ਼ੁੱਕਰਵਾਰ ਦਾ ਦਿਨ ਹੈ। ਜੁਮੇ ਦੀ ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਰੋਸ ਪ੍ਰਦਰਸ਼ਨਾਂ ਦਾ, ਔਰ ਜਿਉਂ ਹੀ ਜੁਮੇ ਦੀ ਨਮਾਜ਼ ਖਤਮ ਹੋਈ ਉਸ ਤੋਂ ਬਾਅਦ ਭਾਰਤ ਭਰ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ। ਔਰ ਗਿਲ ਸਾਹਿਬ, ਪੰਜਾਬ ਦੇ ਵਿੱਚ ਵੀ ਪੂਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਮੁਸਲਮਾਨ ਭਾਈਚਾਰਾ ਆਇਆ ਔਰ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਕਈ ਥਾਵਾਂ ਦੇ ਉੱਤੇ ਉਹਨਾਂ ਨੇ ਪੁਤਲੇ ਵੀ ਫੂਕੇ। ਇਸ ਤੋਂ ਇਲਾਵਾ ਰਾਂਚੀ ਦੇ ਵਿੱਚ ਪ੍ਰਦਰਸ਼ਨ ਹਿੰਸਕ ਹੋ ਗਿਆ, ਕਈ ਜ਼ਖਮੀ ਹੋਏ ਨੇ, ਉੱਥੇ ਗੋਲੀਆਂ ਲੱਗਣ ਦੀ ਵੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਸੁਬਰਾਮਨੀਅਮ ਸਵਾਮੀ ਨੇ ਕਿਹਾ, ਕਹਿੰਦਾ ਵੀ ਕਸ਼ਮੀਰ ਦੀ ਤਰ੍ਹਾਂ ਦਿਸ ਰਿਹਾ ਅੱਜ ਪੂਰਾ ਭਾਰਤ। ਇੱਕ ਮਿੰਟ ਕੀਤਾ, ਸਾਧਵੀ ਪ੍ਰਗਿਆ ਫੇਰ ਨਹੀਂ ਟਲੀ। ਉਹਨੇ ਕਿਹਾ ਅੱਜ ਕਿ ਭਾਰਤ ਹਿੰਦੂਆਂ ਦਾ, ਇੱਥੇ ਸਨਾਤਨ ਜਿੰਦਾ ਰਹੇਗਾ। ਇਸ ਤੋਂ ਇਲਾਵਾ ਗਿੱਲ ਸਾਹਿਬ, ਅੱਜ ਦੇ ਪ੍ਰਦਰਸ਼ਨ ਤੇ ਚੱਲਦਿਆਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਆ ਜਿਹੜਾ, ਉਹਨਾਂ ਨੇ ਕਿਹਾ ਕਿ ਕੁਝ ਟੀਵੀ ਚੈਨਲਾਂ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ। ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ, ਮੁਸਲਿਮ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਉਸ ਟੀਵੀ ਚੈਨਲਾਂ ਦਾ ਬਾਈਕਾਟ ਕਰੋ। ਉਹ ਕਹਿੰਦੇ ਉਹਨਾਂ ਚੈਨਲਾਂ ਦੇ ਉੱਤੇ ਮੁਸਲਮਾਨਾਂ ਦੇ ਖਿਲਾਫ ਬੋਲਿਆ ਜਾਂਦਾ ਔਰ ਸਾਡੇ ਮੁਸਲਮਾਨ ਭਾਈਚਾਰੇ ਨੂੰ ਬਿਠਾ ਕੇ ਮਜ਼ਾਕ ਦੇ ਪਾਤਰ ਜਿਹੜਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਸਾਰੇ ਮਸਲੇ ਤੇ ਚੁੱਪ ਦੇ ਉੱਤੇ ਸਵਾਲ ਖੜੇ ਕੀਤੇ ਨੇ। ਗਿੱਲ ਸਾਹਿਬ, ਕਈ ਥਾਵਾਂ ਦੇ ਉੱਤੇ ਤਾਂ ਅੱਜ ਭਾਰਤ ਦੇ ਵਿੱਚ ਕਰਫਿਊ ਵਾਲੀ ਹਾਲਤ ਬਣੀ ਹੋਈ ਹੈ। ਪੱਛਮੀ ਬੰਗਾਲ ਦੇ ਉਲੂਵੇਰੀਆ ਦੇ ਵਿੱਚ ਬੀਜੇਪੀ ਦੇ ਇੱਕ ਦਫ਼ਤਰ ਦੀ ਭੰਨਤੋੜ ਹੋਈ ਹੈ। ਜੰਮੂ ਕਸ਼ਮੀਰ ਦੇ ਵਿੱਚ ਵੀ ਬੰਦ ਵਰਗੀ ਹਾਲਤ ਹੈ। ਸੋ ਪੂਰੇ ਭਾਰਤ 'ਚ ਪ੍ਰਦਰਸ਼ਨ ਆ ਜੀ ਜਿਹੜੇ ਅੱਜ ਉਹ ਹੋਏ ਨੇ। ਮੁਹੰਮਦ ਪੈਗੰਬਰ ਹੋਰਾਂ ਦੇ ਬਾਰੇ ਦੇ ਵਿੱਚ ਜਿਹੜੀ ਕਥਿਤ ਇਤਰਾਜ਼ਯੋਗ ਬਿਆਨਬਾਜ਼ੀ ਹੈ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਹੈ। ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ਦੀ ਮੰਗ ਆ ਗਈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ। ਅੱਜ ਜੁਮੇ ਦੀ ਨਮਾਜ਼ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਾਮਾ ਮਸਜਿਦ ਦੇ ਵਿੱਚ ਸੈਂਕੜੇ ਲੋਕਾਂ ਜਿਹੜੇ ਮੁਸਲਿਮ ਭਾਈਚਾਰੇ ਦੇ ਨੇ ਉਹ ਇਕੱਠੇ ਹੋਏ ਔਰ ਉਹਨਾਂ ਨੇ ਉੱਥੇ ਮੰਗ ਕੀਤੀ ਕਿ ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕਰੋ। ਸਿਰਫ ਪਾਰਟੀ ਦੇ ਵਿੱਚੋਂ ਮੁਅੱਤਲ ਕਰਨਾ ਕੋਈ ਸਜ਼ਾ ਨਹੀਂ ਹੈ। ਜੀ ਗਿੱਲ ਸਾਹਿਬ, ਅੱਛਾ ਜੀ, ਦਿੱਲੀ ਜਹਾਜ਼ਾਂ ਵਾਲੇ ਅੱਡੇ ਨੂੰ ਸਰਕਾਰੂ ਬੱਸਾਂ ਤੁਰਨਗੀਆਂ ਪੰਜਾਬ 'ਚੋਂ ਹੁਣ? ਜੀ ਗਿੱਲ ਸਾਹਿਬ, ਇਹ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੀ ਇੱਕ ਵੱਡਾ ਮੁੱਦਾ ਬਣਿਆ ਸੀਗਾ ਔਰ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣਿਆ ਸੀ ਉਦੋਂ ਵੀ ਵੱਡਾ ਮੁੱਦਾ ਸੀਗਾ ਕਿ ਇੱਕ ਵੱਡੇ ਪਰਿਵਾਰ ਦੀਆਂ ਬੱਸਾਂ ਨੇ ਜਿਹੜੀਆਂ ਉਹ ਸੜਕਾਂ ਤੋਂ ਨੋਟ ਚੁੱਕਦੀਆਂ ਤੁਰੀਆਂ ਫਿਰਦੀਆਂ ਨੇ। ਦਿੱਲੀ ਨੂੰ ਜਦੋਂ ਪ੍ਰਵਾਸੀ ਪੰਜਾਬੀ ਜਾਂਦੇ ਨੇ ਜਾਂ ਵਿਦੇਸ਼ ਤੋਂ ਆਉਂਦੇ ਨੇ, ਦਿੱਲੀ ਤੋਂ ਪੰਜਾਬ ਆਉਂਦੇ ਨੇ, ਮਹਿੰਗੇ ਭਾਅ ਦੀਆਂ ਟਿਕਟਾਂ ਉਹਨਾਂ ਨੂੰ ਦਈਆਂ ਜਾਂਦੀਆਂ ਨੇ ਔਰ ਪ੍ਰਾਈਵੇਟ ਕੰਪਨੀ ਇੱਕੋ ਇੱਕ ਆ ਜਿਹੜੀ ਇੰਡੋ ਕੈਨੇਡੀਅਨ ਬਾਦਲਾਂ ਦੀ ਮਲਕੀਅਤ ਵਾਲੀ, ਜਿਨ੍ਹਾਂ ਦੀਆਂ ਬੱਸਾਂ ਉੱਤੇ ਨੂੰ ਚੱਲਦੀਆਂ। ਸਰਕਾਰੀ ਕਿਉਂ ਨਹੀਂ ਚੱਲਦੀਆਂ? ਸਰਕਾਰ ਦਾ ਮੁਨਾਫਾ ਕਿਉਂ ਨਹੀਂ ਹੁੰਦਾ? ਇਹ ਸਵਾਲ ਬਹੁਤ ਵੱਡੀ ਪੱਧਰ ਤੇ ਉੱਠ ਰਿਹਾ ਸੀ। ਰਾਜੇ ਵੜਿੰਗ ਨੇ ਕੋਸ਼ਿਸ਼ ਵੀ ਕੀਤੀ ਸੀ, ਉਦੋਂ ਉਹਨੇ ਕਿਹਾ ਸੀ ਕਿ ਦਿੱਲੀ ਸਰਕਾਰ ਸਾਨੂੰ ਮਨਜ਼ੂਰੀ ਨਹੀਂ ਦੇ ਰਹੀ। ਹੁਣ ਸਵਾਲ ਇਹ ਉੱਠ ਰਿਹਾ ਸੀ ਕਿ ਦਿੱਲੀ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ, ਪੰਜਾਬ 'ਚ ਵੀ ਉਹਨਾਂ ਦੀ ਹੈ, ਤਾਂ ਪੰਜਾਬ ਦੇ ਵਿੱਚੋਂ ਹੁਣ ਬੱਸਾਂ ਚੱਲਣਗੀਆਂ। ਤਾਂ ਹੁਣ ਗਿੱਲ ਸਾਹਿਬ, ਭਗਵੰਤ ਮਾਨ ਹੋਰਾਂ ਦਾ ਇਹ ਚੰਗਾ ਕਦਮ ਆ। ਉਹਨਾਂ ਨੇ ਪੂਰੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ ਔਰ 15 ਜੂਨ ਤੋਂ ਜਿਹੜੀਆਂ ਵੋਲਵੋ ਦੀਆਂ ਸਰਕਾਰੀ ਲਗਜ਼ਰੀ ਬੱਸਾਂ ਨੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਦੇ ਲਈ ਰਵਾਨਾ ਹੋਣਗੀਆਂ। ਜਲੰਧਰ ਤੋਂ ਹਰ ਰੋਜ਼ 6-7 ਬੱਸਾਂ ਜਾਇਆ ਕਰਨਗੀਆਂ। ਪਟਿਆਲਾ ਤੋਂ ਹਰ ਰੋਜ਼ 2 ਬੱਸਾਂ ਨੇ ਜਿਹੜੀਆਂ ਉਹ ਜਾਇਆ ਕਰਨਗੀਆਂ। ਤਾਂ ਇਹਨਾਂ ਦੇ ਟਾਈਮ ਜਿਹੜੇ ਨੇ ਗਿੱਲ ਸਾਹਿਬ ਉਹ ਵੱਖੋ ਵੱਖਰੇ ਹੋਇਆ ਕਰਨਗੇ ਔਰ ਇਹਨਾਂ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਦਿੱਤੀ ਹੋਈ ਹੈ। 6 ਮਹੀਨੇ ਪਹਿਲਾਂ ਇਹਦੀ ਆਨਲਾਈਨ ਬੁਕਿੰਗ ਆ ਜਿਹੜੀ ਕੀਤੀ ਜਾ ਸਕਦੀ ਆ। 3 ਮਹੀਨੇ ਪਹਿਲਾਂ ਇਹਦੀ ਜਿਹੜੀ ਬੁਕਿੰਗ ਆ ਗਈ ਉਹ ਜਾ ਕੇ ਡੀਪੂ ਦੇ ਵਿੱਚੋਂ ਵੀ ਕਰਵਾਈ ਜਾ ਸਕਦੀ ਆ। ਔਰ PRTC ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੇ ਜਿਹੜੀਆਂ ਜਾਂ ਫਨ ਬੱਸਾਂ ਨੇ ਇਹ ਅੱਧੇ ਕਿਰਾਏ ਤੇ ਕਹਿੰਦੇ ਜਾਣਗੀਆਂ। ਪ੍ਰਾਈਵੇਟ ਵਾਲੇ ਜਿੰਨੇ ਪਹਿਲਾਂ ਲੈਂਦੇ ਨੇ ਉਦੋਂ ਅੱਧੇ ਤੋਂ ਵੀ ਘੱਟ ਭਗਵੰਤ ਮਾਨ ਹੋਰਾਂ ਨੇ ਤਾਂ ਕਿਹਾ ਗਾ, ਤਾਂ ਉਹਦੇ ਤੋਂ ਲੱਗਦਾ ਗਾ ਕਿ 800 ਰੁਪਏ ਤੋਂ 1400 ਰੁਪਏ ਤੱਕ ਦੀ ਇਹਦੀ ਇੱਕ ਪਾਸੇ ਦੀ ਟਿਕਟ ਆ ਜਿਹੜੀ ਉਹ ਹੋ ਸਕਦੀ ਆ। ਔਰ ਆਨਲਾਈਨ ਬੁਕਿੰਗ ਦੇ ਲਈ ਇਹਦੀ ਜਿਹੜੀ ਵੈਬਸਾਈਟ ਆ ਪੰਜਾਬ ਰੋਡਵੇਜ਼ ਦੀ ਜਾਂ ਫਨ ਬੱਸ ਦੀ PRTC ਦੀ, ਉਹਦੇ ਤੇ ਜਾ ਕੇ ਆਨਲਾਈਨ ਬੁਕਿੰਗ ਹੈ ਜਿਹੜੀ ਕੀਤੀ ਜਾ ਸਕਦੀ ਹੈ 6 ਮਹੀਨੇ ਪਹਿਲਾਂ ਤੱਕ। ਜੀ
ਸਾਧੂ ਸਿੰਘ ਧਰਮਸੋਤ ਨੂੰ ਹਵਾਲਾਤ ਦੇ ਵਿੱਚ ਮੰਜੀ ਮੁੰਜੀ ਕੋਈ ਮਿਲੀ ਜਾਂ ਘਰੋੜੇ ਹੀ ਆ ਕੰਮ? ਅਜੇ ਤੱਕ ਘਰੋੜੇ ਵਾਲਾ ਕੰਮ ਹੀ ਹੈ ਜੀ। 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਸਾਧੂ ਸਿੰਘ ਧਰਮਸੋਤ, ਉਹਦੇ ਮੀਡੀਆ ਸਲਾਹਕਾਰ ਚਮਕੌਰ ਤੇ OSD ਚਮਕੌਰ ਸਿੰਘ ਦਾ। ਮੀਡੀਆ ਸਲਾਹਕਾਰ ਕਮਲਦੀਪ ਸਿੰਘ ਕਮਲ ਜਿਹੜਾ ਪੱਤਰਕਾਰ ਹੈ, ਜਿਹੜਾ ਇਹ ਗੱਲ ਸਾਹਿਬ ਉਹਦਾ ਆੜੀ ਹੈਗਾ ਮੰਡ ਦਾ, ਸਿਕਿਉਰਿਟੀ ਵਾਲੇ ਦਾ। ਸ਼ਿਵ ਸੈਨਾ ਦਾ ਜੀ ਗੁਰਸਿਮਰਨ ਸਿੰਘ ਮੰਡ ਦਾ, ਔਰ ਸ਼ਿਵ ਸੈਨਾ ਦਾ ਲੀਡਰ ਹੈ ਇਹ ਜਿਹੜਾ ਪੱਤਰਕਾਰ ਹੈ। ਔਰ ਇਹ ਅਸਲ ਦੇ ਵਿੱਚ ਗਿੱਲ ਸਾਹਿਬ ਤਿੰਨਾਂ ਦੀ ਤਿੱਕੜੀ ਨੇ 4.5 ਸਾਲ ਜਿਹੜਾ ਗਾ ਉਹ ਨਜ਼ਾਰੇ ਲਏ ਨੇ, ਤੇ ਹੁਣ ਤਿੰਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। 3 ਦਿਨ ਦਾ ਰਿਮਾਂਡ ਫੇਰ ਲੈ ਲਿਆ ਪੁਲਿਸ ਨੇ। ਕਹਿੰਦੇ ਕਈ ਡਾਇਰੀਆਂ ਨੇ ਜਿਹੜੀਆਂ ਉਹ ਅਜੇ ਖੁੱਲਣ ਵਾਲੀਆਂ ਨੇ। ਔਰ ਧਰਮਸੋਤ ਹੋਰਾਂ ਨੇ ਅੱਜ ਇਹ ਕਿਹਾ ਕਿ ਦੇਖੋ ਸਰਕਾਰ ਜਿਹੜਾ ਠੇਕੇਦਾਰ ਨੂੰ ਬਚਾ ਰਹੀ ਆ, ਇੰਨੀ ਗੱਲ ਉਹਨਾਂ ਨੇ ਕਹੀ ਆ। ਤਾਂ ਠੇਕੇਦਾਰ ਨੂੰ ਬਚਾ ਰਹੀ ਹੈ ਗਿੱਲ ਸਾਹਿਬ, ਇਹਦੇ ਤੋਂ ਹੁਣ ਕੀ ਸਮਝੀਏ? ਜਾਂ ਤਾਂ ਉਹ ਇਹ ਕਹਿੰਦੇ ਵੀ ਭਾਈ ਮੈਂ ਬੇਕਸੂਰ ਆ, ਉਹ ਕਹਿੰਦੇ ਠੇਕੇਦਾਰ ਨੂੰ ਬਚਾ ਰਹੀ ਆ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਹਾਣੀ ਸਾਹਮਣੇ ਆਊਗੀ ਕਿ ਕਿਸ ਤਰੀਕੇ ਦੀ ਗੱਲਬਾਤ ਆ ਜਿਹੜੀ ਉਹ ਇਸ ਕੇਸ ਦੇ ਵਿੱਚ ਰਹਿੰਦੀ ਆ। ਉਧਰੋਂ ਜਿਹੜੇ ਵਿਜੇ ਸਿੰਗਲਾ, ਉਹਨਾਂ ਦੀ ਵੀ ਜ਼ਮਾਨਤ ਦੀ ਅਰਜ਼ੀ ਅੱਜ ਅਦਾਲਤ ਦੇ ਵਿੱਚੋਂ ਖਾਰਜ ਹੋ ਗਈ। ਜਿਹੜੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੀਗੇ ਔਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ, ਤਾਂ ਉਹਨਾਂ ਨੂੰ ਵੀ ਅਗਲੇ 14 ਦਿਨ ਦੇ ਲਈ ਜੇਲ੍ਹ ਦੇ ਵਿੱਚ ਰੱਖਣ ਦੇ ਹੁਕਮ ਜਿਹੜੇ ਉਹ ਅਦਾਲਤ ਨੇ ਦਿੱਤੇ ਨੇ। ਠੀਕ, ਭਲਾ ਕਿਹੜਾ ਆਮ ਆਦਮੀ ਪਾਰਟੀ ਦਾ MLA ਹੈ ਜਿਹੜਾ ਆਪਣੇ SUV ਦੇ ਸਨਰੂਫ ਦੇ ਵਿੱਚ ਦੀ ਚੜ੍ਹਿਆ ਫਿਰਦਾ? ਸਵੇਰੇ ਮੈਂ ਕੌਸ਼ਲ ਸਾਹਿਬ ਦੀ ਵੀ ਗੱਲ ਸੁਣਦਾ ਸੀ, ਕੁਦਰਤੀ ਪੂਰੀ ਗੱਲ ਦਾ ਨਹੀਂ ਪਤਾ ਲੱਗਾ, ਦੱਸਿਓ। ਜੀ ਗਿੱਲ ਸਾਹਿਬ, ਅਸਲ ਦੇ ਵਿੱਚ ਇਹ ਟਰਾਂਸਪੋਰਟ ਮੰਤਰੀ ਹੈ ਜੀ ਪੰਜਾਬ ਦਾ, ਲਾਲਜੀਤ ਸਿੰਘ ਭੁੱਲਰ। ਹੁਣ ਜਿਹੜਾ ਨੇ ਟਰਾਂਸਪੋਰਟ ਮੰਤਰੀ ਹੈ, ਜਿਹਨੂੰ ਸਭ ਤੋਂ ਵੱਧ ਟਰਾਂਸਪੋਰਟ ਮਹਿਕਮੇ ਦਾ ਫਿਕਰ ਹੋਣਾ ਚਾਹੀਦਾ, ਮੂਹਰੇ ਜਾਂਦੀਆਂ ਗਿੱਲ ਸਾਹਿਬ ਪੁਲਿਸ ਦੀਆਂ 3-4 ਗੱਡੀਆਂ, ਵੀਡੀਓ ਜਿਹੜੀ ਵਾਇਰਲ ਹੋਈ ਆ ਉਹਦੇ 'ਚ ਮਗਰ ਆਉਂਦੀਆਂ 3-4 ਪੁਲਿਸ ਦੀਆਂ ਗੱਡੀਆਂ। ਆਪਦੇ ਵਾਲੀ ਗੱਡੀ ਦੇ ਵਿੱਚ ਪੁਲਿਸ ਮੁਲਾਜ਼ਮ ਸਿਕਿਉਰਿਟੀ ਗਾਰਡ ਬੈਠੇ ਨੇ, ਆਪ ਸਨਰੂਫ ਦੇ ਵਿੱਚ ਦੀ ਨਿਕਲ ਕੇ ਗੱਡੀ ਦੀ ਛੱਤ ਤੇ ਬੈਠਾ ਗਾ, ਔਰ ਬਹੁਤ ਤੇਜ਼ ਰਫ਼ਤਾਰ ਗੱਡੀ ਹਾਈਵੇ ਤੇ ਜਾ ਰਹੀ ਆ। ਇਕੱਲੀ ਆਪਦੀ ਜ਼ਿੰਦਗੀ ਵੀ ਨਹੀਂ ਜੋਖਮ ਦੇ ਵਿੱਚ ਪਾਈ, ਦੋਨੇ ਗਨਮੈਨਾਂ ਦੀ ਵੀ ਪਾਤੀ। ਦੋਨੇ ਗਨਮੈਨ ਨੇ ਜਿਹੜੇ ਉਹ ਸ਼ੀਸ਼ਿਆਂ ਦੇ ਵਿੱਚ ਦੀ ਨਿਕਲੇ ਹੋਏ ਨੇ, ਗੱਡੀ ਦੀਆਂ ਤਾਕੀਆਂ ਬੰਦ ਨੇ, ਸ਼ੀਸ਼ੇ ਖੁੱਲੇ ਨੇ, ਔਰ ਸ਼ੀਸ਼ਿਆਂ ਦੇ ਵਿੱਚ ਦੀ ਉਹਨਾਂ ਦੀਆਂ ਇਕੱਲੀਆਂ ਲੱਤਾਂ ਅੰਦਰ ਨੇ ਗਿੱਲ ਸਾਹਿਬ, ਦੋਨੇ ਪਾਸਿਆਂ ਦੀ ਜਿਹੜੇ ਗਨਮੈਨ ਨੇ ਉਹ ਨਿਕਲੇ ਹੋਏ ਨੇ। ਤਾਂ ਇਹ ਹਾਲਤ ਦੇ ਵਿੱਚ ਜੇ ਕੋਈ ਹਾਦਸਾ ਹੋ ਜੇ, ਉਂਝ ਵੀ ਨੈਸ਼ਨਲ ਹਾਈਵੇ ਦੇ ਉੱਤੇ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਐਡੇ ਸਟੰਟ ਕਰਦੇ ਜਾ ਰਹੇ ਨੇ, ਫਿਰ ਨੌਜਵਾਨ ਕੀ ਸਿੱਖਣਗੇ ਇਹਨਾਂ ਤੋਂ? ਔਰ ਜੇ ਨੌਜਵਾਨ ਜਾਂ ਆਮ ਵਿਅਕਤੀ ਇਸ ਤਰ੍ਹਾਂ ਦਾ ਸਟੰਟ ਕਰੇ, ਗੱਡੀ ਹਾਈਵੇ ਦੇ ਉੱਤੇ ਉਹਦੀ ਛੱਤ ਤੇ ਬੈਠੇ ਜਾਂ ਸਨਰੂਫ ਦੇ ਵਿੱਚ ਦੀ ਨਿਕਲੇ ਜਾਂ ਸ਼ੀਸ਼ਿਆਂ ਦੇ ਵਿੱਚ ਦੀ ਏਦਾਂ ਬੈਠੇ, ਤਾਂ ਉਹਦੇ ਤੇ ਚਲਾਨ ਹੁੰਦਾ ਔਰ ਸਜ਼ਾ ਵੀ ਹੁੰਦੀ ਆ। ਅਦਾਲਤ ਜੇਲ੍ਹ ਵੀ ਭੇਜ ਸਕਦੀ ਆ, ਸਜ਼ਾ ਵੀ ਕਰ ਸਕਦੀ ਆ, ਔਰ ਜੁਰਮਾਨਾ ਵੀ ਕਰ ਸਕਦੀ ਆ, ਦੋਨੇ ਵੀ ਕਰ ਸਕਦੀ ਆ। ਇਹ ਅਦਾਲਤ ਤੇ ਨਿਰਭਰ ਕਰਦਾ ਗਾ, ਯਾਨੀ ਕਿ ਇਹ ਕ੍ਰਾਈਮ ਆ ਗਾ। ਔਰ ਟਰਾਂਸਪੋਰਟ ਮੰਤਰੀ ਸਾਹਿਬ ਹੁਣ ਕਹਿ ਰਹੇ ਨੇ ਕਿ ਇਹ ਤਾਂ ਪੁਰਾਣੀ ਵੀਡੀਓ ਆ। ਪੁਰਾਣੀ ਵੀਡੀਓ ਹੁਣ ਇਹਨਾਂ ਨੂੰ ਗਨਮੈਨ ਹੈ ਤਾਂ ਹੈ ਨਹੀਂ ਵੀ ਕੋਈ ਛੋਟੇ ਹੁੰਦਿਆਂ ਨੂੰ ਮਿਲ ਗਏ ਸੀਗੇ, ਗਨਮੈਨ ਮਿਲਿਆ ਨੂੰ ਵੀ ਗਿੱਲ ਸਾਹਿਬ ਇਹਨਾਂ ਨੂੰ ਐਡੀ ਵੱਡੀ ਤਾਦਾਦ ਦੇ ਵਿੱਚ ਅਜੇ ਮਹੀਨੇ 3 ਹੀ ਹੋਏ ਨੇ, ਤਾਂ ਇਸ ਕਰਕੇ ਕੋਈ ਐਡੀ ਵੀ ਪੁਰਾਣੀ ਵੀਡੀਓ ਨਹੀਂ ਹੈਗੀ। ਔਰ ਜੇ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਇਹਦੀ ਜਿਹੜੀ ਆ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਵਿਰੋਧੀ ਧਿਰਾਂ ਨੇ ਇਹ ਮਸਲਾ ਚੱਕ ਲਿਆ, ਅਕਾਲੀ ਦਲ ਵਾਲਿਆਂ ਨੇ ਵੀ ਅੱਜ, ਕਾਂਗਰਸ ਨੇ ਵੀ, BJP ਵਾਲਿਆਂ ਨੇ ਵੀ, ਬਾਕੀ ਧਿਰਾਂ ਨੇ ਵੀ ਭਗਵੰਤ ਮਾਨ ਹੋਰਾਂ ਨੂੰ ਕਿਹਾ ਗਾ ਕਿ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਮੰਤਰੀ ਸਾਹਿਬ ਨੂੰ। ਖੈਰ ਫਿਰ ਵੀ ਮੰਤਰੀ ਸਾਹਿਬ ਨੂੰ ਘੱਟੋ ਘੱਟ ਲੋਕਾਂ ਤੋਂ ਖੁੱਲ੍ਹ ਦਿਲੀ ਦੇ ਨਾਲ ਮਾਫੀ ਇਸ ਵਿਸ਼ੇ ਦੇ ਵਿੱਚ ਮੰਗਣੀ ਚਾਹੀਦੀ ਹੈ, ਨਹੀਂ ਤਾਂ ਨੌਜਵਾਨਾਂ ਨੂੰ ਕੀ ਸੇਧ ਜਾਊ ਇਹਦੇ ਤੋਂ ਜੀ। ਇਹ ਜਿਹੜੇ ਰਾਜਨੀਤਿਕ ਵੱਡੇ ਕੱਦ ਵਾਲੇ ਸੀ, ਇਹਨਾਂ ਨੇ ਕਿਹੜਾ ਟੂਣਾ ਟੱਪ ਲਿਆ ਜਿਹੜਾ ਇਹਨਾਂ ਨੂੰ ਔਖਾ ਹੋਇਆ? ਜਿਹੜੇ ਨਾ ਉਂਗਲ ਖੜੀ ਕਰਦੇ ਸੀ ਤੰਗ ਉਹੀ ਨੇ, ਮਜੀਠੀਆ ਲਾਲਾ ਤੇ ਦੂਜਾ ਤੂੰ ਵਾਲਾ, ਉਹ ਤਾਂ ਲਾ ਕੇ ਬਹਾਨਾ ਬੇਗੇ ਲਹਿਰੇ ਵੱਜਿਆ, ਉਹ ਤਾਂ PGI 'ਚੋਂ ਉਹਨੇ ਤਾਂ ਨਹੀਂ ਆਉਣਾ ਛੇਤੀ ਕੀਤੇ, ਉਹਦੇ ਤਾਂ ਢਿੱਡ ਦੇ ਜਿਹੜੇ ਨੇ ਘਰੋੜ ਚਾਣੇ ਹਟਣੇ ਨਹੀਂ। ਧਰਮਸੋਤ ਝਈਆਂ ਲੈ ਪੈਂਦਾ ਸੀ, ਉਹ ਅੰਦਰ ਬੈਠਾ। ਇੱਕ ਲੁਧਿਆਣੇ ਵਾਲਾ ਮੰਤਰੀ ਹੈ ਜਿਹੜਾ ਹਰ ਇੱਕ ਦੀ ਬੇਇੱਜ਼ਤੀ ਕਰਦਾ ਸੀ, ਉਹਦਾ ਵੀ ਸ਼ਾਇਦ ਕਿਤੇ ਨੰਬਰ ਲੱਗੂ, ਪਰ ਉਹਨੇ ਛੇਤੀ ਕੀਤੇ ਹੱਥ ਨਹੀਂ ਫੜਾਉਣਾ ਕੁਛ, ਤੇ ਉਹਦੇ ਯਾਰਾਂ ਦੇ ਬੈਂਸ ਹੋਣਾ ਤੇ ਫੇਰ ਕੜਿੱਕੀ ਚੜ੍ਹ ਗਈ ਜੀ। ਜੀ ਗਿੱਲ ਸਾਹਿਬ, ਸਿਮਰਜੀਤ ਬੈਂਸ ਹੋਰਾਂ ਨੂੰ ਅੱਜ ਫੇਰ ਅਦਾਲਤ ਤੋਂ ਬਹੁਤ ਵੱਡਾ ਝਟਕਾ ਲੱਗਿਆ ਹੈਗਾ, ਕਿਉਂਕਿ ਅੱਜ ਅਦਾਲਤ ਦੇ ਵਿੱਚੋਂ ਇਹਨਾਂ ਦੀ ਜ਼ਮਾਨਤ ਦੀ ਅਰਜ਼ੀ ਹੈ ਜਿਹੜੀ ਉਹ ਖਾਰਜ ਹੋ ਗਈ ਹੈ। ਇੱਕ ਤਾਂ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਗਈ, ਦੂਜੀ ਇਹਨਾਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਅਦਾਲਤ ਇਹਨਾਂ ਨੂੰ ਭਗੌੜਾ ਨਾ ਲਾਣੇ।
ਉਹ ਵੀ ਖਾਰਜ ਹੋ ਗਈ ਤੇ ਅਦਾਲਤ ਹੁਣ ਇਹਨਾਂ ਨੂੰ ਜਿਹੜਾ ਭਗੌੜਾ ਗਾ ਉਹ ਲਾਣ ਰਹੀ ਹੈ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਕਿ ਸਿਮਰਜੀਤ ਬੈਂਸ ਦੇ ਭਰਾ ਦੀ ਪ੍ਰਾਪਰਟੀ ਵੀ ਟੈਸਟ ਕੀਤੀ ਜਾ ਰਹੀ ਆ। ਸੋ ਜਦੋਂ ਇਹਨਾਂ ਨੂੰ ਵੀ ਭਗੌੜਾ ਲਾਣ ਦਿੱਤਾ ਅਦਾਲਤ ਨੇ, ਪ੍ਰਕਿਰਿਆ ਚੱਲ ਰਹੀ ਹੈ ਅਦਾਲਤ ਦੇ ਵਿੱਚ, ਅੱਜ ਦੋਨੇ ਪਾਸਿਆਂ ਤੋਂ ਝਟਕੇ ਲੱਗੇ ਇਹਨਾਂ ਨੂੰ। ਇੱਕ ਤਾਂ ਇਹਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਹੋਈ ਆ, ਦੂਸਰਾ ਜਿਹੜੀ ਪਟੀਸ਼ਨ ਸੀਗੀ ਭਗੌੜੇ ਲਾਣ ਵਾਲੀ ਉਹ ਖਾਰਜ ਹੋਈ ਆ। ਤਾਂ ਇਹ ਪੂਰੇ ਪ੍ਰੋਸੈਸ ਦੇ ਵਿੱਚ ਔਰਤ ਆ ਜਿਹੜੀ ਉਹ ਲਗਾਤਾਰ ਧਰਨੇ ਤੇ ਬੈਠੀ ਆ ਲੁਧਿਆਣਾ ਕਮਿਸ਼ਨਰ ਦਫ਼ਤਰ ਦੇ ਬਾਹਰ, ਔਰ ਉੱਥੇ ਉਹ ਸਵੇਰੇ ਲਗਾਤਾਰ ਜਿਹੜਾ ਪ੍ਰੋਟੈਸਟ ਆਪਣਾ ਕਰ ਰਹੀ ਹੈ, ਨਾਅਰੇਬਾਜ਼ੀ ਵੀ ਕਰ ਰਹੀ ਆ, ਔਰ ਉਹ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਉੱਤੇ ਦਬਾਅ ਵੀ ਬਣਾ ਰਹੀ ਆ ਕਿ ਤੁਹਾਡੀ ਸਰਕਾਰ ਦੇ ਵਿੱਚ ਇੱਕ ਔਰਤ ਇਹ ਇਲਜ਼ਾਮ ਲਾਉਂਦੀ ਹੈ ਕਿ ਬੰਦੇ ਨੇ ਮੇਰੇ ਨਾਲ ਰੇਪ ਕੀਤਾ ਔਰ ਤੁਸੀਂ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੇ, ਪਿਛਲੀ ਸਰਕਾਰ ਨੇ ਵੀ ਨਹੀਂ ਕੀਤਾ। ਖੈਰ ਗਿੱਲ ਸਾਹਿਬ, ਇਹ ਮਸਲਾ ਵੀ ਬਹੁਤ ਵੱਡਾ ਹੈਗਾ ਜੇ ਦੇਖਿਆ ਜਾਵੇ, ਕਿਉਂਕਿ ਪੁਲਿਸ ਨੇ ਜਾਂ ਤਾਂ ਇਨਕੁਆਇਰੀ ਕਰੇ, ਮਸਲੇ ਦੀ ਇਨਕੁਆਇਰੀ ਕੀਤੀ ਹੋਈ ਹੈ ਮੁੱਢਲੇ ਤੌਰ ਦੇ ਉੱਤੇ, ਔਰ ਉਸ ਤੋਂ ਬਾਅਦ FIR ਦਰਜ ਹੋਈ ਆ, ਕੋਰਟ ਦੇ ਵਿੱਚ ਮਸਲਾ ਚੱਲ ਰਿਹਾ। ਤਾਂ ਸਿਮਰਜੀਤ ਬੈਂਸ ਨੂੰ ਫੜ ਕਿਉਂ ਨਹੀਂ ਰਹੀ ਪੁਲਿਸ? ਇਹ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਹੈਗਾ ਉਹ ਖੜਾ ਹੁੰਦਾ ਹੈਗਾ ਜੀ। ਅੱਛਾ, ਜਿਮਨੀ ਚੋਣ ਦੀ ਦਿਓ ਜੀ ਖਬਰ, ਬਈ ਕੀ ਬਣਦੀ ਆ ਗੱਲ ਸੰਗਰੂਰ ਵਾਲੀ? ਜੀ ਗਿੱਲ ਸਾਹਿਬ, ਸੰਗਰੂਰ ਦੇ ਵਿੱਚ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਜੀ ਸਾਰੀਆਂ ਪਾਰਟੀਆਂ ਦਾ। ਸੁਖਬੀਰ ਬਾਦਲ ਹੁਣ ਬਠਿੰਡੇ ਜਾਂ ਬਾਦਲ ਪਿੰਡ ਨਹੀਂ ਜਾਂਦਾ, ਨਾ ਚੰਡੀਗੜ੍ਹ ਜਾਂਦਾ, ਉਹ ਅੱਜ ਕੱਲ੍ਹ ਸੰਗਰੂਰ ਹੀ ਰਹਿੰਦਾ ਔਰ ਕਿਤੇ ਧੂੜੀਓਂ ਬਰਨਾਲੇ ਆ ਜਾਂਦਾ ਹੈ, ਬਰਨਾਲਿਓਂ ਸੰਗਰੂਰ ਵਗ ਜਾਂਦਾ ਹੈ, ਸੰਗਰੂਰ ਤੋਂ ਮਲੇਰਕੋਟਲੇ ਵਗ ਜਾਂਦਾ ਹੈ। ਸੁਖਬੀਰ ਬਾਦਲ ਨੇ ਪੂਰਾ ਜ਼ੋਰ ਲਾ ਰੱਖਿਆ ਹੈਗਾ ਕਮਲਦੀਪ ਕੌਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਲਈ, ਔਰ ਉਹ ਜਾ ਕੇ ਥਾਂ ਥਾਂ ਕਹਿ ਰਿਹਾ ਕਿ ਦੇਖੋ ਜੀ, ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਮੈਂ ਕਿਹਾ ਸੀਗਾ ਕਿ 2024 ਚ ਅਸੀਂ ਤੁਹਾਨੂੰ ਜਿੱਥੋਂ ਕਹੋਗੇ ਉੱਥੋਂ ਲੜਾ ਦਿਆਂਗੇ, ਐਤਕੀ ਤੁਸੀਂ ਬੰਦੀ ਸਿੰਘਾਂ ਦੇ ਪਰਿਵਾਰ ਦੇ ਲਈ ਜਿਹੜੀ ਇਹ ਸੀਟ ਆ ਉਹ ਛੱਡ ਦਿਓ। ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਬੋਲਣ ਦਾ ਗਿੱਲ ਸਾਹਿਬ ਉਹ ਜ਼ਿਆਦਾਤਰ ਸਿਮਰਜੀਤ ਸਿੰਘ ਮਾਨ ਤੇ ਹੀ ਰਹਿੰਦਾ ਹੈਗਾ ਬਹੁਤੀਆਂ ਸਟੇਜਾਂ ਦੇ ਉੱਤੇ, ਔਰ ਇਹਦੇ ਤੋਂ ਫਿਰ ਸਵਾਲ ਵੀ ਉੱਠਦਾ ਹੈਗਾ ਕਿ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਉਹਨਾਂ ਬੋਲਦੇ, BJP ਦੇ ਖਿਲਾਫ ਨਹੀਂ ਉਹਨਾਂ ਬੋਲਦੇ, ਕਾਂਗਰਸ ਦੇ ਖਿਲਾਫ ਨਹੀਂ ਉਹਨਾਂ ਬੋਲਦੇ, ਜਿੰਨਾ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਮਸਲੇ ਦੇ ਉੱਤੇ ਬੋਲ ਜਾਂਦੇ ਨੇ। ਉੱਧਰੋਂ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਵੀ ਜ਼ੋਰ ਲਾਇਆ ਹੋਇਆ, ਉਹ ਲਗਾਤਾਰ ਆਪਦੀ ਚੋਣ ਮੁਹਿੰਮ ਆ ਜਿਹੜੀ ਚਲਾ ਰਹੇ ਨੇ, ਬੜੇ ਗਿੱਲ ਸਾਹਿਬ ਕੀ ਨਰਮਈ ਦੇ ਨਾਲ ਉਹਨਾਂ ਦੇ ਵੱਲੋਂ ਚੋਣ ਮੁਹਿੰਮ ਚਲਾਈ ਜਾ ਰਹੀ ਆ। 1999 ਦੇ ਵਿੱਚ ਉਹਨਾਂ ਦੇ ਨਾਲ ਚੋਣ ਜਿੱਤੇ ਸੀਗੇ ਇਸੇ ਸੰਗਰੂਰ ਲੋਕ ਸਭਾ ਸੀਟ ਤੋਂ ਬਰਨਾਲਾ ਦੇ ਲੀਡਰ ਰਾਜਦੇਵ ਸਿੰਘ ਖਾਲਸਾ। ਉਦੋਂ ਬਾਅਦ ਇਹਨਾਂ ਦੀ ਆਪਸ ਦੇ ਵਿੱਚ ਦੋਨਾਂ ਦੀ ਵਿਗੜ ਗਈ ਸੀ। 1999 ਵਾਲੀ ਚੋਣ ਦੋਨੇ ਜਿੱਤੇ ਸੀ, ਸਿਮਰਜੀਤ ਸਿੰਘ ਮਾਨ ਤਰਨਤਾਰਨ ਤੋਂ ਜਿੱਤੇ ਸੀ, ਰਾਜਦੇਵ ਸਿੰਘ ਖਾਲਸਾ ਜਿੱਤੇ ਸੀ ਸੰਗਰੂਰ। ਲੇਕਿਨ ਹੁਣ ਇੰਨੇ ਸਾਲਾਂ ਬਾਅਦ ਫਿਰ ਦੋਨੇ ਇਕੱਠੇ ਹੋ ਗਏ ਔਰ ਰਾਜਦੇਵ ਸਿੰਘ ਖਾਲਸਾ ਵੀ ਉਹਦੇ ਪੱਖ ਦੇ ਵਿੱਚ ਸਿਮਰਜੀਤ ਸਿੰਘ ਮਾਨ ਦੇ ਨਿਕਲੇ ਆਏ। ਤਾਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ, ਔਰ ਉਹ ਜਿੱਥੇ ਕਾਂਗਰਸ ਦੇ ਉੱਤੇ ਬੋਲ ਰਹੇ ਨੇ, ਆਮ ਆਦਮੀ ਪਾਰਟੀ ਤੇ ਬੋਲ ਰਹੇ, ਉੱਥੇ ਸੁਖਬੀਰ ਬਾਦਲ ਹੋਰਾਂ ਤੇ ਬੋਲ ਰਹੇ। ਉਹ ਕਹਿੰਦੇ ਪਹਿਲਾਂ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਜਾਣੇ ਨੂੰ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾ ਦੇਣ, ਇੱਕ ਜਾਣੇ ਨੂੰ SGPC ਦਾ ਪ੍ਰਧਾਨ ਲਾ ਦੇਣ, ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾ ਦੇਣ, ਫਿਰ ਉਸ ਤੋਂ ਬਾਅਦ ਮੇਰੇ ਨਾਲ ਆ ਕੇ ਗੱਲ ਕਰਨ। ਕਹਿੰਦੇ ਮੈਨੂੰ ਕਹਿਣ ਆਏ ਸੀਗੇ ਵੀ ਤੁਸੀਂ ਬੈਠ ਜਾਓ ਔਰ ਆਪਾਂ ਬੰਦੀ ਸਿੰਘਾਂ ਦੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਖੜਾ ਕਰਦੇ ਹਾਂ। ਤਾਂ ਆਪ ਤਾਂ ਉਹ ਕਹਿੰਦੇ ਉਹਦੇ ਲਈ ਬੈਠੇ ਨੇ, ਔਰ ਮੈਨੂੰ ਇਹ ਕਹਿਣ ਆਏ ਸੀਗੇ, ਇਹ ਸਿਮਰਜੀਤ ਸਿੰਘ ਮਾਨ ਹੋਰੀ ਬੋਲ ਰਿਹਾ। ਉਧਰੋਂ ਕਾਂਗਰਸ ਨੇ ਵੀ ਜ਼ੋਰ ਲਾ ਰੱਖਿਆ, ਰਾਜਾ ਵੜਿੰਗ ਲਗਾਤਾਰ ਚੋਣ ਪ੍ਰਚਾਰ ਕਰ ਰਿਹਾ ਹੈਗਾ। ਉਹਨੂੰ ਲੱਗਦਾ ਹੈਗਾ ਕਿ ਜੇ ਉਹ ਚੰਗੀ ਵੋਟ ਬੈਂਕ ਲੈ ਜਾਂਦੇ ਨੇ ਤਾਂ ਉਹਦੀ ਪ੍ਰਧਾਨਗੀ ਬਣੀ ਰਹੂ, ਨਹੀਂ ਤਾਂ ਜਿੰਨੇ ਕਾਂਗਰਸੀ ਛੱਡ ਜਾਈ ਜਾਂਦੇ ਨੇ ਭਾਜਪਾ ਕਣੀ ਨੂੰ, ਤੇ ਰਾਜੇ ਵੜਿੰਗ ਦੀ ਪ੍ਰਧਾਨਗੀ ਖੜਾਉਣੀ ਔਖੀ ਹੋ ਗਈ ਸੰਗਰੂਰ ਵਾਲੀ ਚੋਣ ਤੋਂ ਬਾਅਦ। ਉਧਰੋਂ ਗੋਲਡੀ ਨੇ ਪੂਰਾ ਜ਼ੋਰ ਲਾਇਆ ਹੋਇਆ, ਪਰ ਐਤਕੀ ਉਹਦੀ ਧਰਮ ਪਤਨੀ ਪਹਿਲਾਂ ਵਾਲੇ ਜੋਸ਼ 'ਚ ਨਹੀਂ ਨਜ਼ਰ ਆਉਂਦੀ। ਪਹਿਲਾਂ ਤਾਂ ਉਹ ਜਦੋਂ ਭਗਵੰਤ ਮਾਨ ਖਿਲਾਫ ਚੋਣ ਲੜਦੇ ਸੀ ਉਹ ਤੇਜ਼ੀ ਦੇ ਨਾਲ ਬੋਲਦੀ ਹੁੰਦੀ ਸੀਗੀ। ਖੈਰ, ਉਧਰੋਂ ਗਿੱਲ ਸਾਹਿਬ ਗੱਲਬਾਤ ਕਰੀਏ BJP ਦੀ, ਤਾਂ BJP ਅਸਲ ਦੇ ਵਿੱਚ ਢੀਂਡਸਿਆਂ ਦੇ ਨਾਲ ਮਿਲ ਕੇ ਔਰ ਬਾਕੀ ਜਿਹੜੇ ਇਹਨਾਂ ਦੀ ਪਾਰਟੀ ਦਾ ਸਾਰਾ ਢਾਂਚਾ ਹੈਗਾ ਉਹਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੀ ਹੋਈ ਆ। ਪਰ BJP ਦੇ ਜਿਹੜੇ ਪੁਰਾਣੇ ਲੀਡਰ ਨੇ ਉਹ ਕਹਿੰਦੇ ਅੰਦਰੋਂ ਅੰਦਰੀ ਗੁੱਸੇ ਨੇ। BJP ਦੇ ਪੁਰਾਣੇ ਲੀਡਰ ਗਰੇਵਾਲ ਵਰਗੇ ਹੋਰ ਉਹ ਇਸ ਗੱਲੋਂ ਵੀ ਔਖੇ ਨੇ। ਉਹ ਕਹਿੰਦੇ ਜਦੋਂ ਤਾਂ ਕਿਸਾਨ ਮਗਰ ਪੈਂਦੇ ਹੁੰਦੇ ਸੀਗੇ ਡਾਂਗਾ ਲੈ ਕੇ, ਜਦੋਂ ਤਾਂ ਮੁਰਦਾਬਾਦ ਦੇ ਨਾਅਰੇ ਲੱਗਦੇ ਹੁੰਦੇ ਸੀ, ਉਦੋਂ ਤਾਂ ਆਪਾਂ 2.5 ਜਾਣੇ ਸੀ। ਹੁਣ ਕਹਿੰਦੇ ਜਦੋਂ ਵੋਟਾਂ ਲੈਣੀਆਂ ਨੇ, ਜਦੋਂ ਹੁਣ ਚੋਣਾਂ ਲੜਨੀਆਂ ਨੇ, ਉਦੋਂ ਕਹਿੰਦੇ ਕੋਈ ਕਾਂਗਰਸ ਕਣੀਓ ਆਈ ਜਾਂਦਾ, ਕੋਈ ਅਕਾਲੀਆਂ ਕਣੀਓ ਆਈ ਜਾਂਦਾ, ਆਪਾਂ ਨੂੰ ਪਿੱਛੇ ਧੱਕੀ ਜਾਂਦੇ ਨੇ, ਨਵੇਂ ਆਈ ਜਾਂਦੇ ਨੇ। ਉਦੋਂ ਕਹਿੰਦੇ ਜਦੋਂ ਜੁੱਤੀਆਂ ਪੈਣੀਆਂ ਸੀ ਉਦੋਂ ਇਹ ਦੂਜੇ ਪਾਸੇ ਖੜੇ ਸੀਗੇ। ਤਾਂ ਕਿਤੇ ਨਾ ਕਿਤੇ ਉਹ ਇਸ ਰੂਪ ਦੇ ਵਿੱਚ ਨਾਰਾਜ਼ ਵੀ ਨੇ। ਪਰ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਇਹ ਬਹੁਤ ਸਵਾਲ ਖੜੇ ਕਰ ਰਹੀ ਆ। ਸੰਗਰੂਰ ਲੋਕ ਸਭਾ ਜਿਮਨੀ ਚੋਣ ਦੇ ਲਈ
ਬੀਜੇਪੀ ਨੇ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ, ਪਰ ਕੈਪਟਨ ਅਮਰਿੰਦਰ ਸਿੰਘ ਅਜੇ ਤੱਕ ਵੀ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਨਹੀਂ ਨਿਕਲੇ। ਹਾਲਾਂਕਿ ਉਹਨਾਂ ਦਾ ਪਟਿਆਲਾ ਤੇ ਸੰਗਰੂਰ ਨਾਲ ਪੈਂਦੇ ਨੇ, ਔਰ ਇਸ ਏਰੀਏ ਦੇ ਵਿੱਚ ਸੰਗਰੂਰ, ਬਰਨਾਲਾ, ਮਲੇਰਕੋਟਲਾ ਦੇ ਵਿੱਚ ਉਹਨਾਂ ਦਾ ਪ੍ਰਭਾਵ ਵੀ ਪੁਰਾਣੇ ਕਾਂਗਰਸੀਆਂ ਦੇ ਉੱਤੇ ਹੈਗਾ ਗਾ। ਤਾਂ ਲੇਕਿਨ ਕੈਪਟਨ ਅਮਰਿੰਦਰ ਸਿੰਘ ਅਜੇ ਤੱਕ ਚੁੱਪ ਨਜ਼ਰ ਆ ਰਹੇ ਨੇ, ਜਾਂ ਤਾਂ ਉਹ ਕਿਸੇ ਵੱਡੇ ਅਹੁਦੇ ਦੀ ਝਾਕ ਦੇ ਵਿੱਚ ਨੇ, ਜਾਂ ਫਿਰ ਕੋਈ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਜਿਹੜੀ ਜ਼ਾਹਰ ਹੋ ਸਕਦੀ ਹੈਗੀ। ਉਹ ਉਹਨਾਂ ਦੀ ਚੁੱਪ ਕਈ ਸਵਾਲ ਖੜੇ ਕਰ ਰਹੀ ਹੈ। ਬਾਕੀ 5 ਧਿਰੀ ਮੁਕਾਬਲਾ ਜੀ, 5 ਧਿਰਾਂ ਦੇ ਵੱਲੋਂ ਜ਼ੋਰ ਲਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਭਾਰੂ ਰੂਪ ਦੇ ਵਿੱਚ ਜਿਹੜੀ ਹੈਗੀ ਉਹ ਆਪਦੀ ਪੂਰੀ ਲੀਡਰਸ਼ਿਪ ਝੋਕ ਰਹੀ ਹੈਗੀ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਸਿਮਰਜੀਤ ਸਿੰਘ ਮਾਨ, ਬੀਜੇਪੀ ਔਰ ਕਾਂਗਰਸ, ਇਹ 5 ਧਿਰਾਂ ਚੋਣ ਮੈਦਾਨ ਦੇ ਵਿੱਚ ਨੇ ਮੇਨਲੀ ਜੀ। ਆੜਤੀਆਂ ਦਾ ਕੀ ਚੱਕਰ ਪੈ ਗਿਆ ਜੀ ਮੋਗੇ ਸਰਕਾਰ ਨਾਲ? ਆੜਤੀਆਂ ਦਾ ਗੱਲ ਸਾਹਿਬ ਇਹ ਚੱਕਰ ਪੈ ਗਿਆ ਵੀ ਜਿਹੜੀ ਮੂੰਗੀ ਦੇ ਉੱਤੇ ਇਸ ਵਾਰ MSP ਦੇ ਉੱਤੇ ਮੂੰਗੀ ਖਰੀਦੀ ਜਾ ਰਹੀ ਆ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਮਿਲ ਕੇ, ਕਿਉਂਕਿ ਕੇਂਦਰ ਸਰਕਾਰ ਹੀ ਮੇਨਲੀ ਲਊਗੀ ਮੂੰਗੀ ਦੇ ਉੱਤੇ ਪਹਿਲੀ ਵਾਰ MSP ਦਿੱਤੀ ਗਈ ਹੈ ਇੰਨੇ ਸਮੇਂ ਬਾਅਦ, ਤਾਂ ਉਹਦੇ ਚੋਂ ਆੜਤੀਏ ਬਾਹਰ ਕਰਤੇ। ਹੁਣ ਆੜਤੀਏ ਦਾ ਕੋਈ ਵਿੱਚ ਲੈਣਾ ਦੇਣਾ ਨਹੀਂ ਹੈ, ਸਿੱਧਾ ਮਾਰਕਫੈੱਡ ਖਰੀਦੂ। ਕਿਸਾਨ ਵੇਚ ਰਿਹਾ, ਸਰਕਾਰ ਖਰੀਦ ਰਹੀ, ਆੜਤੀਏ ਵਿੱਚ ਹੈ ਨਹੀਂ। ਯਾਨੀ ਜਿਹੜਾ ਆੜਤੀਏ ਨੂੰ ਕਮਿਸ਼ਨ ਮਿਲਣਾ ਉਹ ਨਹੀਂ ਮਿਲਣਾ। ਨਹੀਂ ਤਾਂ ਜਿਵੇਂ ਕਣਕ, ਝੋਨਾ ਖਰੀਦਿਆ ਜਾਂਦਾ ਗਾ, ਉਹਦੇ 'ਚ ਬਾਇਆ ਆੜਤੀਆ ਖਰੀਦਿਆ ਜਾਂਦਾ, ਚਾਹੇ ਸਰਕਾਰ ਖਰੀਦਦੀ ਆ, ਸਰਕਾਰ ਦੀਆਂ ਏਜੰਸੀਆਂ FCI ਜਾਂ ਮਾਰਕਫੈੱਡ ਵਰਗੀਆਂ ਕਣਕ, ਝੋਨਾ ਖਰੀਦਦੀਆਂ ਨੇ, ਤਾਂ ਉਹਦੇ 'ਚੋਂ ਵੀ ਆੜਤੀਏ ਨੂੰ ਉਹਦਾ ਬਣਦਾ ਕਮਿਸ਼ਨ ਮਿਲਦਾ, ਬਾਇਆ ਆੜਤੀਆ ਖਰੀਦਦੀਆਂ। ਪਰ ਇਹ ਪਹਿਲੀ ਵਾਰ ਹੋਇਆ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਆੜਤੀਏ ਨੂੰ ਪਿੱਛੋਂ ਬਾਹਰ ਕੱਢਤਾ, ਔਰ ਇੱਕ ਕੋਆਪਰੇਟਿਵ ਸੁਸਾਇਟੀਆਂ ਦੀ ਮਦਦ ਦੇ ਨਾਲ ਸਿੱਧਾ ਮਾਰਕਫੈੱਡ ਖਰੀਦੂਗਾ। ਹੁਣ ਆੜਤੀਏ ਪ੍ਰੋਟੈਸਟ ਕਰ ਰਹੇ ਨੇ। ਅੱਜ ਮੋਗੇ 'ਚ ਇਹਨਾਂ ਨੇ ਬਹੁਤ ਵੱਡੀ ਰੈਲੀ ਕੀਤੀ ਹੈ, ਬਹੁਤ ਵੱਡਾ ਇਕੱਠ ਕੀਤਾ ਹੈ, ਔਰ ਲਗਾਤਾਰ ਉਹ ਕਹਿੰਦੇ ਜੀ ਮੰਡੀਆਂ ਬੰਦ ਕਰ ਦਿਆਂਗੇ, ਅਸੀਂ ਹੜਤਾਲ ਤੇ ਚਲੇ ਜਾਵਾਂਗੇ, ਅਸੀਂ ਸਰਕਾਰ ਨੂੰ ਘੇਰਾਂਗੇ। ਉਹ ਕਹਿੰਦੇ ਆ ਵੀ ਸਾਨੂੰ ਸਾਡਾ ਕਮਿਸ਼ਨ ਮਿਲੇ। ਤੋ ਸਰਕਾਰ ਅਸਲ ਦੇ ਵਿੱਚ ਇਸ ਗੱਲ ਦੇ ਉੱਤੇ ਹੈ ਕਿ ਜਦੋਂ ਸਰਕਾਰ ਨੇ ਖਰੀਦਣੀ ਹੈ, ਕਿਸਾਨ ਨੇ ਵੇਚਣੀ ਹੈ, ਤੁਸੀਂ ਮਤਲਬ ਰੈਸਟ ਕਰੋ ਘਰੇ, ਕਣਕ ਝੋਨੇ ਵੇਲੇ ਆ ਜਾਓ ਜੀ। ਧੰਨਵਾਦ ਜੀ। ਹੁਣ ਸੋਮਵਾਰ ਨੂੰ ਹੋਏਗੀ ਮੁਲਾਕਾਤੀ ਤੁਹਾਡੇ ਨਾਲ। ਆਪਣਾ ਖਿਆਲ ਰੱਖਿਓ ਤੇ ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ। ਸਰਦਾਰ ਨਵਕਿੰਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ। ਇੱਕ ਜਾਣਕਾਰੀ ਤੁਹਾਨੂੰ ਦੇਣੀ ਹੈ ਜਿਹਦੇ ਥਰੂ ਆਪ ਜਾਣਨਾ ਨਾ ਮੈਨੂੰ ਐ ਹੁੰਦਾ ਵੀ ਤੁਹਾਨੂੰ ਯਾਰ ਦੱਸ ਦੇਵਾਂ। ਮਰਸੀਡੀਜ਼ ਦੀਆਂ 2009 ਤੋਂ 2015-16 ਤੱਕ ਦੀਆਂ ਜਿਹੜੀਆਂ ਕਾਰਾਂ ਨੇ, ਜਿਨ੍ਹਾਂ ਦੇ ਵਿੱਚ AdBlue ਪੈਂਦਾ, ਡੀਜ਼ਲ ਵਾਲੀਆਂ, ਜਿਹਦੇ 'ਚ ਯੂਰੀਆ ਆਪਣਾ ਸ਼ਬਦ ਹੈ ਇੱਕ, ਉਹ ਲਿਕੁਇਡ ਪੈਂਦਾ, ਨਾਲ ਜਿਹਦਾ ਨੀਲਾ, ਜਿੱਥੇ ਡੀਜ਼ਲ ਪਾਉਂਦੇ ਆ ਨਾਲ ਛੋਟਾ ਜਿਹਾ ਨੀਲਾ ਇੱਕ ਢੱਕਣ ਹੋਰ ਆ, ਉਹਦੇ 'ਚ AdBlue ਪੈਂਦਾ, ਜਿਹੜਾ ਉਹ ਬੇਸਿਕਲੀ ਤੁਹਾਡਾ ਧੂੰਆਂ ਸਾਫ਼ ਕਰਨ ਦੇ ਲਈ ਉਹ ਸਮਾਨ ਪੈਂਦਾ। ਉਹ ਇੱਕ ਕਿਸਮ ਦਾ ਬਰਨਰ ਹੈ, ਉਹ ਇੱਕ ਫਿਊਲ ਹੈ ਜਿਹੜਾ ਥੱਲੇ ਮਫਲਰ ਦਾ ਸਿਸਟਮ ਹੈ, ਜਿਹੜਾ ਟਰੱਕਾਂ 'ਚ ਵੀ ਲੱਗਦਾ ਹੈ, ਜਿਸ 'ਚ ਥੋੜ੍ਹਾ ਕਾਰਬਨ ਇਕੱਠਾ ਹੋ ਕੇ ਫਿਰ ਉਹ ਭੱਠੀ ਵਲਦੀ ਆ, ਉਹਨੂੰ ਅੱਗ ਲੱਗਦੀ ਆ ਅਤੇ ਉਹਨੂੰ ਸਾੜਦੇ ਆ। ਉਹ ਡੀਜ਼ਲ ਵਾਲੀਆਂ ਗੱਡੀਆਂ ਜਿਹੜੇ ਬੰਦੇ ਨੇ ਲੋਕਲ ਚਲਾਉਣੀਆਂ ਨੇ 10-15-20 ਕਿਲੋਮੀਟਰ 'ਚ, AdBlue ਜਿਹਦੇ 'ਚ ਸਿਸਟਮ ਪੈਂਦਾ, ਡੀਜ਼ਲ ਗੱਡੀ ਨਾ ਲਿਓ ਕਦੇ ਵੀ। ਜੇ ਤੁਸੀਂ ਉਹਨੂੰ ਹਾਈਵੇ 'ਤੇ ਲੈ ਕੇ ਜਾਣਾ ਹੈ, ਜਾਂ ਜੇ ਲੈ ਲਈ ਤਾਂ ਹਾਈਵੇ 'ਤੇ ਲੈ ਕੇ ਜਾਓ, ਜਿਹੜੀ ਪੰਜਾਬੀ ਦਾ ਇੱਕ ਸ਼ਬਦ ਆ ਉਹ ਖਿੱਚੀ ਜਾਵੇ, ਉਹ ਇੱਕ ਸਰਟਨ ਟੈਂਪਰੇਚਰ 'ਤੇ ਜਾ ਕੇ ਉਹ ਸਿਸਟਮ ਔਨ ਹੋਵੇ, ਉਹ ਅੱਗ ਲੱਗੇ ਅਤੇ ਕਾਰਬਨ ਉਹ ਖਤਮ ਹੋਵੇ। ਟਰੱਕਾਂ ਨੂੰ ਵੀ ਇਸ਼ੂ ਆ ਰਿਹਾ। ਉਹ ਖੈਰ ਟਰੱਕ ਤਾਂ ਫਿਰ ਵੀ ਗਰਮ ਹੋ ਜਾਂਦੇ ਨੇ, ਬੜਾ ਪੁੱਲ ਕਰਦੇ ਆ। ਜਿਹੜੀਆਂ ਡੀਜ਼ਲ ਗੱਡੀਆਂ, ਉਹਨਾਂ ਦਾ ਸਿਸਟਮ ਜਿਹੜਾ ਸੁੱਟ ਹੈ ਥੱਲੇ, ਉਹ ਡੀਜ਼ਲ ਦੇ ਉਸ ਕਾਰਬਨ ਨਾਲ ਭਰ ਜਾਂਦਾ ਹੈ, ਧੂਏ ਦੇ ਨਾਲ। ਸਿਸਟਮ ਇਗਨਾਈਟ ਨਹੀਂ ਹੁੰਦਾ, ਕਿਉਂਕਿ ਤੁਸੀਂ ਲੋਕਲ 10-12 ਕਿਲੋਮੀਟਰ ਤੱਕ ਰਹੇ ਨੇ। ਆਪਾਂ ਟਰੱਕ ਤਾਂ ਵਧੀਆ ਲੈ ਕੇ ਦਿੰਦੇ ਹਾਂ ਪਰਿਵਾਰਾਂ ਨੂੰ ਵੀ, ਬੜੇ ਲੈ ਦਿਓ, GLS ਲੈ ਦਿਓ, ML ਲੈ ਦਿਓ, ਸਰਦਾਰਨੀਆਂ ਚਲਾਉਣ, ਪਰ ਉਹ 10 ਕਿਲੋਮੀਟਰ ਫਰੂਟੀ ਕਹਿਣਾ, ਗੁਰਦੁਆਰਾ ਮੱਥਾ ਤੇ ਕੱਪੜਾ ਇਹ ਉਹ 10 ਕਿਲੋਮੀਟਰ ਦੇ ਘੇਰੇ 'ਚੋਂ ਗਰਮ ਨਹੀਂ ਹੁੰਦੇ ਟਰੱਕ। ਇਵੈਂਚੁਅਲੀ ਉਹ 'ਚ ਮੌਲ ਫੰਕਸ਼ਨ ਆਉਂਦੇ ਨੇ ਅਤੇ ਤੁਹਾਨੂੰ ਇੱਕ ਸਿਸਟਮ ਦੇ ਵਿੱਚ ਆ ਜਾਂਦਾ ਵੀ ਤੇਰੇ ਕੋਲ ਸਿਰਫ 10 ਸਟਾਰਟ ਰਹਿ ਗਏ ਗੱਡੀ ਦੇ, 10 ਵਾਰ ਇਹ ਸਟਾਰਟ ਹੋਣੀ ਹੈ, ਇਹ ਇੰਜਨ ਲਾਈਟ ਆ ਜਾਂਦੀ ਹੈ ਅਤੇ 10 ਵਾਰ ਉਹ ਸਟਾਰਟ ਨਹੀਂ ਹੁੰਦੀ। ਉਹ ਵੀ ਖਿਆਲ ਰੱਖਣਾ। ਪਹਿਲਾਂ AdBlue ਜਿਹੜਾ ਉਹ ਪਾਉਂਦੇ ਰਹਿਣਾ, ਉਹਦਾ ਖਿਆਲ ਰੱਖਣਾ। ਜਾਂ ਡੀਜ਼ਲ ਜਿੱਦਣ ਸਰਵਿਸ ਕਰਾਉਣ ਜਾਂਦੇ ਹੋ, ਉਹ 10-15 ਲੀਟਰ ਜਿਹੜਾ ਮਿਲਦਾ ਉਹ ਪਾ ਦੇਣਾ।
ਇਹ ਜ਼ਰੂਰੀ ਹੈ। ਜੇ ਉਹ ਤੋਂ ਬਿਨਾਂ ਤੁਹਾਡਾ ਟਰੱਕ ਚੱਲ ਗਿਆ, ਕਾਰਬਨ ਜਮ੍ਹਾਂ ਹੋ ਗਿਆ, ਖਤਮ। ਇਹਦੇ ਥਰੂ ਮੈਂ ਪਿਛਲੇ ਦਿਨੀਂ ਗਿਆ ਅਤੇ ਇਸ ਟਰੱਕ ਨੂੰ ਇਹ ਇਸ਼ੂ ਆ ਗਿਆ ਅਤੇ ਚਲੋ ਬਹੁਤ ਸਿਆਣੇ ਜਿਹੜੇ ਕਈ ਜਿਹੜੇ ਵਧੀਆ ਜਿਹੜੇ ਤੁਹਾਡੇ ਮਕੈਨਿਕ ਨੇ, ਜਿਹੜੇ ਦਿਲ ਦੇ ਸਾਫ਼ ਨੇ, ਜਿਹੜੇ ਉਹ ਤੁਹਾਨੂੰ ਦੱਸ ਦਿੰਦੇ ਆ, ਸਲਾਹ ਦਿੰਦੇ। ਅਤੇ ਪਤਾ ਜਦ ਉਹਨਾਂ ਮਕੈਨਿਕਸ ਨੇ ਟਰੱਕ ਨੂੰ ਚੈੱਕ ਕੀਤਾ, ਉਹ ਕਹਿੰਦੇ ਤਾਂ ਰੀਕਾਲ ਦੇ ਵਿੱਚ ਸਿਸਟਮ ਦੇ ਵਿੱਚ ਇਹ ਪ੍ਰੋਬਲਮ ਹੈ। $2 ਬਿਲੀਅਨ ਦਾ ਕੇਸ ਲੋਕ ਜਿੱਤੇ ਹੋਏ ਨੇ ਮਰਸੀਡੀਜ਼ 'ਤੇ, ਬਈ ਇਹਨਾਂ ਨੇ ਗਲਤ ਰਿਪੋਰਟ ਦੇ, ਜਿਵੇਂ ਵੌਕਸਵੈਗਨ ਦੀ ਨੂੰ ਪਿਆ ਨਾ ਜੁਰਮਾਨਾ ਅਮਰੀਕਾ 'ਚ, ਵੀ ਤੁਸੀਂ ਜਿਹੜੀਆਂ ਕਹਿ ਰਹੇ ਹੋ ਨਾ ਵੀ ਇੰਨਾ ਇਹ ਧੂੰਆਂ ਕੱਢਦੀ ਹੈ, ਜੇ ਕੱਢਦੀ ਆ, ਝੂਠ ਹੈ। ਇਉਂ ਹੀ 2009 ਤੋਂ 2015-16 ਤੱਕ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ ਨੇ, ਜੇ ਉਹਦੇ 'ਚ ਕੋਈ ਇਹੋ ਜਿਹੀ ਨੁਕਸ ਪੈਂਦਾ ਜਿਹਦੇ 'ਚ ਉਹ ਕਹਿੰਦੇ ਵੀ ਹੁਣ ਇੰਨਾ ਹੀ ਸਟਾਰਟ ਹੋਊ, ਬਸ AdBlue ਦਾ ਇਸ਼ੂ, ਉਹ ਤੁਹਾਡੇ ਰੀਕਾਲ ਦੇ ਵਿੱਚ ਨੇ। ਪਰ ਦੁੱਖ ਦੀ ਕਹਾਣੀ ਇਹ ਹੈ, ਤੁਹਾਡੀਆਂ ਜਿਹੜੀਆਂ ਕੰਪਨੀ ਵੱਡੀ ਆ, ਤੁਹਾਨੂੰ ਇਸ ਦੀ ਚਿੱਠੀ ਨਹੀਂ ਪਾਉਂਦੀ, ਕਿਉਂਕਿ ਉਹ 'ਤੇ $5-6 ਹਜ਼ਾਰ ਦਾ ਖਰਚਾ ਹੈ ਉਹ ਸਿਸਟਮ ਬਦਲਣ ਲਈ। ਕਈ ਤਾਂ ਉਹ ਹੁਣ AdBlue ਦਾ ਸਿਸਟਮ ਹੀ ਕਢਾਉਣ ਲੱਗ ਗਏ। ਉਹ ਕਹਿੰਦੇ ਵਿੱਚੋਂ ਫਾਹਾ ਵੱਢੋ, ਇਹਦਾ ਕੰਪਿਊਟਰ ਨੂੰ ਇੱਕ ਕਮਾਂਡ ਦੇ ਕੇ ਉਹਦਾ ਸਿਸਟਮ ਹੀ ਕੱਢ ਦਿੰਦੇ ਨੇ, ਵਿੱਚੋਂ ਸਿਸਟਮ ਨੂੰ ਹੀ ਕੱਢ ਦਿੰਦੇ ਆ। ਪਰ ਉਹ ਸਿਸਟਮ ਕੱਢਿਆ, ਜਾਂ ਤੁਸੀਂ ਕਿਤੇ ਟਰੱਕ ਵੇਚਣੀ ਆ, ਕਾਰ ਵੇਚਣੀ ਆ, ਉਹ ਥੱਲਿਓਂ ਤੁਹਾਡਾ ਸਿਸਟਮ ਕੱਟਿਆ ਹੋਇਆ, ਬੈਲਡ ਹੋਇਆ ਦਿਖਦਾ, ਅਤੇ ਉਹ ਇਹਦੇ 'ਤੇ $5-6 ਹਜ਼ਾਰ ਲੱਗਦਾ। ਸਿਸਟਮ ਕੱਢਣ ਲਈ $2-2.5 ਹਜ਼ਾਰ ਲੱਗਦਾ, ਫਿਰ ਉਹਦਾ AdBlue ਵਾਲਾ ਸਿਸਟਮ ਖਤਮ ਹੋ ਜਾਂਦਾ। ਪਰ ਜਿਨ੍ਹਾਂ ਕੋਲ 2010 ਤੋਂ 2016 ਤੱਕ ਕੋਈ ਵੀ ਮਰਸੀਡੀਜ਼ ਦੀ ਗੱਡੀ ਆ, ਉਹਨੂੰ ਇਹ ਸਿਸਟਮ ਦੀ ਕੋਈ ਮੁਸ਼ਕਲ ਆਈ ਹੈ AdBlue ਦੀ, ਇਹ ਰੀਕਾਲ 'ਤੇ ਹੈ। ਤੁਹਾਨੂੰ ਘਰ 'ਚ ਚਿੱਠੀ ਪਾਉਣੀ ਚਾਹੀਦੀ ਮਰਸੀਡੀਜ਼ ਨੇ, ਜਿਹੜੀ ਨਹੀਂ ਪਾਈ। ਸੋ ਇਸ ਨੂੰ ਲੋਕਲ ਆਪਣੀ ਡੀਲਰਸ਼ਿਪ 'ਤੇ ਲੈ ਕੇ ਜਾਓ, ਉਹ ਇਸ ਨੂੰ ਫ੍ਰੀ ਕਰਨਗੇ। ਉਹਨੂੰ ਗੂਗਲ ਕਰਕੇ ਇੱਕ ਆਰਟੀਕਲ ਹੈ ਇਹਦਾ ਰੀਕਾਲ ਦਾ, ਅਤੇ ਉਹ ਉਹਨਾਂ ਨੂੰ ਦਿਖਾਓ ਜਾ ਕੇ। ਬਹੁਤ ਮਹਿੰਗਾ ਹੈ ਸਿਸਟਮ। ਡੀਜ਼ਲ ਗੱਡੀਆਂ ਜਿਹੜੀਆਂ 'ਚ AdBlue ਸਿਸਟਮ ਨਾਲ ਪੈਂਦਾ, ਉਹ ਜਾਂ ਤਾਂ 15 ਦਿਨ ਬਾਅਦ ਉਹਦੀ ਧੁੱਕੀ ਕੱਢੀ ਜਾਵੇ, ਚਿਲਾ ਬੈਕ ਵਾਲੇ ਪਾਸੇ ਨੂੰ ਗਰਮੈਸ਼ 'ਚ ਲਿਆ ਕੇ ਉਹਦੇ 'ਚੋਂ ਸਿਸਟਮ ਉਹਦਾ ਬਰਨ ਕਰੇ ਉਹਦੇ ਵਿੱਚੋਂ। ਜਿਹੜਾ ਲੋਕਲ ਫਿਰਨਾ 10-12 ਕਿਲੋਮੀਟਰ, ਕਿਉਂਕਿ ਸਾਨੂੰ ਬਹੁਤ ਆ ਨਾ ਇਹ ਟਰੱਕ ਦਿੱਤੇ, ਪਹਿਲਾਂ ਇਹਦੇ ਪਿੱਛੇ ਪਏ ਸੀ, ਹੁਣ ਰੇਂਜ ਰੋਵਰ ਦੇ ਪਿੱਛੇ ਪਏ ਹੋਏ ਆ। ਰੇਂਜ ਰੋਵਰ ਕਮਲੀ ਕਰ ਲਈ ਹਰ ਇੱਕ ਇਕੱਠ 'ਚ। ਅੱਛਾ, ਹੁਣ ਅਗਲੀ ਜਿਹੜੇ 6-6, 7-7 ਲੱਖ ਵਾਲੇ ਰੋਲਸ ਰੋਇਸ ਦੇ ਲੈਣ ਲੱਗੇ ਸੀ, ਹੁਣ ਉਹ ਵੀ ਪਾਰਟੀਆਂ 'ਤੇ 6-6, 7-7 ਖੜ੍ਹੇ ਨੇ, ਉੱਧਰ ਵੀ ਬੱਸ ਕਰਾਤੀ। ਪਿਛਲੇ ਦਿਨ ਮੈਂ ਮਰਸੀਡੀਜ਼ 'ਤੇ ਗਿਆ ਸਰੀ ਵਾਲੀ 'ਤੇ ਉਹ ਧਨੋਆ ਸਾਹਿਬ ਨੇ ਪੁਰਾਣੇ, ਅਤੇ ਮੈਂ ਐਂਡੀ ਹੋਣੀ, ਮੈਂ ਕਿਹਾ ਕਿਵੇਂ ਆ, ਕਹਿੰਦਾ ਆ ਜਾਓ ਤੁਹਾਨੂੰ ਇੱਕ ਦਿਖਾਵਾਂ ਡਾਇਰੀ। ਉਹ 'ਚ ਜੀ ਵੈਗਨ ਜਿਹੜੀ 3.5 ਲੱਖ ਦੀ ਹੈ, ਉਹਦੇ 30 ਬੰਦਿਆਂ ਦੇ ਨਾਂ, 30 ਦੇ ਹੀ ਆਪਣੇ ਨਾਂ। ਉਹ ਕਹਿੰਦਾ ਇਹਨਾਂ ਨੂੰ 2025-26 ਤੱਕ ਮਿਲਣੀ ਆ ਗੱਡੀ ਜਾ ਕੇ। ਚਲੋ ਇਹ ਖੁਸ਼ੀ ਆ, ਜਾਂ ਤੁਸੀਂ ਕਮਾਈ ਕੀਤੀ ਤਾਂ ਤੁਸੀਂ ਇਹਨੂੰ, ਹਾਂ। ਪਰ ਜੇ ਇਹ ਆ ਵੀ ਚਲਾਉਣੀ ਦਾ ਪਤਾ ਨਹੀਂ, ਅੱਧੇ ਬਟਨਾਂ ਦਾ ਨਹੀਂ ਪਤਾ, ਪਰ ਭੂਆ ਦੇ ਮੁੰਡੇ ਨੇ ਲਈ ਆ, ਉਹਨੂੰ ਦਿਖਾਉਣੀ ਆ, ਫਿਰ ਇਹ ਚੀਜ਼ 'ਚੋਂ ਬਾਹਰ ਜਾਏ। ਪਰਸੋਂ ਨੂੰ ਭੂਆ ਦਾ ਮੁੰਡਾ ਜੈਟ ਲੈ ਲੂਗਾ 10 ਮਿਲੀਅਨ ਦਾ, ਫਿਰ ਕੀ ਕਰਾਂਗੇ? ਫਿਰ ਹੈਲੀਕਾਪਟਰ ਕਿੱਥੋਂ ਲਿਆਵਾਂਗੇ? ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਇਹ ਜਿਨ੍ਹਾਂ ਨੂੰ ਰੀਕਾਲ, ਮੈਨੂੰ ਇਹ ਹੁੰਦਾ ਵੀ ਜਿਹੜੀ ਮੈਨੂੰ ਮੁਸ਼ਕਿਲ ਆਈ ਮੈਂ ਤੁਹਾਨੂੰ ਦੱਸਾਂ, ਤੁਸੀਂ ਨਾ ਉਹ ਚੱਕਰ 'ਚ ਪਵੋ। ਇਹ ਰੀਕਾਲ ਦੇ ਉੱਪਰ ਹੈ। ਉਹ ਜੇ ਕਿਸੇ ਵੀ ਗੱਡੀ ਦੇ ਵਿੱਚ ਕੋਈ ਡੀਜ਼ਲ ਗੱਡੀ ਹੈ, ਉਹਨੂੰ ਕਹੋ ਕਿ ਵੀ ਆਹ ਸਾਡੀ ਆ ਮੁਸ਼ਕਿਲ ਜੇ ਉਹ ਆਈ ਆ, ਜਾ ਕੇ ਦਿਖਾਓ ਉਹਨੂੰ। ਉਹ ਦੱਸਦੇ ਨਹੀਂ ਤੁਹਾਨੂੰ। ਅਸਲ ਤਾਂ ਕਹਾਣੀ ਹੈ, ਤੁਹਾਨੂੰ ਚਿੱਠੀ ਆਉਣੀ ਚਾਹੀਦੀ ਹੈ ਰੀਕਾਲ ਦੀ, ਵੀ ਤੁਹਾਡੇ ਕੋਲ ਆਹ ਗੱਡੀ ਹੈ ਅਤੇ ਇਹਨੂੰ ਆ ਕੇ ਤੁਸੀਂ ਠੀਕ ਕਰਾਓ, ਪਰ ਉਹ ਦੱਸਦੇ ਨਹੀਂ ਤੁਹਾਨੂੰ। ਇੰਦਰਜੀਤ ਸਿੰਘ ਦਿਓਲ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਦਿਓਲ ਸਾਹਿਬ। ਹਾਂਜੀ, ਆਹ ਸਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਨਾ ਮੇਰੇ ਕੋਲ ਵੀ ਮਰਸੀਡੀਜ਼ ਦੀ ਸਪ੍ਰਿੰਟਰ ਆ ਜੀ। ਇਹ 2009 ਤੋਂ ਲੈ ਕੇ 15 ਤੱਕ, ਪਰ ਮੈਨੂੰ ਚਿੱਠੀ ਆ ਗਈ ਸੀ। ਵੈਰੀ ਗੁੱਡ। ਹਾਂਜੀ, ਇਹ ਉਹਨਾਂ ਨੇ ਕੀ ਕੀਤਾ ਜੀ, ਇੱਕ ਤਾਂ ਇਹਦਾ ਨੌਬ ਸੈਂਸਰ ਹੁੰਦੇ ਆ, ਨੌਕ ਸੈਂਸਰ ਕਹਿੰਦੇ ਆ, ਜਿਹੜੇ ਕਿ ਜਿਹੜਾ ਤੁਸੀਂ ਆ ਡੈਫ ਕਹਿੰਦੇ ਹੋ AdBlue, ਇਹਦੇ ਨਾਲ ਰਿਲੇਟਡ ਹੁੰਦੇ ਆ ਜੀ। ਇੱਕ ਤਾਂ ਉਹਨਾਂ ਨੇ ਜੀ ਨੌਬ ਸੈਂਸਰ ਚੇਂਜ ਕੀਤੇ ਨੇ। ਇੱਕ ਉਹਨਾਂ ਨੇ ਕੈਟਲਿਕ ਕਨਵਰਟਰ ਦਾ ਕੰਮ ਕੀਤਾ। ਇਹ ਜੀ ਲਾਅ ਸੂਟ ਹੋਇਆ ਵਾ $2 ਬਿਲੀਅਨ ਦਾ। ਯੈਸ। ਹਾਂਜੀ, ਉਹ ਫਿਰ ਜਦੋਂ ਤੁਸੀਂ ਕੰਮ ਕਰਾ ਲਿਆ, ਉਦੋਂ ਬਾਅਦ ਜਿਹੜਾ ਤੁਹਾਡਾ ਸਰਵਿਸ ਲੈਟਰ ਆ ਉਹ ਤੁਸੀਂ ਸਾਂਭ ਕੇ ਰੱਖਣਾ। ਹਾਂ, ਰਜਿਸਟਰ। ਤੁਸੀਂ ਮਈ 2023 ਤੋਂ ਪਹਿਲਾਂ ਤੁਸੀਂ
ਮਤਲਬ ਉਹ ਚ ਆਪਦਾ ਕਲੇਮ ਫਾਈਲ ਕਰਨਾ ਤੇ ਤੁਹਾਨੂੰ $2000 ਤੱਕ ਮਿਲ ਸਕਦਾ। ਹਾਂ, ਤੇ ਨੰਬਰ 2 ਇਹ ਫ੍ਰੀ ਕਰਦੇ ਆ ਤੁਹਾਡਾ, ਹਾਂਜੀ, ਤੇ 2000 ਤੇ 4 ਸਾਲ ਦੀ ਹੋਰ ਵਾਰੰਟੀ ਦਿੰਦੇ ਆ, ਤੇ 70000 ਕਿਲੋਮੀਟਰ ਦੀ ਜਿੱਦਣ ਉਹ ਚੇਂਜ ਕਰ ਦਿੰਦੇ ਆ। ਹਾਂਜੀ, ਇਹ ਫ੍ਰੀ ਕਰਦੇ ਆ ਤੇ ਨਾਲ ਗੱਡੀ ਮੈਂ ਕਿਹਾ ਵੀ ਧੋ ਕੇ ਵੀ ਦਿੰਦੇ ਆ। ਤੇ ਆਹ ਬਾਜੀ ਸਿਸਟਮ। ਤੇ ਇੱਕੋ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਜੀ, ਇਹ ਵੀ ਹੈ ਨਾ ਮੋਸਟਲੀ ਗੱਡੀਆਂ 'ਚ ਡੈਫ ਦੀ ਲਾਈਟ ਆ ਜਾਂਦੀ ਹੁੰਦੀ ਆ। ਇਹ ਤੁਸੀਂ ਜਿਵੇਂ ਹੁਣ ਆਪਾਂ ਏਜੰਸੀ 'ਚ ਮਹਿੰਗਾ ਪਾਉਂਦੇ, ਏਜੰਸੀ ਤੋਂ ਨਹੀਂ ਵੀ ਲੈਣਾ, ਲੋਡਕੋ ਤੋਂ ਕਿਤੋਂ ਵੀ ਲੈ ਕੇ ਪਾ ਲਓ, ਇਹ ਸੇਮ ਹੀ ਹੁੰਦਾ। ਜਦੋਂ ਆਪਾਂ ਖਾਸਾ ਟਾਈਮ ਨਹੀਂ ਪਾਉਂਦੇ ਫੇਰ ਉਹ ਜੀ ਦੱਸਣ ਲੱਗ ਜਾਂਦਾ ਵੀ ਤੁਹਾਡੀਆਂ 15 ਸਟਾਰਟ ਰਹਿ ਗਈਆਂ, ਤੁਹਾਡੀਆਂ 10 ਸਟਾਰਟ ਰਹਿ ਗਈਆਂ। ਬੜੀ ਡੇਂਜਰਸ ਆ ਜੀ ਕੰਮ। ਹਾਂ, ਫੇਰ ਤਾਂ ਜੀ ਉਹ ਜਮਾਂ ਹੀ ਫਿਰ ਹੋ ਜਾਂਦਾ। ਹੁਣ ਜਿਵੇਂ ਤੁਸੀਂ ਗੱਲ ਕਰਦੇ, ਹੁਣ ਕਈ ਤਾਂ ਜੀ ਇਹਨੂੰ ਮਤਲਬ ਆ ਨਾ ਆਪਣੇ ਡਾਊਨ ਟਾਊਨ 2-4 ਹੈਗੇ, ਉਹ 1000-1500 ਲੈ ਕੇ ਥੋੜਾ ਜਿਹੜਾ ਡੈਫ ਸਿਸਟਮ ਇਹਨੂੰ ਬਾਈਪਾਸ ਕਰ ਦਿੰਦੇ ਆ। ਹਾਂ, ਇਹ ਵੀ ਹੋ ਰਿਹਾ। ਪਰ ਉਹ ਮੈਂ ਰეკਮੈਂਡ ਕਰੂੰਗਾ, ਉਹ ਨਹੀਂ ਠੀਕ ਹੈ ਗੱਡੀ। ਹਾਂ, ਜਿਹਦੀ ਗੱਡੀ ਲੀਜ਼ ਤੇ ਆ ਉਹਨੂੰ ਤਾਂ ਜਮਾ ਹੀ ਨਹੀਂ ਕਰਾਉਣਾ ਚਾਹੀਦਾ ਜੀ। ਬਿਲਕੁਲ ਦਿਓਲ ਸਾਹਿਬ, ਜਿਹਦੀ ਗੱਡੀ ਲੀਜ਼ ਤੇ ਆ, ਕੋਈ ਲੀਜ਼ ਟੂ ਹੋਣਾ। ਥੈਂਕ ਯੂ ਸਰ, ਆਹੀ ਦੱਸਣਾ ਸੀ। ਕਿਉਂਕਿ ਉਹ ਵੱਡੀ ਮੁਸ਼ਕਲ ਹੈ, ਤੁਸੀਂ ਨਹੀਂ ਕਰ ਸਕਦੇ ਉਹਨੂੰ ਦੁਬਾਰਾ ਵੇਚਣਾ। ਉਹਨੂੰ ਉਹ এনवायरमेंट ਦੇ ਲਈ ਹੈ, ਵਾਤਾਵਰਨ ਲਈ। ਲਓ ਜੀ, ਆ ਗੱਲ ਤੁਹਾਨੂੰ ਕਹਿਣੀ, ਜਿਨ੍ਹਾਂ ਦੇ ਕੋਲੇ ਗੱਡੀਆਂ ਨੇ, ਜੇ ਰੀਕਾਲ ਨਹੀਂ ਵੀ ਆਈ, ਡੀਜ਼ਲ ਗੱਡੀਆਂ ਨੇ, ਲੋਕਲ ਏਜੰਸੀ ਨੂੰ ਕਹੋ ਆਪਣਾ ਨੇੜੇ ਦੀ ਨੂੰ, ਵੈਨਕੂਵਰ, ਰਿਚਮੰਡ, ਜਿੱਥੇ ਵੀ ਨੇ, ਵੀ ਭਾਈ ਆ ਸਾਨੂੰ ਚਿੱਠੀ ਨਹੀਂ ਆਈ, ਇਹਨੂੰ ਕਰਕੇ ਦਿਓ। ਸਰ ਯਾਦਵਿੰਦਰ ਸਿੰਘ ਸਿੱਧੂ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ। ਉਹ ਗਿੱਲ ਸਾਹਿਬ, ਇਹ ਜਿਹੜੀ ਹੈਗੀ ਮਸਤੀ ਕਾਰਾਂ ਬਾਰੇ ਤੁਸੀਂ ਦੱਸਿਆ ਨਾ ਜੀ, ਇਹ 2009 ਤੋਂ ਲੈ ਕੇ 2016 ਤੱਕ ਦੀਆਂ ਜਿੰਨੀਆਂ ਬਲੂ ਟਰੈਕ ਹੈਗੀਆਂ ਜੀ, ਇਹ ਸਾਰੀਆਂ ਅੰਡਰ ਰਿਕਾਲ ਹੈ। ਮੈਂ ਵੀ ਆਪਦੀ ਕਰਾ ਕੇ ਆਇਆ ਹੈਗਾ। ਇਹ ਸਾਰਿਆਂ ਨੂੰ ਤੁਸੀਂ ਦੱਸ ਦਿਓ ਵੀ ਡੀਲਰ ਕੋਲੇ ਜਾਣ, 4 ਹਫ਼ਤੇ ਲੈਂਦੇ ਆ, ਉਹਨੂੰ ਕਹਿੰਦੇ ਫੀਲਡ ਮੇਜਰ ਸੈੱਟ ਕਰਨਾ, ਆਪਦੇ ਪ੍ਰਾਈਵੇਟ ਕੋਲ ਨਹੀਂ। ਹਾਂ, ਦੇ ਕਾਲ ਇਟ ਫੀਲਡ ਮੇਜਰ, ਪਰ ਫੀਲਡ ਮੇਜਰ ਦੇ ਵਿੱਚ ਉਹ ਸਾਰੇ ਸੈਂਸਰ, ਕੈਟਾਲਿਕ ਕਨਵਰਟਰ ਤੇ ਹੋਰ ਸਭ ਕੁਝ ਬਹੁਤ ਕੁਝ ਚੇਂਜ ਕਰਕੇ ਦਿੰਦੇ ਹੈਗੇ ਆ। ਉਸ ਤੋਂ ਬਾਅਦ ਉਹ ਫੀਲਡ ਮੇਜਰ ਤਾਂ ਉਹਦਾ ਨਾਂ ਹੈਗਾ, ਵੈਸੇ ਉਹ ਸਾਰੀ ਰਿਪੇਅਰ ਕਰਕੇ ਦਿੰਦੇ ਆ। ਉਹ ਕਾਪੀ ਤੁਸੀਂ ਕੋਲੇ ਰੱਖੋ, ਫਿਰ ਤੁਸੀਂ ਜਾਓ, ਇਹ ਤੁਹਾਡੇ ਵੈਨਕੂਵਰ ਦੇ ਐਡਰੈਸ ਤੇ ਹੀ ਆ। ਵੈਸੇ ਜਿਹੜੇ ਡੀਲ ਕਰ ਰਹੇ ਆਪਣੇ ਏਰੀਏ ਨੂੰ, ਉਹ ਹੈਗਾ info@bluetech settlement, ਇਹ ਲਿਖ ਲਓ ਤੁਸੀਂ। ਅੱਛਾ ਜੀ, info@bluetech settlement ਜੀ। ਉਸ ਦੇ ਉੱਤੇ ਜਾ ਕੇ ਤੁਸੀਂ ਆਪਦਾ ਕਲੇਮ, ਮਤਲਬ ਗੱਡੀ ਦੀ ਡਿਟੇਲ ਭਰਨੀ ਹੈਗੀ ਆ, ਤੇ ਥੱਲੇ ਜਿਹੜਾ ਫੀਲਡ ਮੇਜਰ ਉਹਨਾਂ ਤੋਂ ਜਿਹੜੀ ਇਨਵਾਇਸ ਲਿਆਂਦੀ ਆ ਕੰਪਨੀ ਵਾਲਿਆਂ ਤੋਂ, ਉਹ ਵਿੱਚ ਉਹ ਲਿਖ ਦਿਓ, ਕਲੇਮ ਨੰਬਰ ਲਿਖ ਦਿਓ, ਇਹ ਸਾਰਾ ਕੁਝ ਦੇ ਦਿਓ, ਤੇ ਉਹ ਤੁਹਾਨੂੰ 1900 ਤੋਂ ਲੈ ਕੇ $2900 ਤੱਕ ਇਹ ਆਪਾਂ ਨੂੰ ਉਹਨਾਂ ਨੇ ਵਾਪਸ ਕਰਨਾ। ਆਪਣਾ ਮੁੰਡਾ ਸੀ ਕਾਲੜਾ, ਉਹਨੇ ਕੇਸ ਜਿੱਤਿਆ ਹੈਗਾ ਟੋਰਾਂਟੋ ਦੇ ਵਿੱਚ। ਕਮਾਲ ਕਰਤੀ। ਹਾਂ, ਇਹ ਸਾਰਿਆਂ ਨੂੰ ਦੱਸ ਦਿਓ, $2900 ਐਕਸਟਰਾ ਆਪਾਂ ਨੂੰ ਦੇਣਗੇ। 6-7 ਹਜ਼ਾਰ ਉਹਨਾਂ ਦਾ ਲੱਗਦਾ ਹੈਗਾ, ਉਹ ਲਾ ਲੂ ਕੇ। ਆਪਦੇ ਪ੍ਰਾਈਵੇਟ ਕੋਲੇ ਨਹੀਂ ਜਾਣਾ, ਤੁਸੀਂ ਵੀ ਆਪਦੀ ਗੱਡੀ ਉਹਨਾਂ ਤੋਂ ਚੈੱਕ ਕਰਾ ਲਓ ਜੇ ਤੁਸੀਂ ਨਹੀਂ ਕਰਵਾਈ ਹੈਗੀ ਤਾਂ। ਠੀਕ ਹੈ, ਸਭ ਕੁਝ। ਹਾਂਜੀ, ਸੋ ਜੀ, ਇੰਨੀ ਕੀ ਇਨਫੋਰਮੇਸ਼ਨ। ਧੰਨਵਾਦ ਸਿੱਧੂ ਸਾਹਿਬ, ਧੰਨਵਾਦ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਉੱਥੋਂ ਹੀ ਫਿਰ ਕਰਵਾਈ ਤਾਂ ਹੀ ਇਸ ਚੀਜ਼ ਦਾ ਪਤਾ ਲੱਗਿਆ। ਪਰ ਵਧੀਆ ਜਿਹੜੇ ਸਾਡੇ ਸਿਆਣੇ ਜਿਹੜੇ ਵਧੀਆ ਮਕੈਨਿਕ ਨੇ, ਟੀਮ ਆਟੋ ਵਾਲੇ ਨੇ, ਜੋਤੀ ਹੋਣੀ 86 ਤੇ 121 ਤੇ, ਰਿਲਾਇੰਸ ਰਿਪੇਅਰ ਵਾਲਾ ਮੁੰਡਾ 80 ਤੇ 127 ਤੇ, ਜਿਹੜੇ ਤੁਹਾਨੂੰ ਜਿਹੜੇ ਰਾਹ ਪਾਉਂਦੇ ਨੇ ਕਿ ਇਹ ਗੱਲ ਨਹੀਂ ਤਾਂ ਜਿਹੜਾ ਉਹ ਰੀਸੈਟ ਕਰਨ ਦਾ ਸਿਸਟਮ ਕੰਪਿਊਟਰ ਦਾ, ਕਿਉਂਕਿ ਸਾਫਟਵੇਅਰ ਸਾਰੇ ਮਕੈਨਿਕਾਂ ਕੋਲ ਹੈ ਨਹੀਂ, ਇੱਕ ਹੀ ਮੁੰਡਾ ਆਪਣੇ ਕੰਮ ਕਰਦਾ, $500-600 ਉਹਦਾ ਲੱਗਦਾ, ਕਿਉਂਕਿ ਉਹਨੂੰ ਉਹ ਮਹਿੰਗੇ ਪੈਂਦੇ ਨੇ ਸਾਫਟਵੇਅਰ। ਪਰ ਆਹ ਜਿਹੜੀ ਗੱਲ ਸਿੱਧੂ ਸਾਹਿਬ ਦੱਸ ਕੇ ਗਏ ਨੇ, ਮੈਨੂੰ ਕਿਸੇ ਨੇ ਰੈਮ ਵਾਲੀ ਵੀ ਦੱਸੀ ਹੈ, 2009 ਤੋਂ 16 ਦਾ। ਨਾਲੇ ਤਾਂ ਉਹ ਰਿਪੇਅਰ ਕਰਦੇ ਨੇ, ਕੇਸ ਜਿੱਤਿਆ ਕਿਸ ਨੇ, ਕਿਉਂਕਿ ਜਿਹੜੀ ਕਲੇਮਿੰਗ ਕਰਦੇ ਸੀ ਮਰਸੀਡੀਜ਼ ਵਾਲੇ ਵੀ ਇੰਨਾ ਧੂੰਆਂ ਬਾਹਰ ਜਾਊ, ਉਦੋਂ ਵੱਧ ਜਾ ਰਿਹਾ। ਮੁੰਡੇ ਨੇ ਕੇਸ ਜਿੱਤਿਆ, ਜਿਹੜਾ $2 ਬਿਲੀਅਨ ਦੀ ਸੈਟਲਮੈਂਟ ਹੈ। ਹੁਣ ਤੁਸੀਂ ਹਿਸਾਬ ਲਾ ਲਓ ਬਈ ਮਾਰਜਨ ਕਿੰਨਾ, $2 ਅਰਬ ਦੇ ਕੇ ਨਾਲੇ ਤਾਂ ਗੱਡੀਆਂ ਸੂਤ ਕਰਦੇ ਨੇ, ਨਾਲੇ ਪੈਸੇ ਦਿੰਦੇ ਨੇ। ਕਹਾਵਤ ਆ ਜਿਹੜੀ ਇੱਕ ਪੰਜਾਬੀ ਦੀ, ਉਹ 'ਚ ਬੜੀ ਭੈੜੀ ਆਉਂਦੀ ਹੈ। ਕੁਝ ਸਵਾਲ SMS ਤੇ ਆਏ ਨੇ ਵੀ ਜਿਨ੍ਹਾਂ ਨੇ ਡਿਲੀਟ ਕਰ ਦਿੱਤੇ ਜਿਹੜਾ ਬਲੂਟੈਕ ਦਾ ਸਿਸਟਮ। ਸਟਿਲ ਮੈਂ ਕਹਿਣਾ ਡੀਲਰਸ਼ਿਪ 'ਚ ਜਾਓ, ਉਹਨਾਂ ਨੂੰ ਕਹੋ ਵੀ ਅਸੀਂ ਡਿਲੀਟ ਕੀਤੇ ਕਿਉਂਕਿ ਸਾਨੂੰ ਮੁਸ਼ਕਲਾਂ ਆ ਰਹੀਆਂ ਸੀ ਇਹਦੀਆਂ ਬਹੁਤ। ਸਟਿਲ ਜਾ ਕੇ ਆਓ, ਉਹ ਕਹਿੰਦਾ ਬਈ ਉਹ ਕੀ ਰੱਖ ਲੈਣਗੇ। ਹੁਣ ਉਹਨਾਂ ਨੂੰ ਕਹੋ ਵੀ ਸਾਡਾ ਇਹ ਫਿਕਸ ਕਰਕੇ ਦਿਓ, ਅਸੀਂ ਡਿਲੀਟ ਤਾਂ ਕੀਤਾ ਕਿ ਸਾਨੂੰ ਇਹ ਮੁਸ਼ਕਲਾਂ ਆਉਂਦੀਆਂ ਸੀ। ਡੀਲਰਸ਼ਿਪ 'ਚ ਜਾਣ ਦਾ ਕੋਈ ਹਰਜ ਨਹੀਂ, ਉਹਨਾਂ ਨਾਲ ਗੱਲ ਕਰੋ ਜਾ ਕੇ। F7 ਐਂਟਰਟੇਨਮੈਂਟ
ਤੁਹਾਡੇ ਲਈ AR ਰਹਿਮਾਨ ਨੂੰ ਲੈ ਕੇ ਆ ਰਹੇ ਨੇ। AR ਰਹਿਮਾਨ ਨਾਰਥ ਅਮਰੀਕਾ ਟੂਰ ਤੇ 2022 ਨੂੰ ਸਪੈਸ਼ਲ ਗੈਸਟ ਨਾਲ ਲੈ ਕੇ ਆ ਰਹੇ ਨੇ। ਜੁਲਾਈ 15 ਫਰਾਈਡੇ ਨੂੰ ਐਬਰਸਪੋਰਟ ਸੈਂਟਰ ਦੇ ਵਿੱਚ ਉਹਨਾਂ ਦਾ ਕਨਸਰਟ ਹੋ ਰਿਹਾ 8 ਵਜੇ। ਟਿਕਟਸ ਜਿਹੜੀਆਂ ਨੇ ਟਿਕਟ ਮਾਸਟਰ ਤੋਂ ਮਿਲ ਰਹੀਆਂ ਨੇ $55 ਤੋਂ ਲੈ ਕੇ $280 ਤੱਕ। F7 ਐਂਟਰਟੇਨਮੈਂਟ AR ਰਹਿਮਾਨ ਨੂੰ ਲੈ ਕੇ ਆ ਰਹੇ ਨੇ। 5X ਫੈਸਟੀਵਲ ਹਾਲੈਂਡ ਪਾਰਕ 'ਚ 11 ਤਰੀਕ ਨੂੰ ਹੋਣਾ ਜੀ। ਜੈਸਮੀਨ ਸੈਂਡਲਸ ਨੇ ਗਾਉਣਾ ਅਤੇ ਹੋਰ ਵੀ ਗਮੰਤਰੀ ਕਈ ਆ ਰਹੇ ਨੇ। ਖਾਣ ਪੀਣ ਦੀਆਂ ਸਟਾਈਲਾਂ ਅਤੇ ਆਰਟ ਬਹੁਤ ਕੁਝ ਹੋਣਾ ਹਾਲੈਂਡ ਪਾਰਕ 'ਚ 11 ਜੂਨ ਨੂੰ। ਸਾਰਾ ਦਿਨ ਜਿਹੜਾ ਹੈ ਬੱਲੇ ਬੱਲੇ ਹੋਏਗੀ। 5xfest.com 'ਤੇ ਜਾਣਕਾਰੀ ਲੈ ਸਕਦੇ। ਇੱਥੇ ਹੀ ਇੱਕ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਭਾਈਚਾਰੇ ਦੇ ਉੱਘੇ ਕਾਰੋਬਾਰੀ ਅਤੇ ਕਬੱਡੀ ਪ੍ਰਮੋਟਰ ਸੁਖਵਿੰਦਰ ਸਿੰਘ ਪੰਧੇਰ ਸੁਖ ਪੰਧੇਰ ਪਿਛਲੇ ਦਿਨੀਂ ਉਹਨਾਂ ਦੇ ਪੁੱਤਰ ਅਰਸ਼ਦੀਪ ਸਿੰਘ ਪੰਧੇਰ ਅਤੇ ਜਸਰੂਪ ਕੌਰ ਔਲਖ ਦਾ ਵਿਆਹ ਹੋਇਆ ਜੂਨ ਦੇ ਪਹਿਲੇ ਹਫਤੇ। ਅਤੇ ਬਹੁਤ ਵਧੀਆ ਇੱਕ ਪਿਰਤ ਬਾਈ ਸੁੱਖ ਉਹਨਾਂ ਨੇ ਸ਼ੁਰੂ ਕੀਤੀ ਕਿ ਜਿਹੜਾ ਦੇਖ ਰੇਖ ਅਤੇ ਵੱਧ ਇਕੱਠ ਅਤੇ ਇਸ ਤੋਂ ਥੋੜ੍ਹਾ ਜਿਹਾ ਟਾਲਾ ਵੱਟ ਕੇ $1 ਲੱਖ ਜਿਹੜਾ ਚਿਲਡਰਨ ਹੌਸਪੀਟਲ ਨੂੰ ਡੋਨੇਟ ਕੀਤਾ। ਬਹੁਤ ਇਹ ਚੀਜ਼ ਵਧੀਆ ਲੱਗੀ। ਜੇ ਬਾਫਰ ਡਾਲਰ ਨੇ ਪੈਸਾ ਧੇਲਾ ਵੀ ਇਹਦਾ 10 ਦਿਨ ਨਹੀਂ 12 ਦਿਨ 15 ਦਿਨ ਪਾਰਟੀ ਕਰ ਲਓ। 500 ਦੀ ਜਗ੍ਹਾ ਚਾਹੇ 2000 ਬੰਦਾ ਜਿਹੜੇ ਕਾਮਨ ਬੰਦੇ ਨੇ ਜਿੱਡਾ ਮਰਜ਼ੀ ਇਕੱਠ ਕਰ ਲਓ। ਪਰ ਉਹਨਾਂ ਨੇ ਜਿਹੜੀ ਗੱਲ ਬੜੀ ਵਧੀਆ ਲੱਗੀ ਨਿੱਜੀ ਤੌਰ 'ਤੇ ਵੀ ਦੋਸਤ ਨੇ ਨਿੱਘੇ ਬਈ $1 ਲੱਖ ਜਿਹੜਾ ਉਹਨਾਂ ਨੇ ਚਿਲਡਰਨ ਹੌਸਪੀਟਲ ਨੂੰ ਦਿੱਤਾ। ਅਰਸ਼ਦੀਪ ਅਤੇ ਜਸਰੂਪ ਨੂੰ ਬਹੁਤ ਵਧਾਈਆਂ। ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਜਿਹੜੀ ਉਹਨਾਂ ਨੇ ਕੀਤੀ ਦਾਨ ਪੁੰਨ ਜਿਹੜਾ ਇਸ ਤੋਂ ਸ਼ੁਰੂ ਕੀਤੀ। ਬੜਾ ਇਹ ਚੰਗਾ ਲੱਗਿਆ ਜਦ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਅਨਾਊਂਸ ਕੀਤਾ ਆਨੰਦ ਕਾਰਜਾਂ 'ਤੇ। ਸੋ ਇਹ ਜ਼ਰੂਰ ਧਾਰਨਾ ਲੈ ਕੇ ਚੱਲਣੀ ਚਾਹੀਦੀ ਹੈ। ਜੇ ਆਪਣੇ ਕੋਲ 4 ਪੈਸੇ ਨੇ ਕਿਤੇ ਵੀ ਤੁਸੀਂ ਖੁਸ਼ ਹੋ ਉਸ ਨੂੰ ਜ਼ਰੂਰ ਕਰੋ। ਪਿੱਛੇ ਇੱਥੇ ਪਿੰਡ 'ਚ ਕੁਛ ਵੀ ਚਾਹੁੰਦੇ ਹੋ ਮਦਦ ਜ਼ਰੂਰ ਕਰੋ। ਬਹੁਤ ਮਦਦ ਵਾਲੇ ਲੋਕ ਨੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਅਕਸਰ ਅੱਖਾਂ ਦੇ ਆਪਰੇਸ਼ਨ ਆਪਾਂ ਪਿੰਡਾਂ ਦੇ ਵਿੱਚ ਕਰਾਉਂਦੇ ਹਾਂ 5-5 4-4 ਹਜ਼ਾਰ ਰੁਪਈਆ ਆਪਰੇਸ਼ਨ ਦਾ ਖਰਚਾ ਅਤੇ ਲੋਕ ਅੰਨੇ ਹੋਏ ਬੈਠੇ ਆ। ਹੈ ਨਹੀਂ ਉੱਥੇ। ਆਪਾਂ ਨੂੰ ਲੱਗਦਾ ਆਪਾਂ ਜਿਹੜੀ ਅਤੇ ਬੜੀ ਖੁਦਦਾਰੀ ਜਿਹੜੀ ਸਭ ਤੋਂ ਵੱਡੀ ਹੈ ਤੁਸੀਂ ਉਹਨਾਂ ਘਰ ਦੇ ਵਿੱਚ ਕੰਮ ਕਰਦੇ ਚਾਚੇ ਤਾਇਆਂ ਦੇ ਜਿਨ੍ਹਾਂ ਨੇ ਖੇਤੀ ਨਾਲ ਤੁਹਾਡੇ ਬਜ਼ੁਰਗਾਂ ਦੇ ਕੀਤੀ ਉਹਨਾਂ ਨੂੰ ਤੁਸੀਂ ਇੱਥੋਂ ਜਾ ਕੇ ਬਹੁਤ ਵਾਰ ਤੁਹਾਨੂੰ ਸੁਣਾਈ ਆ ਗੱਲ ਪੈਂਦ ਬਹਿ ਕੇ ਜੇ ਤੁਸੀਂ ਕਹੋ ਵੀ ਚਾਚਾ ਕੋਈ ਮਦਦ ਉਹ ਨਾਲੇ ਨੱਕ ਫਰਕਦਾ ਅਤੇ ਨਾਲੇ ਫਿਰ 4 ਹੰਝੂ ਨੇ ਨਾਲੇ ਉਹ ਕਹਿੰਦੇ ਤੂੰ ਪੁੱਤ ਆ ਸਾਡਾ ਅਸੀਂ ਤੈਨੂੰ ਗੋਦੀ ਖੜਾਇਆ ਹੈ ਪੁੱਤ ਤੇਤੋਂ ਤੇਤੋਂ ਅਸੀਂ ਕਿਵੇਂ ਲੈ ਸਕਦੇ। ਆ ਲੈ ਫੜ ਸ਼ਗਨ ਚਾਹੇ 5 ਰੁਪਈਏ ਹੋਣ ਦੇਣਗੇ ਤੁਹਾਨੂੰ। ਬਹੁਤ ਖੁਦਦਾਰੀ ਹੈ। ਪਿਛਲੇ ਦਿਨ ਹੀ ਇੱਕ ਦਿਨ ਆਪਾਂ ਗੱਲਾਂ ਕਰਦੇ ਕਹਾਣੀ ਇੱਕ ਟੌਂਕਰਿਆ ਸੀ ਆ ਕੇ ਜਾਤ ਪਾਤ ਦੀ ਗੱਲ ਕਰਨ ਵਾਲਾ ਅਤੇ ਹੁਣ ਇਹਨਾਂ ਨੂੰ ਕੀ ਪਤਾ ਹੈ ਜਿਨ੍ਹਾਂ ਨੇ ਇਸ ਚੀਜ਼ਾਂ ਦੇ ਨਾਂ 'ਤੇ ਰੋਟੀਆਂ ਸੇਕੀਆਂ ਹੋਈਆਂ ਵੀ ਅਸੀਂ ਕਿੱਥੋਂ ਤੁਰੇ ਅਤੇ ਸਾਡਾ ਕੀ ਸੈੱਟ ਹੈ ਕੀ ਕਰਦੇ ਹਾਂ ਅਸੀਂ। ਅਤੇ ਖੁਦਦਾਰੀ ਇੰਨੀ ਹੈ ਉਹ ਨਹੀਂ ਮੰਗ ਸਕਦੇ। ਪਰ ਕੋਸ਼ਿਸ਼ ਕਰੋ ਤੁਸੀਂ ਇਸ ਚੀਜ਼ 'ਤੇ ਕਿ ਅਸੀਂ ਵਧੀਆ ਕਰ ਸਕੀਏ। ਇਹ ਬਹੁਤ ਜ਼ਰੂਰੀ ਹੈ। 4 ਪੈਸੇ ਤੁਹਾਡੇ ਕੋਲ ਨੇ ਇਹੋ ਜਿਹਾ ਕਰੋ ਜਿਹੜਾ ਚੰਗਾ ਹੋਵੇ। ਅੱਛਾ ਅੱਜ ਜਿਹੜਾ ਹੁਣ ਮੈਂ ਤੁਹਾਡੇ ਨਾਲ ਵਿਸ਼ਾ ਸਾਂਝਾ ਕਰਨਾ ਉਹ ਸਾਡੀ ਰਾਜਨੀਤਿਕ ਪਹਿਲ ਕਦਮੀ ਇਹਨਾਂ ਦੇਸ਼ਾਂ ਦੇ ਵਿੱਚ ਉਹਦੇ 'ਤੇ ਗੱਲ ਕਰਨੀ ਹੈ। ਰਾਜਨੀਤੀ ਦੇ ਵਿੱਚ ਅਸੀਂ ਬਹੁਤ ਮਾਹਰ ਹਾਂ ਬਹੁਤ ਜ਼ਿਆਦਾ ਅਤੇ ਰਾਜਨੀਤੀ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਬਹੁਤ ਜ਼ਿਆਦਾ ਕਿ ਅਸੀਂ ਸਰਗਰਮ ਰਹਿੰਦੇ ਹਾਂ ਚਾਹੁੰਦੇ ਹਾਂ ਅਸੀਂ ਹਰ ਤਰੀਕੇ ਦੇ ਨਾਲ ਕਿ ਅਸੀਂ ਰਾਜਨੀਤੀ ਦੇ ਵਿੱਚ ਰਹੀਏ। ਪਰ ਲੌਂਗ ਰਨ 'ਤੇ ਸਾਨੂੰ
ਕੁਛ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ। ਮੈਂ ਤੁਹਾਡੇ ਨਾਲ ਗੱਲ ਕਰਦਾ, ਪਹਿਲਾਂ ਸਿੰਘ ਸਾਹਿਬ ਨਾਲ ਗੱਲ ਕਰਾਂ। ਸਰਦਾਰ ਪ੍ਰਭਜੋਤਪਾਲ ਸਿੰਘ ਜੀ, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਆ ਮੈਂ ਜਿਹੜਾ ਤੁਸੀਂ ਵਿਆਹ ਵਾਲੀ ਗੱਲ ਦੱਸੀ ਹੈ ਵੀ $1,00,000 ਜਿਹੜਾ ਦਿੱਤਾ ਹੈਗਾ ਹਸਪਤਾਲ, ਮੇਰੇ ਖਿਆਲ ਉਹ ਬਹੁਤ ਵਧੀਆ ਜਿਹੜੀ ਗੱਲ ਹੈਗੀ ਆ। ਮੈਂ ਤੁਹਾਨੂੰ ਨਾਲ 1-2 ਇੰਸੀਡੈਂਟ ਸ਼ੇਅਰ ਕਰਨੇ ਆ। ਟਰੱਕ ਚਲਾਉਂਦੇ ਆ ਇੱਧਰ ਉੱਧਰ ਜਦੋਂ ਘੁੰਮਦੇ ਆ, ਅਕਸਰ ਗੋਰੇ ਜਦੋਂ ਮਿਲਣਗੇ ਨਾ, ਤਾਂ ਹੁਣ ਅੱਜ ਕੱਲ ਪਤਾ ਸਾਡੀ ਕੀ ਪਛਾਣ ਆ ਬਈ, ਵਾਹ ਵੇ ਵਾਹ ਤੁਹਾਡੀ ਕਮਾਲ ਆ, ਹਫਤਾ ਤੁਹਾਡਾ ਵਿਆਹ ਚੱਲਦਾ, ਸ਼ਰਾਬ ਦਾ ਤਾਂ ਅੰਤ ਹੀ ਕੋਈ ਨਹੀਂ, ਭੰਗੜਾ ਪਾਉਂਦੇ ਆ, ਆਹ ਗੱਲਾਂ ਸਾਡੀ ਸਿਫਤ ਬਣੇ ਹੋਵਾਂ। ਸੋ ਮੈਨੂੰ ਤਾਂ ਸਮਝ ਨਹੀਂ, ਮੈਨੂੰ ਤਾਂ ਇਹ ਚੋਂ ਕੋਈ ਮਾਣ ਵਾਲੀ ਗੱਲ ਲੱਭੀ ਨਹੀਂ। ਤੇ ਅਸੀਂ ਜਿੱਦਾਂ ਪੈਸੇ ਦੀ ਬਰਬਾਦੀ ਕਰਦੇ ਆ, ਇਹ ਸਮਝ ਨਹੀਂ ਆ ਰਹੀ ਅਸੀਂ ਕਰਨਾ ਕੀ ਚਾਹੁੰਦੇ ਆ, ਕਿੱਧਰ ਨੂੰ ਜਾਣਾ ਚਾਹੁੰਦੇ ਆ। ਪਹਿਲਾਂ ਤਾਂ ਅਸੀਂ ਹੇਰਾਫੇਰੀ ਕਰਕੇ ਪੈਸੇ ਕਮਾਉਂਦੇ ਆ, ਪੈਸੇ ਕਮਾ ਕੇ ਫਿਰ ਮੁੜ ਕੇ ਉਹਨਾਂ ਨੂੰ ਬੈਂਕਾਂ ਵਿੱਚ ਪਾ ਛੱਡਦੇ ਆ। ਜੇ ਕਿਤੇ ਇਸ ਦੇਸ਼ ਦੇ ਜਿਹੜੇ ਵਸਿੰਦੇ ਹੈਗੇ ਆ, ਉਹਨਾਂ ਦੀ ਵੀ ਏਦਾਂ ਦੀ ਸਾਡੇ ਵਰਗੀ ਸੋਚ ਹੋਵੇ ਤਾਂ ਜੋਬਾਂ ਕੰਮ ਵਗੈਰਾ ਮੈਨੂੰ ਨਹੀਂ ਲੱਗਦਾ ਵੀ ਕਿਤੇ ਚੱਲਣਗੇ। ਇਹ ਤਾਂ ਸ਼ੁਕਰ ਆ ਜਿਹੜੇ ਇੱਥੇ ਬਾਹਲੇ ਜਿਹੜੇ ਲੋਕ ਰਹਿੰਦੇ ਹੈਗੇ ਆ, ਉਹ ਕਮਾਉਂਦੇ ਆ, ਕਮਾ ਕੇ ਫਿਰ ਛੁੱਟੀਆਂ ਤੇ ਜਾਂਦੇ ਆ, ਖਰਚਦੇ ਆ, ਛੋਟੇ ਘਰ ਰੱਖਦੇ, ਵਧੀਆ ਜਿੱਦਾਂ ਆਪਣਾ ਇੰਜੋਏ ਕਰਦੇ ਆ, ਕਦੀ ਇੱਧਰ ਉੱਧਰ ਨਹੀਂ ਦੇਖਦੇ ਵੀ ਜੇ ਮੇਰੇ ਕੋਲ ਘੱਟ ਆ ਜਾਂ ਦੂਜੇ ਨਾਲੋਂ ਵੱਧ ਆ। ਇਹੋ ਜਿਹੀ ਇਹਨਾਂ 'ਚ ਵਿਅਕਤੀ ਨਹੀਂ ਹੈਗੀ। ਅਸੀਂ ਵੱਧ ਜੇ ਰੱਖਦੇ ਵੀ ਆ ਤਾਂ ਬੈਂਕਾਂ 'ਚ ਸਾਡੇ ਪੈਸੇ ਪਏ ਹੁੰਦੇ, ਇਹੋ ਜਿਹੇ ਕੰਮਾਂ ਤੇ ਅਸੀਂ ਖਰਚਣੇ ਹੁੰਦੇ ਆ। ਬਸ ਉੱਥੇ ਜਿੱਦਾਂ ਦੂਜੇ ਨੂੰ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਅਸੀਂ ਕਿੱਦਾਂ ਨੀਵਾਂ ਦਿਖਾ ਰਹੇ ਹੁੰਦੇ ਆ। ਕੋਸ਼ਿਸ਼ ਇਹੋ ਹੀ ਹੁੰਦੀ ਆ, ਲੈ ਵੀ ਜੇ ਉਹਨੇ $1,00,000 ਖਰਚਿਆ ਤਾਂ ਮੈਂ 1.5 ਖਰਚਣਾ ਹੈਗਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਅਗਲੇ ਹਿੱਸੇ 'ਚ ਮੇਰਾ ਪਿੰਡ ਮੇਰੇ ਖੇਤ 'ਚ ਇਸ ਵਿਸ਼ੇ ਨੂੰ ਮੈਂ ਨਾਲ ਛੂਹੂੰਗਾ ਜੀ। ਅੱਛਾ, ਰਾਜਨੀਤੀ 'ਚ ਦੇਖੋ, ਮੈਨੂੰ ਇਉਂ ਲੱਗਦਾ ਜਿਹੜੇ ਸਾਡੇ ਪੁਰਾਣੇ ਬੰਦੇ ਆਏ ਹੋਏ ਸੀ 25-30 ਵਰ੍ਹੇ ਪਹਿਲਾਂ, 40 ਵਰ੍ਹੇ ਪਹਿਲਾਂ, ਉਹਨਾਂ ਨੇ ਰਾਜਨੀਤੀ 'ਚ ਪਹਿਲ ਕਦਮੀ ਕੀਤੀ ਪਾਰਟੀਆਂ ਨੂੰ ਵੇਖ ਕੇ ਵੀ ਕਿਹੜੀ ਪਾਰਟੀ ਸਾਡੇ ਲਈ ਲੌਂਗ ਟਰਮ ਲਈ ਚੰਗੀ ਆ, ਕਿਹੜੀ ਨਹੀਂ। ਉਹ ਪਾਰਟੀਆਂ ਵੱਲ ਹੋ ਗਏ। ਪਿਛਲੇ 20 ਸਾਲਾਂ ਤੋਂ ਸਾਡਾ ਟਰੈਂਡ ਚੱਲਿਆ ਵੀ ਵਿਅਕਤੀ ਕੌਣ ਹੈ ਜਿਹਦੀ ਅਸੀਂ ਮਦਦ ਕਰਨੀ ਆ, ਅਤੇ ਉਹ ਪਾਰਟੀ ਕਿਹੜੇ ਪਾਸੇ ਆ, ਉਹ ਪਾਰਟੀ ਅਸੀਂ ਫਿਰ ਆਪਣੇ ਆਪ ਸੂਤ ਕਰਨ ਲਾ ਲੈਣੀ ਆ। ਨਹੀਂ, ਇਹ ਤਾਂ ਐਂ ਕੀਤਾ। ਅਤੇ ਅਨਕੰਡੀਸ਼ਨਲ ਸਪੋਰਟ ਦੇ ਕੇ ਬਸ ਫਿਰ ਉਹਦੇ ਵੱਲ ਪਿੱਛੇ ਵੱਲ ਨਹੀਂ ਵੇਖਣਾ। ਬਸ ਉਹ ਬਾਈ ਨੂੰ ਕਹਿਤਾ ਤਾਂ ਬਾਈ ਨੂੰ ਕਹਿਤਾ, ਪਿੰਡਾਂ ਦਾ ਹੈ, ਮਦਦ ਕੀਤੀ, ਇਹਨੇ ਫਲਾਣੇ ਟਾਈਮ ਆਹ ਕੀਤਾ। ਕੋਈ ਮਦਦ ਨਹੀਂ ਹੈ। ਉਹ ਮਦਦ ਕਿਸੇ ਰਿਕਸ਼ੇ ਚਲਾਉਣ ਵਾਲੇ ਨੇ ਥੋੜ੍ਹਾ ਕੀਤੀ। ਪਹਿਲਾਂ ਤੁਸੀਂ ਦਫ਼ਤਰ ਦਿੱਤਾ ਉਹਨੂੰ, ਫਿਰ ਮਦਦ ਕੀਤੀ ਉਹਨੇ। ਪਹਿਲਾਂ ਤੁਸੀਂ ਸੋਚਿਆ ਨਹੀਂ, ਤੁਸੀਂ ਇਨਵੈਸਟ ਕੀਤਾ, ਪੈਸੇ ਦਿੱਤੇ, ਮਦਦ ਕੀਤੀ, ਤੁਰ ਕੇ ਫਿਰ ਕੇ ਇੱਧਰ ਕਹਿ ਉੱਧਰ ਕਹਿ। ਅਤੇ ਉਹ ਸਾਡਾ ਮਨ ਹੈ। ਕਈ ਵਾਰ ਬੰਦਾ ਕੋਈ ਚੰਗਾ ਸਾਨੂੰ ਲੱਗਣ ਲੱਗ ਗਿਆ, ਅਸੀਂ ਉਹਦੇ ਨਾਲ ਹੀ। ਰਾਜਨੀਤਿਕ ਜਿਹੜੀ ਸਮਝ ਹੈ ਨਾ, ਉਹ ਮਿੱਤਰੋ ਅਲੱਗ-ਅਲੱਗ ਪਹਿਲੂਆਂ 'ਤੇ ਉਸ 'ਤੇ ਆਪਾਂ ਨੂੰ ਨਿਗਾਹ ਰੱਖਣ ਦੀ ਲੋੜ ਹੈ ਵੀ ਇਨ ਜਨਰਲ ਸਾਡੀ ਕੌਮ ਲਈ, ਸਾਡੇ ਭਾਈਚਾਰੇ ਲਈ ਸਾਨੂੰ ਕਿਹੜੀ ਚੀਜ਼ ਦਾ ਫਾਇਦਾ, ਕਿਹੜੀ ਪਾਰਟੀ ਸਾਨੂੰ ਲੌਂਗ ਟਰਮ ਲਈ ਕੰਮ ਕਰੇਗੀ। ਦੂਜਾ, ਇਹ ਬੰਦਾ ਸਾਡੇ ਲੋਕਲ ਹਲਕੇ ਲਈ ਮੇਰੇ ਲਈ ਕੀ ਕਰ ਰਿਹਾ। ਉਦੋਂ ਸਭ ਤੋਂ ਪਹਿਲਾਂ ਪਾਰਟੀ ਤਾਂ ਚਲੋ ਹੋ ਗਈ ਜਿਹਦੇ 'ਚੋਂ ਖੜਾ ਹੈ, ਉਹਦਾ ਜ਼ਿੰਦਗੀ ਦਾ ਉਹਦਾ ਆਪਣਾ ਕਰੈਕਟਰ ਕੀ ਹੈ, ਉਹ ਕੀ ਕਰਦਾ, ਉਹਦੀ ਸੋਚਣ ਦਾ ਢੰਗ ਕੀ ਆ, ਉਹਦੀ ਵਿਦਵਤਾ ਕੀ ਹੈ, ਉਹ ਗੱਲਾਂ ਕਿਹੋ ਜਿਹੀਆਂ ਕਰਦਾ, ਉਹਦਾ ਪਿਛੋਕੜ ਕੀ ਆ, ਉਹਦੇ ਆਲੇ ਦੁਆਲੇ ਕੌਣ ਹੈ, ਉਹ ਕਿਹਦੇ ਲਈ ਕੰਮ ਕਰ ਰਿਹਾ, ਉਹ ਕੀ ਲੌਂਗ ਟਰਮ ਲਈ ਕਰੂ। ਇਹ ਚੀਜ਼ਾਂ ਦਿਮਾਗ 'ਚ ਸਾਨੂੰ ਆਉਣੀਆਂ ਚਾਹੀਦੀਆਂ। ਰਾਜਨੀਤੀ ਵਾਲੇ ਪਾਸੇ ਅਸੀਂ ਫੇਲ ਹਾਂ। ਇਹ ਹਾਂ, ਉਹ ਸਾਡੀ ਹਿੰਡ ਵੀ ਕਿਹਦੇ ਅਸੀਂ ਹੱਕ 'ਚ ਅਤੇ ਕਿਹਨੂੰ ਹਰਾਉਣਾ, ਉਹਦੇ ਲਈ ਅਸੀਂ ਮਤਲਬ ਕੁਛ, ਕਈ ਵਾਰ ਤਾਂ ਅਸੀਂ ਕਿਸੇ ਦੇ ਹੱਕ 'ਚ ਨਹੀਂ ਹੁੰਦੇ, ਜ਼ਿਆਦਾਤਰ ਅਸੀਂ ਕਿਸੇ ਦੇ ਵਿਰੋਧ 'ਚ ਹੁੰਦੇ ਹਾਂ ਵੀ ਇਹਨੂੰ ਹੁਣ ਸੂਤ ਕਰਾਂਗੇ। ਇਹ ਸਾਡੇ ਮਨ ਦੀ ਜਿਹੜੀ ਇੱਕ ਘਤਿੱਤ ਹੈ, ਜਿਹੜੀ ਉਹ ਚੱਲਦੀ ਰਹਿੰਦੀ ਹੈ, ਇਹ ਸਾਡੇ ਵਿੱਚ ਆ। ਜਦ ਮੈਂ ਸਾਡੀ ਗੱਲ ਕਹਿ ਰਿਹਾ ਤਾਂ ਆਪਣੀ ਗੱਲ ਸਾਰਿਆਂ ਦੀ ਕਹਿ ਰਿਹਾ, ਮੈਂ ਤੁਹਾਡੀ ਨਹੀਂ ਕਹਿ ਰਿਹਾ। ਸਦਾ ਹੀ ਮੈਂ ਜਦ ਗੱਲ ਕਰਦਾ ਨਾਲ ਤੁਹਾਡੇ ਰਲ ਕੇ ਗੱਲ ਕਰਦਾ। ਉਸ ਸਮੇਂ ਫਿਰ ਅਸੀਂ ਸੋਸ਼ਲ ਮੀਡੀਆ, ਫੇਸਬੁੱਕ, ਜੇ ਅਤੇ ਬੋ, ਜਾਂ ਸਾਨੂੰ ਨਿੱਜੀ ਕੋਈ ਬੰਦਾ ਨਾ ਸੈੱਟ ਲੱਗਿਆ, ਫਿਰ ਉਹਨੂੰ ਅਸੀਂ ਉਹਦੀ ਚੀੜ ਫਾੜ ਕਰਨੀ ਹੈ। ਲੌਂਗ ਟਰਮ ਅਪਰੋਚ ਸਾਡੇ ਆਉਣ ਵਾਲੀ ਪੀੜ੍ਹੀ, ਤੁਹਾਨੂੰ ਪਤਾ ਲੱਗੂ, ਮਾੜਾ ਜਿਹਾ ਅਟਕਿਓ, ਆਹ ਸਾਲ 5-4 ਨੇ,
2025 ਤੱਕ ਆ ਜਿਹੜੀ ਸਾਡੀ ਉੱਥੋਂ ਪਨੀਰੀ ਆਈ ਹੈ ਨਾ 20 ਵਰਿਆਂ ਦੀ, ਇਹਨਾਂ ਨੂੰ ਸਿਟੀਜ਼ਨ ਹੋ ਲੈਣ ਦਿਓ। ਇਹ ਫਿਰ ਤੁਹਾਨੂੰ ਸਮਝਾਉਣਗੇ ਵੀ ਰਾਜਨੀਤੀ ਕਿਵੇਂ ਹੁੰਦੀ ਹੈ ਅਤੇ ਰਾਜਨੀਤੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਦੇਖਿਓ ਸਹੀ, ਔਰ ਡਿਸੀਜ਼ਨ ਬਣਾਉਣ ਵਾਲੇ ਹੋਣਗੇ ਇਹ ਮਿਲੀਅਨ ਦੇ ਕਰੀਬ 10 ਲੱਖ ਵੋਟ ਹੋਣਾ, ਇਹ ਦੱਸਣਗੇ ਫਿਰ ਵੀ ਇਉਂ ਪੈਂਦੀਆਂ ਵੋਟਾਂ ਬਾਈ, ਇਸ ਤਰ੍ਹਾਂ ਜਿੱਤੀ ਦਾ। ਅਤੇ ਖੁਸ਼ੀ ਦੀ ਕਹਾਣੀ ਹੈ। ਅਸੀਂ ਆਉਣ ਵਾਲੇ 5 ਸਾਲਾਂ ਤੱਕ 2.5 ਮਿਲੀਅਨ ਦੇ ਕਰੀਬ ਵੋਟਰ ਹਾਂ ਸਾਰੇ ਕੈਨੇਡਾ 'ਚ। 2.5 ਮਿਲੀਅਨ, 20-22 ਹਜ਼ਾਰ ਨਾਲ ਇੱਕ MP ਬਣਦਾ ਅਤੇ 12,000 ਨਾਲ MLA ਬਣਦਾ ਅਤੇ ਕੌਂਸਲਰ ਅਤੇ ਮੇਅਰ 40-45 ਹਜ਼ਾਰ ਨਾਲ ਬਣਦੇ ਨੇ। ਅਤੇ ਕਿੱਥੇ ਤੱਕ ਹੋ ਤੁਸੀਂ ਸੋਚਿਓ। ਪਰ ਸਾਨੂੰ ਇਹ ਚੀਜ਼ ਸਾਡੇ ਦਿਮਾਗ ਦੇ ਵਿੱਚ ਇਹ ਆਉਣੀ ਚਾਹੀਦੀ ਆ ਵੀ ਅਸੀਂ ਲੌਂਗ ਟਰਮ ਕੀ ਕਰਨਾ ਚਾਹੁੰਦੇ ਹਾਂ। ਮਸਲਨ ਹੁਣ ਮੈਂ ਇੱਕ ਮਾੜੀ ਜੀ ਇਹਦੇ 'ਤੇ ਉਦਾਹਰਨ ਤੁਹਾਨੂੰ ਦੇਣੀ ਚਾਹੁੰਦਾ। ਪੋਲੀਟੀਕਲ ਪਾਰਟੀਜ਼ ਦੇ ਵਿੱਚ ਸਾਡਾ ਕਿੰਨਾ ਜ਼ੋਰ ਹੈ। ਹੁਣ ਲਿਬਰਲ ਪਾਰਟੀ ਦੇ ਵਿੱਚ ਸਾਨੂੰ ਪਤਾ ਹੈ ਵੀ ਸਾਡੇ ਕਿਹੜੇ ਪੋਲੀਟੀਕਲ ਗਰੁੱਪ ਦਾ ਜ਼ੋਰ ਹੈ, ਕਿਸ ਤਰ੍ਹਾਂ ਉਹਨਾਂ ਨੇ ਜ਼ੋਰ ਦੇ ਨਾਲ MP ਅਤੇ ਮਿਨਿਸਟਰ ਜਿਹੜੇ ਸਿੱਖ ਚਿਹਰਿਆਂ ਵਾਲੇ ਉੱਥੇ ਸੈੱਟ ਕੀਤੇ, ਜਿਹੜੇ ਇੱਕ ਮਾਣ ਦੀ ਗੱਲ ਹੈ, ਇਹਦੇ ਵਿੱਚ ਕੋਈ ਬੇਮਾਣੀ ਨਹੀਂ। ਪਰ ਉਹਦਾ ਮਾਪਦੰਡ ਕੀ ਹੈ, ਉਹਦਾ ਸਰਚਿੰਗ ਕ੍ਰਾਈਟੀਰੀਆ ਕੀ ਹੈ, ਚੋਣ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਦਾੜੀ ਕੇਸ ਵਾਲੇ ਤਾਂ ਜੇ ਮਿਲੀਅਨ ਦੇ ਕਰੀਬ ਅਸੀਂ ਆ, ਘੱਟੋ ਘੱਟ 3-4 ਲੱਖ ਤਾਂ ਹੋਵਾਂਗੇ ਘੱਟੋ ਘੱਟ, ਜੇ 40% ਲਾ ਲਈਏ। ਪਰ ਔਰ ਇਹਦੇ ਵਿੱਚ ਵੀ ਮੈਂ ਇੱਕ ਬੈਨੀਫਿਟ ਆਫ ਡਾਊਟ ਇਹ ਦੇਣਾ ਚਾਹੁੰਦਾ, ਜਿਹਦੀ ਸਰਦਾਰੀ ਉੱਥੇ ਹੋ ਗਈ ਉਹਨੇ ਕੋਸ਼ਿਸ਼ ਕਰਨੀ ਆ ਵੀ ਮੇਰੇ ਆਲੇ ਦੁਆਲੇ ਹੋਣੇ, ਤਾਂ ਕੱਲ੍ਹ ਨੂੰ ਇਹ ABC ਕੋਈ ਚਲੇ ਜਾਵੇ ਉੱਪਰ, ਉਹਨੇ ਆਪਣਿਆਂ ਲਈ ਕਰਨਾ ਹੀ ਕਰਨਾ। ਇਹ ਤਾਂ ਬੰਦੇ ਦੇ ਵਿੱਚ ਆ, ਇਹਦੇ 'ਤੇ ਸਾਨੂੰ ਮਾਫੀ ਵੀ ਦੇਣੀ ਚਾਹੀਦੀ। ਉਦੋਂ ਨੈਕਸਟ ਆ ਵੀ ਇਨ ਜਨਰਲ ਫਿਰ ਵੀ ਚਿਹਰਾ ਤਾਂ ਸਾਡਾ ਹੀ ਹੈ। ਲਿਬਰਲ ਵਾਲੀ ਹੋਊਗੀ NDP, ਜਗਮੀਤ ਸਿੰਘ ਦੀ ਚੋਣ ਤੋਂ ਬੜਾ ਕੁਛ ਨਹੀਂ ਹੋ ਸਕਦਾ। ਤੁਹਾਡਾ ਇੱਕ ਲੀਡਰ ਆ ਪੋਲੀਟੀਕਲ ਪਾਰਟੀ ਦਾ, ਜੇ ਉਹ ਪਾਰਟੀ ਕੱਲ੍ਹ ਨੂੰ ਜਿੱਤਦੀ ਆ, ਉਹ ਪ੍ਰਾਈਮ ਮਿਨਿਸਟਰ ਆ, ਜਨ ਪ੍ਰਾਈਮ ਮਿਨਿਸਟਰ ਦਾ ਉਹ ਦਾਅਵੇਦਾਰ ਹੈ। ਜੇ ਪਾਰਟੀ ਦਾ ਲੀਡਰ ਆ ਮਤਲਬ ਪ੍ਰਾਈਮ ਮਿਨਿਸਟਰ ਦਾ ਦਾਅਵੇਦਾਰ ਹੈ। ਉਹਦੇ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਬੜੀਆਂ ਗੱਲਾਂ ਚੱਲੀਆਂ, ਜ਼ਿਆਦਾ ਇੱਥੋਂ ਜਿੱਥੇ ਜ਼ਿਆਦਾ ਉਹਨਾਂ ਦੇ ਬੇਸ ਸੀ ਉੱਥੋਂ ਪੰਜਾਬੀ ਬੰਦੇ ਜਿੱਤ ਗਏ, ਜਿਵੇਂ ਨਿਊਟਨ ਨਾਲ ਡੈਲਟਾ ਦੇ ਵਿੱਚੋਂ ਜਿੱਤਦੇ ਰਹੇ ਗੁਰਮੰਤ ਗਰੇਵਾਲ ਹੋਣੀ। ਉਸ ਸਮੇਂ ਪੰਜਾਬੀਆਂ ਦੀ ਵੋਟਾਂ ਨੇ ਥੋੜ੍ਹਾ ਜਿਤਾਇਆ, ਡੈਲਟਾ ਦੀਆਂ ਵੋਟਾਂ ਨੇ ਜਿਤਾਤਾ ਉਹਨਾਂ ਨੂੰ। ਫਿਰ ਉਹਨਾਂ ਨੇ ਵਾਈਫ ਆਪਣੀ ਬਣਾ ਲਈ, ਫਿਰ ਉਹ ਕਹਿੰਦੇ ਮੈਂ ਪੁੱਤਰ ਵੀ ਆਪਣਾ ਬਣਾਉਣਾ। ਹੁਣ ਇਹ ਚੀਜ਼ਾਂ ਸੈੱਟ ਕਰਨੀਆਂ ਨੇ ਅਸੀਂ। ਇਹ ਸਾਰੇ ਦੇ ਕੁਛ ਚੱਲਦਿਆਂ ਹੋਇਆਂ, ਇੰਨਾ ਕੁਛ ਹੁੰਦੇ ਹੋਇਆਂ, 4 ਫੈਡਰਲ ਮਿਨਿਸਟਰ ਹੁੰਦੇ ਹੋਇਆਂ ਅਤੇ ਜਸਟਿਨ ਟਰੂਡੋ ਦੇ ਨਾਲ ਬਿਲਕੁਲ ਨੇੜੇ ਦੀ ਬੁੱਕਲ ਸਾਂਝੀ ਹੁੰਦਿਆਂ ਹੋਇਆਂ ਸੈਕੂਲਰ ਬਿੱਲ ਪਾਸ ਹੋ ਗਿਆ ਕੁਬੈਕ ਦੇ ਵਿੱਚ, ਜਿਹੜਾ ਬਹੁਤ ਪੇਨ ਦਿੰਦਾ ਹੈ। ਜੇ ਤੁਸੀਂ ਉਹਨੂੰ ਸੋਚੋ, ਉਹ ਹਵਾ ਕਦੇ ਵੀ ਕੁਬੈਕ ਤੋਂ ਕੈਨੇਡਾ ਵਾਲੇ ਪਾਸੇ ਨੂੰ ਵਗ ਸਕਦੀ ਹੈ। ਇਸ ਤਰ੍ਹਾਂ ਹੀ ਹੁੰਦੀ ਹੈ ਗੱਲ। ਜਿੱਦਣ ਜਦ ਸ਼ੇਰ ਆਉਂਦਾ ਪਿੰਡ ਛਡਾਉਣ ਨਹੀਂ ਆਉਂਦਾ। ਇਹ ਚੀਜ਼ਾਂ ਹੋਈਆਂ ਜਦ ਯਹੂਦੀ ਲਾਈਨ ਅਪ ਕੀਤੇ ਗਏ ਜਰਮਨੀ ਦੇ ਵਿੱਚ, ਗੱਲਾਂ ਚੱਲਦੀਆਂ। ਯਹੂਦੀ ਜਿਹੜੇ ਜਰਮਨੀ ਦੇ ਸੀ ਉਹ ਆਮ ਯਹੂਦੀਆਂ ਤੋਂ ਅਲੱਗ ਸਮਝਦੇ ਸੀ ਆਪਣੇ ਆਪ ਨੂੰ, ਕਹਿੰਦੇ ਨਾਲ ਬਾਕੀ ਕੁਛ ਨਹੀਂ। ਰਜਵਾੜਿਆਂ ਵਾਂਗੂ ਪੈਸਾ ਧੇਲਾ ਵਿਆਜ 'ਤੇ ਦੁਕਾਨਾਂ ਜੇ ਬੋ 'ਤੇ ਸਦੀਆਂ ਦੇ ਰਹਿ ਰਹੇ ਸੀ। ਹੌਲੀ ਹੌਲੀ ਜਦ ਘਰ ਮਾਰਕ ਹੋਣੇ ਸ਼ੁਰੂ ਹੋਏ, ਸਿਨਾਗੋਗ ਦੇ ਸ਼ੀਸ਼ੇ ਟੁੱਟੇ, ਗੱਲਾਂ ਕਰਦਿਆਂ ਕਰਦਿਆਂ 60 ਲੱਖ ਕਤਲ ਹੋਇਆ ਯਹੂਦੀ। ਗੱਲ ਚੱਲੀ ਹੈ। ਇਹ ਜਿਹੜਾ ਹੁਣ ਜੇ ਇੰਨਾ ਕੁਛ ਹੁੰਦਿਆਂ ਹੋਇਆਂ, ਪਾਰਟੀ ਦਾ ਕੋਈ ਹੈੱਡ ਹੁੰਦੇ ਹੋਇਆਂ, ਇੱਕ ਪੋਲੀਟੀਕਲ ਰੂਲਿੰਗ ਪਾਰਟੀ 'ਚ 4-4 ਮਿਨਿਸਟਰ, 10-10, 12-12 MP ਦੇ ਹੁੰਦੇ ਹੋਇਆਂ ਪਾਸ ਹੋਇਆ ਨਾ ਸੈਕੂਲਰ ਬਿੱਲ, ਜਿਹਦੇ ਵਿੱਚ ਤੁਸੀਂ ਉਹ ਇਕੱਲੇ ਸਿੱਖਾਂ ਦੇ ਖਿਲਾਫ ਨਹੀਂ, ਉਹ ਹਿੰਦੂਆਂ ਦੇ ਵੀ ਖਿਲਾਫ ਆ, ਮੁਸਲਮਾਨਾਂ ਦੇ ਖਿਲਾਫ ਆ, ਯਹੂਦੀਆਂ ਦੇ ਵੀ ਖਿਲਾਫ ਆ, ਕ੍ਰਿਸਚੀਅਨਾਂ ਦੇ ਵੀ ਖਿਲਾਫ ਕਹਿ ਦਿਓ। ਉਹ ਵੀ ਕ੍ਰਾਸ ਪਾ ਕੇ ਨਹੀਂ ਨੌਕਰੀ ਕਰ ਸਕਦੇ। ਪਰ ਉਹਦੇ 'ਚ ਜ਼ਿਆਦਾ ਕੌਣ ਹਿੱਟ ਹੋਣਾ? ਮਾਈਨੋਰਟੀਜ਼। ਸਾਡੇ ਵਰਗੇ ਜਿਹੜੇ ਦਸਤਾਰ ਬੰਨ੍ਹ ਕੇ, ਮੰਨ ਲਓ ਕੁਬੈਕ ਦੇ ਵਿੱਚ ਤੁਹਾਡਾ ਬੱਚਾ ਪੜ੍ਹਿਆ, ਡਾਕਟਰ ਬਣ ਗਿਆ, ਉਹ ਸਰਕਾਰੀ ਨੌਕਰ ਨਹੀਂ ਬਣ ਸਕਦਾ ਦਸਤਾਰ ਬੰਨ੍ਹ ਕੇ। ਕੁਬੈਕ ਛੱਡਣਾ ਪਊ। ਸੈਕੂਲਰ ਲਾ ਇਹ ਹੈ, ਉਹ ਕਦੇ ਵੀ ਜਿਹੜੀ ਵਿੰਡ ਆ ਬਲੋ ਕਰ ਸਕਦੀ ਹੈ ਕੈਨੇਡਾ ਵਾਲੇ ਪਾਸੇ ਸੂਬੇ ਨੂੰ। ਇਹ ਰਾਜਨੀਤੀ ਦਾ ਸਭ ਤੋਂ ਵੱਡਾ ਰਾਜਨੀਤੀ ਦਾ ਇਹ ਪੈਂਤੜਾ ਚਾਹੀਦਾ ਹੈ
ਕਿ ਸਾਡਾ ਲੌਂਗ ਟਰਮ ਦੇ ਲਈ, ਸਾਡੀ ਕਮਿਊਨਿਟੀ ਦੇ ਲਈ, ਸਾਨੂੰ ਪੰਜਾਬੀਆਂ ਦੇ ਲਈ ਕਿਹੜੀ ਚੀਜ਼ ਚੰਗੀ ਹੈ। ਸੋ ਰਾਜਨੀਤੀ ਦੀ ਸਾਡੀ ਜਿਹੜੀ ਪੜ੍ਹਤ ਹੈ ਉਹ ਰਹਿਣੀ ਤਾਂ ਨਿੱਜ ਦੇ ਆਲੇ ਦੁਆਲੇ ਹੀ ਹੈ, ਪਰ ਜਿਨ੍ਹਾਂ 'ਚ ਤੁਸੀਂ ਰਹਿੰਦੇ ਹੋ ਇਹਨਾਂ ਲੋਕਾਂ ਨੂੰ ਰਾਜਨੀਤੀ ਕਰਦੇ, ਇਹਨਾਂ ਨੂੰ ਨੇੜਿਓਂ ਵੇਖਿਓ ਲੋਕ ਕਿਵੇਂ ਸੋਚਦੇ ਆ। ਜਿਨ੍ਹਾਂ ਨੇ ਦੇਸ਼ ਸਿਰਜਿਆ, ਜਿਹੜੇ ਰਾਜਨੀਤੀ 'ਚ ਮਾਹਰ ਨੇ, ਉਹਨਾਂ ਦਾ ਲੌਂਗ ਟਰਮ ਵਿਜ਼ਨ ਕੀ ਹੈ, ਅਸੀਂ ਕਿਵੇਂ ਸੋਚਦੇ ਹਾਂ। ਸਾਡੀ ਜਿਹੜੀ ਕੱਟੜਤਾ ਹੈ ਉਹ ਕਿਸੇ ਦੇ ਹੱਕ ਦੀ ਨਹੀਂ, ਕਿਸੇ ਦੀ ਵਿਰੋਧਤਾ ਦੀ ਕੱਟੜਤਾ ਹੈ, ਬਹੁਤ ਵੱਡੀ। ਤੇ ਆਉਣ ਵਾਲੇ, ਜਿਵੇਂ ਸਾਡੇ ਪੁਰਖਿਆਂ ਨੇ ਪਿਛਲੇ 125 ਸਾਲਾਂ 'ਚ ਕਿੱਡਾ ਪੈਂਡਾ ਜਿਹੜਾ ਹੈ ਉਹ ਤੈਅ ਕੀਤਾ ਵੀ ਤੁਹਾਨੂੰ ਬਣਨ ਨਹੀਂ ਸੀ, ਤੁਹਾਨੂੰ ਵੋਟ ਦਾ ਅਧਿਕਾਰ ਨਹੀਂ। ਇਹ ਤਾਂ ਸਰਾਜ ਗਿੱਲ ਸਾਹਿਬ ਨੇ, ਨਿਰੰਜਨ ਸਿੰਘ ਉਹਨਾਂ ਨੇ ਕਿੰਨੀ ਮਿਹਨਤ ਕਰਕੇ ਸਾਨੂੰ ਵੋਟਾਂ ਦੇ ਅਧਿਕਾਰ ਦਿੱਤੇ। ਫਿਰ ਅਸੀਂ, ਸਾਡੇ ਪੁਰਖੇ ਕਿੱਧਰ ਦੀ ਲੰਘਦੇ ਰਹੇ। ਸੰਤ ਤੇਜਾ ਸਿੰਘ ਨੇ ਆ ਕੇ ਕੀ ਕੀਤਾ, ਕੋਈ ਹੰਡੂਰਸ ਨੂੰ ਭੇਜ ਰਿਹਾ ਸੀ, ਕੋਈ ਕਿਤੇ ਨੂੰ ਭੇਜ ਰਿਹਾ ਸੀ। ਇਹ ਇਸ ਤਰ੍ਹਾਂ ਨਹੀਂ ਹੈ। ਭਾਈ ਭਾਗ ਸਿੰਘ, ਭਾਈ ਬਤਨ ਸਿੰਘ ਸ਼ਹੀਦ, ਭਾਈ ਮੇਵਾ ਸਿੰਘ ਸ਼ਹੀਦ, ਉਹਨਾਂ ਨੇ ਰੱਤ ਡੋਲੀ ਹੈ ਇੱਥੇ ਸਥਾਪਤੀ ਲਈ, ਤੁਹਾਡੇ ਲਈ। ਪਰ ਹੁਣ ਅਸੀਂ ਜਿੱਦਣ ਡਿਸੀਜਨ 'ਤੇ ਬੈਠੇ ਹਾਂ, ਜਿੱਥੇ ਸਾਡੀ 5-4 ਲੱਖ ਦੀ ਵੋਟ ਹੈ, ਉੱਥੇ ਅਸੀਂ ਹੁਣ ਕੀ ਕਰਨਾ ਚਾਹੁੰਦੇ ਹਾਂ, ਹੁਣ ਅਸੀਂ ਕਿਵੇਂ ਸੋਚਦੇ ਹਾਂ, ਹੁਣ ਕਿਵੇਂ ਐਕਟ ਕਰਦੇ ਹਾਂ ਅਸੀਂ। ਇਹਦੇ ਲਈ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਜਿਹੜੇ ਵੱਡੇ ਲਾਅ ਜਿਹੜੇ ਨੇ ਪਾਸ ਹੁੰਦੇ, ਉਹਨਾਂ 'ਤੇ ਨਿਗਾਹ ਰੱਖਣ ਦੀ ਲੋੜ ਹੈ। ਸੈਕੂਲਰ ਲਾਅ, ਅਮਰੀਕਾ ਵਾਲੇ ਪਾਸੇ ਸੈਕੰਡ ਅਮੈਂਡਮੈਂਟ ਆ ਜਿਹੜੀ, ਉਹ ਬੰਦੇ ਦੀ ਰਾਖੀ ਕਰਦੀ ਹੈ ਅਤੇ ਬੰਦੇ ਝਾਕਣ ਨਹੀਂ ਦਿੰਦੇ ਉਹਦੇ ਵੱਲ। ਆਹ ਬਹੁਤ ਵੱਡੀ ਕਹਾਣੀ ਜਿਹੜੀ ਚੱਲ ਰਹੀ ਹੈ ਹਥਿਆਰਾਂ ਦੀ, ਚਾਹੇ ਮਾਸ ਸ਼ੂਟਿੰਗਸ ਹੋ ਰਹੀਆਂ ਨੇ, ਪਰ ਉਹ ਕਹਿੰਦੇ ਰਾਈਟ ਟੂ ਬੇਅਰ ਆਰਮ ਸਾਡਾ, ਤੁਸੀਂ ਸਾਨੂੰ ਪਰਾਂ ਨਹੀਂ ਕਰ ਸਕਦੇ। ਸੇਫੈਸਟ ਜਿਹੜੀ ਕੰਟਰੀ ਜਾਂ ਸੇਫੈਸਟ ਜਿਹੜੀ ਗੱਲ ਕਿਸੇ ਦੇਸ਼ ਦੀ ਜਿਹੜੀ ਧਰਤੀ ਸੁਰੱਖਿਅਤ ਹੈ, ਉਹ ਸਭ ਤੋਂ ਵੱਡੀ ਗੱਲ ਆ ਵੀ ਉੱਥੇ ਰਹਿਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਕੀ ਆਪਣੇ ਧਰਮ ਦੀ ਪ੍ਰੈਕਟਿਸ ਕਰ ਸਕਦੇ ਨੇ ਖੁੱਲ੍ਹ ਦਿਲੀ ਨਾਲ। ਉੱਥੇ ਰਹਿਣ ਵਾਲੇ ਲੋਕ ਆਪਣੀ ਜ਼ੁਬਾਨ ਜਿਹੜੀ ਉਹ ਬੋਲਦੇ ਨੇ, ਕੀ ਉਹ ਖੁੱਲ੍ਹ ਦਿਲੀ ਨਾਲ ਉਹ ਜ਼ੁਬਾਨ ਬੋਲ ਸਕਦੇ ਨੇ? ਪਰ ਉਹ ਸਰਕਾਰਾਂ ਤਾਂ ਤੁਹਾਨੂੰ ਪਰਮਿਸ਼ਨ ਦੇਣਗੀਆਂ, ਕੀ ਅਸੀਂ ਪਹਿਰਾ ਦਿੰਦੇ ਹਾਂ? ਸੰਘੇੜਾ ਸਾਹਿਬ ਮਿੰਨਤਾਂ ਕਰਦੇ ਰਹਿੰਦੇ ਨੇ ਤੁਹਾਡੀਆਂ, ਉਹ ਪੰਜਾਬੀ ਸਿੱਖ ਲਓ, ਇਹ ਪੰਜਾਬੀ ਸਿੱਖ ਲਓ, ਤੁਹਾਡੀ ਸੈਕੰਡ ਲੈਂਗੁਏਜ ਬਣ ਜਾਓ, ਤੁਹਾਡੇ ਜਵਾਕ। ਪਰ ਸਾਨੂੰ ਸ਼ਰਮ ਆਉਂਦੀ ਆ ਪੰਜਾਬੀ 'ਚੋਂ। ਅਸੀਂ ਜਵਾਕਾਂ ਨੂੰ ਧਾਰਮਿਕ ਸਥਾਨ 'ਤੇ ਕਿਵੇਂ ਜਾਣਾ, ਕਿਵੇਂ ਬਹਿਣਾ, ਇਹ ਵੀ ਨਹੀਂ ਸਿਖਾ ਸਕੇ ਅਸੀਂ। ਤੁਸੀਂ ਦੇਖੋ ਜਿਨ੍ਹਾਂ ਜਵਾਕਾਂ ਨੂੰ ਨਹੀਂ ਸਿਖਾਇਆ ਗਿਆ, ਉਹ ਗੁਰਦੁਆਰੇ ਕੀ ਕੁਛ ਕਰਦੇ ਆ ਜਾ ਕੇ, ਉਹ ਕਿਸ ਤਰ੍ਹਾਂ ਗੁਰੂ ਸਾਹਿਬ ਵੱਲ। ਉਹਨਾਂ ਨੂੰ ਇਹ ਆ ਵੀ ਇੱਕ ਵਿਆਹ ਤੋਂ ਪਹਿਲਾਂ ਆ ਇੱਕ ਰਿਚੁਅਲ ਆ, ਇੱਥੇ 4 ਗੇੜੇ ਦੇਣੇ ਪੈਣੇ ਨੇ ਬਸ। ਉਹ ਉਹਨਾਂ ਦੀਆਂ ਸੈਲਫੀਆਂ, ਫੋਟੋਆਂ ਖਿੱਚਦੇ, ਪਿੱਠ ਗੁਰੂ ਸਾਹਿਬ ਨੂੰ ਕਰਦੇ ਨੇ। ਕੀ ਕੁਛ ਅਸੀਂ, ਕੀ ਕੁਛ ਜਲੂਸ ਕੱਢਦੇ ਹਾਂ ਗੁਰੂ ਸਾਹਿਬ ਦੇ ਕੋਲ ਬੈਠੇ। ਸਾਨੂੰ ਦੇਗ ਨਹੀਂ ਲੈਣੀ ਆਉਂਦੀ, ਸਾਨੂੰ ਦੇਗ ਛਕਣੀ ਨਹੀਂ ਆਉਂਦੀ। 2 ਉਂਗਲ, ਪਹਿਲੀ ਉਂਗਲ ਤੇ ਪਹਿਲੇ ਗੂਠੇ ਨਾਲ ਚੱਕ ਕੇ ਅਸੀਂ ਦੇਗ ਛਕਦੇ ਹਾਂ, ਕਿਉਂਕਿ ਨਹੀਂ ਸਿਖਾਇਆ ਉਹਨਾਂ ਨੂੰ ਨਹੀਂ ਦੱਸਿਆ ਵੀ ਭਾਈ ਆਹ ਸਿਰ ਜਿਹੜੇ ਵਾਲ ਨੇ ਇਹ ਅਸੀਂ ਰੱਖਦੇ ਹਾਂ, ਇਹ ਮੁੰਦਰਾਂ ਨਹੀਂ ਪਾਉਂਦੇ ਅਸੀਂ। ਇਹ ਕਿਹਨੇ ਦੱਸਣੀ ਹੈ? ਦੱਸੂ ਤਾਂ ਉਹ ਜਿਹੜਾ ਆਪ ਸਿਰ 'ਤੇ ਰੱਖੂ। ਜਿਹਨੇ ਆਪ ਨਹੀਂ ਰੱਖਿਆ ਉਹਨੇ ਕੀ ਦੱਸਣਾ? ਇਸ ਤਰ੍ਹਾਂ ਹੀ ਪੰਜਾਬੀ ਹੈ, ਇੱਕ ਸ਼ਬਦ ਜਵਾਕ ਪੰਜਾਬੀ ਦਾ ਨਹੀਂ ਬੋਲਦੇ। ਉਹਨਾਂ ਨੂੰ ਇਹ ਪਤਾ ਵੀ ਇਹ ਗੁਰਦੁਆਰੇ ਆ ਕੇ ਇੱਥੇ 2 ਚੀਜ਼ਾਂ ਹੁੰਦੀਆਂ ਨੇ, ਮੱਥਾ ਟੇਕ ਐਂਡ ਲੰਗਰ ਛਕ। ਉਹ ਸਾਹਮਣੇ ਖੜ੍ਹ ਕੇ ਗੁਰੂ ਦੇ ਕਹਿੰਦੇ ਯੂਵਾਂ ਨੇ ਮੱਥਾ ਟੇਕ ਔਰ ਲੰਗਰ ਛਕ, ਇਹ 2 ਚੀਜ਼ਾਂ ਨੇ। ਅਸੀਂ ਨਹੀਂ ਦੱਸਿਆ। ਅੱਛਾ, ਉਹਨਾਂ ਨੂੰ ਇਹ ਵੀ ਦੱਸਤਾ ਵੀ ਇੱਥੇ ਹੁਕਮਨਾਮਾ ਲਿਖਿਆ ਹੋਇਆ, ਇੱਥੇ ਖੜ੍ਹਨਾ ਹੁੰਦਾ ਬਸ ਜਾ ਕੇ 4 ਮਿੰਟ। ਉਹ ਨਾ ਪੜ੍ਹ ਸਕਦੇ, ਨਾ ਉਹਨਾਂ ਨੂੰ ਪਤਾ, ਉਹ ਖੜ੍ਹ ਜਾਂਦੇ ਨੇ ਜਾ ਕੇ, ਕਿਉਂਕਿ ਬਾਕੀ ਖੜ੍ਹੇ ਨੇ। ਮਾਂ ਬੋਲੀ ਦੇ ਲਈ ਕਿੰਨੀ ਮਿਹਨਤ ਕੀਤੀ, ਕਿੰਨੇ ਵਿਦਿਆਰਥੀ, ਸਰੀ ਸਕੂਲ ਬੋਰਡ ਨੇ ਸਾਨੂੰ ਦਿੱਤੀਆਂ, ਕਲਾਸਾਂ ਦਿੱਤੀਆਂ, ਅਸੀਂ ਜਵਾਕ ਨਹੀਂ ਜਮਾ ਆਪਣੇ ਉਹਦੇ 'ਚ ਦਾਖਲ ਕਰਾ ਸਕੇ। ਕਿੱਡੀ ਬਦਕਿਸਮਤੀ ਹੈ। ਲੌਂਗ ਟਰਮ ਜਿਹੜੇ ਸਾਡੇ ਗੋਲ ਨੇ ਐਜ਼ ਏ ਕਮਿਊਨਿਟੀ ਹੋਈ, ਜਿਹੜਾ
ਜਦ ਕਾਮਾਗਾਟਾ ਮਾਰੂ ਮੁੜਿਆ ਕਮਿਊਨਿਟੀ ਦੇ ਤੌਰ ਤੇ ਮੁੜਿਆ, ਉਹ 'ਚ ਸਿੱਖ ਹਿੰਦੂ ਮੁਸਲਮਾਨ ਸਾਰੇ ਸੀ, ਪਰ ਉਹ ਕਹਿੰਦੇ ਭੂਰੇ ਲੱਗਦੇ ਨੇ, ਮੁੜੋ ਵਾਪਸ ਇਹਨਾਂ ਨੂੰ। ਡਾਇਰੈਕਟ ਜਹਾਜ਼ ਤੇ ਨਹੀਂ ਆਏ, ਡਾਇਰੈਕਟ ਦੱਸੋ ਮੈਨੂੰ ਕਿੱਥੋਂ ਬੰਬਿਓ ਆਉਣਾ ਸੀ। ਹਾਂਗਕਾਂਗ ਤੋਂ ਤੋਰਿਆ ਉਹਨਾਂ ਨੇ, ਆ ਗਏ। ਹੈੱਡ ਟੈਕਸ ਇੱਥੇ ਚੀਨ ਨੇ ਦਿੰਦੇ ਰਹੇ। ਇੱਥੇ ਇਹ ਐਵੇਂ ਨਹੀਂ ਹੋਇਆ ਗੱਲ। ਪੁੱਛ ਕੇ ਵੇਖੋ ਜਿਨ੍ਹਾਂ ਨੇ 40-50 ਸਾਲ ਪਹਿਲਾਂ ਇੱਥੇ 60 ਸਾਲ ਪਹਿਲਾਂ ਇਹ ਰੇਲ ਦੀਆਂ ਲਾਈਨਾਂ ਵਿਛਾਈਆਂ, ਕਿਵੇਂ BC ਰੇਲ, CP ਰੇਲ ਦੇ ਵਿੱਚ, ਫੋਰਟ ਸੇਂਟ ਜੇਮਸ, ਫੋਰਟ ਨੈਲਸਨ ਦੇ ਵਿੱਚ ਕਿਹੜੇ ਹਾਲੀ ਲੋਕ ਰਹਿੰਦੇ ਰਹੇ, ਕਿਵੇਂ ਗੇਲੀਆਂ ਢਿੱਡ ਦੇ ਨਾਲ ਧੱਕਦੇ ਰਹੇ। ਪਰ ਅਸੀਂ ਆਪਣਾ ਮੁੱਢ, ਅਸੀਂ ਮੂਲ ਛੱਡ ਰਹੇ ਹਾਂ। ਬਹੁਤ ਵੱਡਾ ਇਹ ਇਸ਼ੂ ਹੈ, ਕਿਉਂਕਿ ਜਿੱਥੇ ਡਿਸੀਜ਼ਨ ਬਣਨੇ ਨੇ, ਚਾਹੇ ਉਹ ਸ਼ਹਿਰ 'ਚ ਬਣਨੇ ਨੇ, ਚਾਹੇ ਸੂਬੇ 'ਚ ਬਣਨੇ ਨੇ, ਚਾਹੇ ਤੁਹਾਡੇ ਆਟਵਾ 'ਚ ਬਣਨੇ ਨੇ, ਉੱਥੇ ਅਸੀਂ ਸੁਨੇਹਾ ਠੀਕ ਨਹੀਂ ਭੇਜ ਰਹੇ। ਸਾਡੇ ਸੁਨੇਹੇ ਦਾ ਮਾਪਦੰਡ ਇਹ ਹੋਰ ਹੈ। ਜਦ ਤੁਸੀਂ ਕਮਿਊਨਿਟੀ ਦੀ ਗੱਲ ਕਿਸੇ ਪੋਲੀਟੀਕਲ ਬੰਦੇ ਨਾਲ ਕਰੋਗੇ, ਫਿਰ ਉਹ ਕਮਿਊਨਿਟੀ ਬਾਰੇ ਸੋਚੂ। ਜਦ ਤੁਸੀਂ ਨਿੱਜੀ ਤੌਰ 'ਤੇ ਉਹਨੂੰ ਕਹਿਣਾ ਵੀ ਹਾਂ ਦੱਸ ਮਦਦ ਕਰ ਦਈਏ, ਮੇਰੇ ਲਈ ਕੀ ਆ, ਕਿਹੜੀ ਸੀਟ ਦਿੰਦਾ, ਕਿੱਥੇ ਜਵਾਕ ਸੈੱਟ ਕਰਦਾ, ਅਤੇ ਅਸੀਂ ਜਾਂ ਵੀਜ਼ੇ ਦੀ ਚਿੱਠੀਆਂ ਲੈਣੀਆਂ ਨੇ ਕਿੱਥੋਂ ਲਈਏ। ਰਾਜਨੀਤੀ ਦਾ ਸਾਡਾ ਸੋਚਣਾ ਵਧੀਆ ਨਹੀਂ ਹੈ, ਲੌਂਗ ਟਰਮ ਲਈ ਸਾਡਾ ਠੀਕ ਨਹੀਂ ਹੈ। ਦੇਸ਼ਾਂ 'ਚ ਕਿਤੇ ਰਹਿੰਦੇ ਹੱਕ ਤੁਹਾਨੂੰ ਬਣਾ ਕੇ ਰੱਖਣੇ ਪੈਂਦੇ ਨੇ। ਹਵਾ ਮਾੜੀ ਕਦ ਵੀ ਵਗ ਸਕਦੀ ਹੈ। ਲੋਕ ਇੱਕ ਤਰੀਕੇ ਨਾਲ ਸੋਚਣ ਲੱਗ ਜਾਂਦੇ ਨੇ। 604-204-0600 ਸਾਡਾ ਰਾਜਨੀਤਿਕ ਪੈਂਤੜਾ ਜਿਹੜਾ ਹੈ ਉਹ ਕਿਵੇਂ ਠੀਕ ਹੋ ਸਕਦਾ? ਸੁਨੀਲ ਜੀ, ਲਾਈਨ ਨੰਬਰ 1 ਜੀ। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਇਹ ਬੜੀ ਇੰਪੋਰਟੈਂਟ ਗੱਲ ਆ ਜਿਹੜੀ ਤੁਸੀਂ ਅੱਜ ਉਭਾਰੀ, ਦੁਆਰਾ ਫਿਰ ਇਦਾਂ ਹੀ ਉਭਾਰਦੇ ਰਿਹਾ ਕਰੋ ਤਾਂ ਕਿ ਲੋਕ ਅਵੇਅਰ ਹੋ ਸਕਣ। ਅਸੀਂ ਵੀ ਵਿੱਚ ਜੀ, ਮੇਰਾ ਖਿਆਲ, ਜੇ ਮੈਂ ਗਲਤ ਨਾ ਹੋਵਾਂ, ਆਪਣੇ ਚ ਜ਼ਿਆਦਾਤਰ ਤੁਸੀਂ ਵੀ ਉਹਨਾਂ 'ਚ ਵਿੱਚ ਹੋਗੇ, ਮੈਂ ਕਦੀ ਕਿਸੇ MP ਦੇ ਆਫਿਸ 'ਚ ਕਦੀ ਕੋਈ ਚਿੱਠੀ ਲੈਣ ਨਹੀਂ ਗਿਆ ਜਾਂ ਸਿਫਾਰਿਸ਼ ਕਰਨ ਨਹੀਂ ਗਿਆ ਅੱਜ ਤੱਕ 30 ਸਾਲਾਂ 'ਚ। ਬਿਲਕੁਲ। ਤੇ ਬਾਕੀ ਸਾਰੇ ਜ਼ਿਆਦਾਤਰ ਪੰਜਾਬੀ ਵੀ ਇੱਦਾਂ ਦੇ ਹੋਣਗੇ, ਕੁਛ ਜਿਨ੍ਹਾਂ ਨੂੰ ਲੋੜ ਆ ਗਏ ਵੀ ਹੋਣਗੇ, ਜਾਣਾ ਵੀ ਚਾਹੀਦਾ। ਪਰ ਜਿੱਥੇ ਤੱਕ ਤੁਸੀਂ ਇਹ ਪੋਲੀਟੀਕਲ ਅਵੇਅਰਨੈਸ ਦੀ ਗੱਲ ਕੀਤੀ ਹੈ, ਸੌਰੀ ਟੂ ਸੇ ਅਸੀਂ ਜ਼ੀਰੋ ਹਾਂ। ਪਰ ਮੈਂ ਛੋਟੀ ਜਿਹੀ ਗੱਲ ਸੁਣਾਉਣਾ, ਔਰ ਮੈਂ ਇਹ ਇੱਥੇ ਕਹਿਣਾ ਚਾਹੁੰਦਾ, ਇੱਕ ਪੰਜਾਬ ਦੇ ਪੋਲੀਟੀਸ਼ੀਅਨ ਦੀ ਕੁੜੀ ਇੱਥੇ ਇਲੈਕਸ਼ਨਾਂ 'ਚ ਖੜ ਗਈ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨਾਂ ਹੋਈਆਂ। ਮੈਨੂੰ ਗੁੱਸਾ ਸੀਗਾ ਕਿ ਉੱਥੇ ਵੀ ਅਕਾਲੀ ਕਾਂਗਰਸੀ ਸਾਡੇ ਤੇ ਰਾਜ ਕਰੀ ਜਾਂਦੇ ਆ, ਉਹਨਾਂ ਦੇ ਬੱਚੇ ਵੀ ਇੱਥੇ ਆ ਕੇ ਸਾਡੇ ਤੇ ਹੀ ਕਰਨਗੇ। ਮੈਂ ਇਸ ਕਰਕੇ ਨਾ ਚਾਹੁੰਦੇ ਹੋਏ ਵੀ ਅਜੇ ਕਿ ਉਹ ਬੰਦਾ ਵਧੀਆ, ਮੈਂ ਨਾਂ ਨਹੀਂ ਲੈਣਾ, ਮੈਂ ਉਹਨੂੰ ਮਿਲਣ ਗਿਆ। ਮੈਂ ਕਿਹਾ ਯਾਰ ਤੇਰੀ ਸਪੋਰਟ ਕਰਨੀ ਐਤਕੀ ਬਰਨਬੀ 'ਚ। ਉਹ ਮੈਨੂੰ ਤਾਂ ਉਸ ਟਾਈਮ ਵੀ ਜਾਣਦਾ ਸੀ ਜਦੋਂ MLA ਬਣਿਆ ਵੀ ਨਹੀਂ ਸੀ ਪਹਿਲੀ ਵਾਰੀ, ਹੁਣ ਤਾਂ 3-4 ਵਾਰੀ ਬਣ ਚੁੱਕਾ। ਅਸੀਂ ਕੌਫੀ ਪੀਣ ਲੱਗ ਪਏ। ਮੈਂ ਕੌਫੀ ਪੀਂਦੇ ਇੱਕ ਗੱਲ ਪੁੱਛੀ, ਮੈਂ ਕਿਹਾ ਵੀਰ ਜੀ ਜਿਹੜੇ ਕਾਨੂੰਨ ਜਿਹੇ ਬਣਦੇ ਹੁੰਦੇ ਆ ਵੀ ਤੁਸੀਂ ਕਿੱਦਾਂ ਫਿਰ ਕਰਦੇ ਹੁੰਦੇ ਯਾਰ ਵੈਸੇ, ਕਿਉਂਕਿ ਆਪਾਂ ਇੰਨਾ ਇੰਟਰਸਟ ਨਹੀਂ ਲੈਂਦੇ, ਤੇ ਉਹਨਾਂ ਦੇ ਡਿਪਟੀ ਮਿਨਿਸਟਰ ਬਣਾਉਂਦੇ ਹੁੰਦੇ ਆ। ਮੈਂ ਕਿਹਾ ਡਿਪਟੀ ਮਿਨਿਸਟਰਾਂ 'ਚ ਆਪਣਾ ਬੰਦਾ ਕੌਣ ਆ? ਕਹਿੰਦਾ ਇੱਕ ਵੀ ਨਹੀਂ। ਮੈਂ ਪ੍ਰੋਵਿੰਸ਼ੀਅਲੀ BC ਦੀ ਗੱਲ ਕਰਨੀ। ਠੀਕ ਜੀ। ਇਹ ਲਾਸਟ ਇਲੈਕਸ਼ਨ ਵਾਲੀਆਂ 2021 'ਚ ਹੋ ਗਈ, ਮੈਂ ਉਹਦੀ ਗੱਲ ਸੁਣਾਂਗੇ। ਮੇਰਾ ਗੁੱਸਾ ਤਾਂ ਇਹ ਸੀਗਾ ਕਿ ਪੰਜਾਬ ਦੇ ਜਿਹੜੇ ਜੰਮੇ ਪਲੇ ਪੋਲੀਟੀਸ਼ੀਅਨ ਉੱਥੇ ਲੁੱਟ ਕੇ ਖਾਧਾ, ਉਹਨਾਂ ਦੇ ਬੱਚੇ ਵੀ ਸਾਨੂੰ ਲੁੱਟ ਕੇ ਖਾਣਗੇ। ਮੈਂ ਇਸ ਕਰਕੇ ਗਿਆ ਸੀ, ਹੋਰ ਨਹੀਂ, ਮੈਂ ਤੁਹਾਨੂੰ ਸੱਚ ਦੱਸਦਾ। ਪਰ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਮੁੜ ਕੇ ਆਵਾਂ, ਤੁਸੀਂ ਇੱਕ ਬੰਦੇ ਨੂੰ ਜਾਣਦੇ ਹੋ, ਮੈਂ ਤਾਂ ਨਾਂ ਨਹੀਂ ਲੈਣਾ, ਅਸੀਂ ਇਕੱਠੇ ਆਉਂਦੇ ਪਏ ਸੀਗੇ। ਮੈਂ ਕਿਹਾ ਯਾਰ ਵੀ ਬੱਚਿਆਂ ਨੂੰ ਯਾਰ ਜੇ ਸਾਡੀ ਪਾਲਿਸੀ ਮੇਕਿੰਗ ਦਾ ਹੀ ਨਹੀਂ ਪਤਾ ਕਿਵੇਂ ਬਣਦੀ ਆ, ਉਹਦੇ ਜਾਂਦੇ ਹੀ ਨਹੀਂ, ਤਾਂ ਅਸੀਂ ਪਾਲਿਸੀਆਂ ਕਿਹੜੀਆਂ ਬਣਵਾ ਲਾਂਗੇ? ਇਹ ਗੱਲ ਫੈਡਰਲ ਲੈਵਲ ਤੱਕ, ਫਿਰ ਪ੍ਰੋਵਿੰਸ਼ੀਅਲ ਲੈਵਲ ਤੱਕ ਮੈਂ ਸਟੱਡੀ ਕੀਤੀ। ਸਾਡੇ ਬਹੁਤ ਬੱਚੇ ਘੱਟ ਨੇ। ਬਿਲਕੁਲ ਠੀਕ ਹੈ। ਔਰ ਲੌਬੀ ਮੇਕਿੰਗ ਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ, ਅੱਜ ਕੱਲ੍ਹ ਫੈਡਰਲੀ ਐਕਟਿਵ ਨੇ, ਕਾਫੀ ਜ਼ਿਆਦਾ ਕੰਜ਼ਰਵੇਟਿਵ, ਤੇ ਉਹਨਾਂ 'ਚ ਇੱਕ ਬੱਚਾ ਆਇਆ, ਉਹ ਵਕੀਲ ਸੀ, ਦੋਨੇ ਜਣੇ ਬਰੈਂਪਟਨ ਤੋਂ। ਉਹਨਾਂ ਨਾਲ ਇਹ ਨਹੀਂ ਵੈਸੇ ਹੀ ਬੈਠੇ, ਤੇ ਉਹ ਮੈਨੂੰ ਗੱਲ ਕਹਿਣ ਲੱਗ ਪਏ ਵੀ ਮੈਂ ਤੁਸੀਂ ਕੋਈ ਸਪੋਰਟ ਕਰਦੇ ਹੋ? ਕਹਿੰਦੇ ਵੈਲ ਜਿਹੜਾ ਇੱਕ ਇੰਡੀਅਨ ਗਵਰਨਮੈਂਟ ਦੇ ਫਲਾਣਾ ਬੰਦਾ ਆ, ਉਹ ਇਹਦੀ ਕਰਦਾ, ਅਸੀਂ ਤਾਂ ਕਰਦੇ, ਹੋਰ ਕੁਛ ਨਹੀਂ। ਸੋ ਜੇਕਰ ਸਾਨੂੰ ਆਪਣੀ ਲੋਕਲ ਪੋਲੀਟਿਕਸ ਦਾ ਪਤਾ ਨੀਗਾ, ਅਸੀਂ ਕਿਸ ਤਰ੍ਹਾਂ ਸਾਡਾ ਇੰਪੈਕਟ ਹੈ, ਕਿੱਦਾਂ ਅਸੀਂ ਇੰਪੈਕਟ ਕਰਕੇ ਆਪਣੀ ਕਮਿਊਨਿਟੀ ਨਾਲ ਕਿ ਆਪਣੇ ਵਾਸਤੇ ਡਿਸੀਜ਼ਨ ਮੇਕਿੰਗ ਬਣਾ ਸਕਦੇ ਹਾਂ, ਤਾਂ ਅਸੀਂ ਆਪਣੀ ਮੰਗ ਕਿੱਥੇ ਲੈ ਕੇ ਜਾਵਾਂਗੇ, ਮੰਗਾਂ ਕਿਹੜੀਆਂ ਨੇ ਉਹਦੀ ਗੱਲ ਨਹੀਂ ਕਰਦੇ। ਮੈਂ
ਤੁਹਾਡੇ ਇਸ ਅੱਜ ਦੇ ਪ੍ਰੋਗਰਾਮ ਥਰੂ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਾਨੂੰ ਚਾਹੀਦਾ ਇਹ ਆ ਕਿ ਅਸੀਂ ਆਪਣਾ ਕੋਈ ਚਾਹੇ ਆਪਣੀ ਕਮਿਊਨਿਟੀ ਦਾ ਹੀ ਬਣਾ ਲਓ ਤੇ ਲੋਕਲ ਸਿਟੀਜ਼ਨਸ਼ਿਪ ਦੇ ਬੇਸ ਦੇ ਉੱਤੇ ਕੋਈ ਇੱਕ ਡਿਮਾਂਡ ਬਣਾ ਕੇ ਰੱਖਿਆ ਕਰੀਏ, ਜਿਹਨੂੰ ਆਪਾਂ ਮੰਗ ਪੱਤਰ ਕਹਿੰਦੇ ਆ। ਉਹਨੂੰ ਲਿਖਤੀ ਤੌਰ ਦੇ ਉੱਤੇ ਚਾਹੇ ਪ੍ਰੋਵਿੰਸ਼ੀਅਲ ਇਲੈਕਸ਼ਨਾਂ ਹੋਣ, ਚਾਹੇ ਫੈਡਰਲੀ ਹੋਣ, ਚਾਹੇ ਹੁਣ ਲੋਕਲ ਹੋਣੀਆਂ ਨੇ ਜੀ, ਉਹ ਲਿਖਤੀ ਤੌਰ ਤੇ ਦਵੋ ਇਲੈਕਸ਼ਨਾਂ ਤੋਂ ਪਹਿਲਾਂ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੂੰ ਅਕਾਊਂਟੇਬਲ ਬਣਾਓ ਵੀ ਜਦੋਂ ਦੱਸੋ ਵੀ ਤੁਹਾਨੂੰ ਇਲੈਕਸ਼ਨਾਂ ਤੋਂ ਬਾਅਦ 6 ਮਹੀਨੇ ਬਾਅਦ ਕੰਟੈਕਟ ਕਰੀਏ 3 ਮਹੀਨੇ ਤੁਸੀਂ ਇਹ ਤੇ ਕੀ ਕੰਮ ਕਰਨਾ ਕੀ ਕਹੋਗੇ। ਬਿਲਕੁਲ ਠੀਕ ਹੈ। ਉਹਨੂੰ ਤੁਸੀਂ ਚਾਹੇ ਆਪਣੇ ਪੈਸਿਆਂ ਨਾਲ ਛਪਵਾ ਦਿਓ, ਆਨਲਾਈਨ ਪਾ ਦਿਓ, ਤਾਂ ਕਿ ਉਹਨਾਂ ਬੰਦਿਆਂ ਨੂੰ ਤੁਸੀਂ ਅਕਾਊਂਟੇਬਲ ਕਰਕੇ ਕਮਿਊਨਿਟੀ ਵਾਸਤੇ ਕੋਈ ਵੀ ਜਿਹੜੀ ਚੀਜ਼ ਤੁਸੀਂ ਚਾਹੁੰਦੇ ਹੋ ਨਹੀਂ ਹੈਗੀ ਉਹ ਲੈ ਸਕੋ। ਬਾਕੀ ਇੱਥੇ ਕੋਈ ਇਦਾਂ ਦੀ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ ਕਿ ਮੇਰੇ ਬੱਚੇ ਨੌਕਰੀ ਦੇ ਦਿਓ, ਤੁਸੀਂ ਵੀ ਲਿਖਣ ਤੁਹਾਡਾ ਵੀ ਬੱਚਾ ਮੇਰੇ ਬੱਚੇ ਤੋਂ ਥੋੜਾ ਜਿਹਾ ਵੱਡਾ ਨਹੀਂ ਹੁੰਦਾ। ਉਹ ਇੰਟਰਸਟਡ ਹੀ ਹੈ ਨਹੀਂ, ਉਹ ਇੰਟਰਸਟਡ ਹੀ ਹੈ ਨਹੀਂ। ਪਹਿਲੀ ਗੱਲ ਤਾਂ ਗਵਰਨਮੈਂਟ ਜੌਬਸ। ਦੂਜੀ ਗੱਲ ਇਹ ਆ ਕਿ ਜੇ ਹੋਊਗਾ ਤੇ ਉਹਨਾਂ ਨੂੰ ਮੈਰਿਟ ਦੇ ਬੇਸ ਤੇ ਨੌਕਰੀ ਮਿਲਣੀ ਹੈ। ਬਿਲਕੁਲ ਸਿਫਾਰਿਸ਼ ਦੀ ਲੋੜ ਨਹੀਂ। ਤੁਸੀਂ ਵੀ ਇਦਾਂ ਹੀ ਸੋਚਦੇ ਹੋ। ਸੋ ਆਪਾਂ ਆਪਣੇ ਬੱਚਿਆਂ ਦੀ ਇਹ ਨਾ ਸੋਚੀ ਅਸੀਂ ਬੱਚਿਆਂ ਨੂੰ ਸਿਕਿਉਰ ਕਰਨਾ, ਆਪਾਂ ਮਿਹਨਤ ਕਰ ਲਈ ਆ। ਹੁਣ ਜਿਹੜੀ ਅਸੀਂ ਕਮਿਊਨਿਟੀ ਬੇਸ ਦੇ ਉੱਤੇ ਆਪਣਾ ਇੰਪੈਕਟ ਕ੍ਰੀਏਟ ਕਰਨਾ ਚਾਹੁੰਦੇ ਆ ਸੋਸਾਇਟੀ ਦੇ ਵਿੱਚ, ਜੋ ਕੁਝ ਲੈਣਾ ਚਾਹੁੰਦੇ ਜਾਂ ਜਿਹੜੀ ਸਾਡੀ ਪੋਜੀਸ਼ਨ ਬਣੀ ਉਹਨੂੰ ਬਰਕਰਾਰ ਰੱਖਣਾ ਚਾਹੁੰਦੇ ਆ, ਉਹਦੇ ਵਾਸਤੇ ਅਸੀਂ ਲਿਖਤੀ ਤੌਰ ਦੇ ਉੱਤੇ ਆਪਣੇ ਕੋਈ ਨਾ ਕੋਈ ਮੰਗ ਪੱਤਰ ਬਣਾਈਏ। ਉਹ ਲੋਕਲ ਲੈਵਲ ਤੇ, ਪ੍ਰੋਵਿੰਸ਼ੀਅਲ ਲੈਵਲ ਤੇ, ਫੈਡਰਲ ਲੈਵਲ ਤੇ ਪੋਲੀਟੀਸ਼ੀਅਨਾਂ ਨੂੰ ਇੰਪੈਕਟ ਕਰੀਏ, ਜਿਹੜੀ ਮਰਜ਼ੀ ਪਾਰਟੀ ਹੋਵੇ, ਔਰ ਤਾਂ ਕਿ ਅਸੀਂ ਆਪਣਾ ਫਿਊਚਰ ਜਿਹੜਾ ਸਿਕਿਉਰ ਕਰ ਸਕੀਏ। ਬਾਕੀ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਸ਼ਾਇਦ ਤੁਸੀਂ ਮੈਂ ਸੁਣਿਆ ਵੀ ਨਹੀਂ ਪੂਰਾ ਪ੍ਰੋਗਰਾਮ ਜੀ। ਬਈ ਦੇਖੋ ਜਿਹੜੇ ਨਵੇਂ ਬੱਚੇ ਵੀ ਆ ਰਹੇ ਨੇ, ਉਹ ਵੀ ਆਪਣੇ ਬੱਚੇ ਜਿਹੜੇ ਉੱਥੋਂ ਆ ਰਹੇ ਨੇ। ਬਿਲਕੁਲ ਠੀਕ ਹੈ, ਗੱਲ ਕਰਕੇ ਉਹਨਾਂ ਨੂੰ ਵੀ ਹਜੇ 10 ਸਾਲ ਲੱਗ ਜਾਣੇ, ਕਿਉਂਕਿ ਇੱਕ ਬੰਦੇ ਨੂੰ ਮੈਨੂੰ ਲੱਗਦਾ 10 ਸਾਲ ਲੱਗ ਜਾਂਦੇ ਜਦੋਂ ਉਹਨੂੰ ਅਕਲ ਜੀ ਆਉਂਦੀ ਵੀ ਹੁਣ ਮੈਂ ਕੁਝ ਹੋਰ ਕਰਾਂ। ਉਸ ਸਮੇਂ ਤੱਕ ਜਿਹੜੇ ਘਾਤ ਕਿਸਮ ਦੇ ਬੰਦੇ ਹੁੰਦੇ ਨਾ, ਵਰਤ ਚੁੱਕੇ ਹੁੰਦੇ 2 ਵਾਰੀ ਉਹਨਾਂ ਨੂੰ। ਬਿਲਕੁਲ ਵਰਤ ਸਕਦੇ ਆ। ਸੋ ਇਸ ਕਰਕੇ ਇਦਾਂ ਦੇ ਪ੍ਰੋਗਰਾਮ ਚਲਾਉਂਦੇ ਰਹੋ ਤਾਂ ਕਿ ਹੋਰ ਬੰਦੇ ਵੀ ਪਾਰਟੀਸਪੇਟ ਕਰਕੇ ਆਪਣੀਆਂ ਗੱਲਾਂ ਲੈ ਕੇ ਆਉਣ ਤੇ ਸ਼ਾਇਦ ਹੋ ਸਕਦਾ ਜਿਹੜਾ ਸਾਡਾ ਭਵਿੱਖ ਹੈ ਉਹ ਅੱਜ ਨਾਲੋਂ ਵਧੀਆ ਹੋ ਸਕੇ। ਤੁਹਾਡਾ ਧੰਨਵਾਦ। ਧੰਨਵਾਦ ਸੁਨੀਲ ਜੀ। ਕੰਗ ਸਾਹਿਬ, ਸਰਾ ਹਰਪਾਲ ਸਿੰਘ। ਆਪਣੇ ਗਿੱਲ ਸਾਹਿਬ ਤੁਸੀਂ ਵੀ ਤਾਂ ਭਾਅ ਨੇ ਗੱਲਾਂ ਧੰਨ ਕਰਾਤੀ। ਮੈਨੂੰ ਇੱਕ ਆਉਂਦਾ ਖਿਆਲ ਜੀ, ਦੇਖੋ ਇਹਦੇ ਵਿੱਚ ਪੋਲੀਟੀਸ਼ੀਅਨ ਦਾ ਇਕੱਲੇ ਦਾ ਕਸੂਰ ਨਹੀਂ, ਸਾਡੇ ਲੋਕਾਂ ਦਾ ਵੀ ਕਸੂਰ ਆ। ਲੋਕ ਮਦਦ ਹੀ ਉਹ ਇਸ ਤਰੀਕੇ ਨਾਲ ਕਰਨ ਜਾਂਦੇ, ਉਹਦੇ ਨਾਲ ਤੁਰਦੇ ਆ, ਉਹ ਕੁਛ ਨਾ ਕੁਛ ਲੱਭਦੇ ਆ, ਭਾਲਦੇ ਆ ਪਿੱਛੋਂ। ਤੇ ਮੈਂ ਤਾਂ ਬੇਨਤੀ ਇਹ ਕਰਦਾ ਵੀ ਆਰਾਮ ਨਾਲ ਨਾ, ਜਿਸ ਕਿਸੇ ਨੇ ਖੜਨਾ ਵੀ ਆ ਪੋਲੀਟਿਕਸ, ਚਲੋ ਲੋਕਾਂ ਦੀ ਸੇਵਾ, ਉਹ ਕਿਸੇ ਨੂੰ ਨਾਲ ਲਵੇ ਹੀ ਨਾ। ਅੱਜ ਇਹੋ ਜਿਹਾ ਸਾਡਾ ਮਾਹੌਲ ਚੱਲ ਪਿਆ ਇੱਥੇ ਹੈ ਨਾ, ਬਈ ਕੰਪੇਨ ਦੇ ਤੌਰ ਤੇ ਕਿੱਦਾਂ ਹਜ਼ਾਰਾਂ ਬੰਦਾ ਉੱਧਰ, 1500 ਉੱਧਰ ਚੱਕੀ ਜਾਊ। ਮੈਂ ਕਹਿੰਦਾ ਜਿੱਦਾਂ ਗੋਰੇ ਜਾਂਦੇ ਆ, ਆਪਣਾ ਦਰਵਾਜ਼ਾ ਕਿਸੇ ਦਾ ਖੜਕਾਓ ਨੇ ਨਾ ਸਹੀ। ਲੋਕੀ ਬਹੁਤ ਇਸ ਚੱਕਰ 'ਚ, ਪੋਲੀਟੀਸ਼ੀਅਨ ਵੀ ਇਸੇ ਚੱਕਰ 'ਚ ਹੀ ਹੋ ਗਿਆ ਵੀ ਜਿੰਨਾ ਚਿਰ ਉਹਨਾਂ ਦੇ 50 ਬੰਦੇ ਨਾਲ ਨਹੀਂ ਤੁਰਦੇ, ਉਹਨਾਂ ਨੂੰ ਦੂਰ ਖੜਕਾਉਣ ਦਾ ਮਜ਼ਾ ਨਹੀਂ ਆਉਂਦਾ। ਇਹ ਜਿੱਦਾਂ ਤੁਸੀਂ ਗੱਲਾਂ ਕੀਤੀਆਂ ਗਿੱਲ ਸਾਹਿਬ, ਇਹ ਜੇ ਨਾ ਇਹ ਸੁਧਾਰ ਹੋਇਆ ਤਾਂ ਸਾਡਾ ਹਾਲ ਇੱਥੇ ਬਹੁਤ ਜ਼ਿਆਦਾ ਬੁਰਾ ਹੋ ਜਾਊ। ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਲੋਕਾਂ ਨੂੰ ਇਹਨਾਂ ਤੇ ਗੌਰ ਕਰਨਾ ਚਾਹੀਦਾ। ਧੰਨਵਾਦ ਤੁਹਾਡਾ। ਧੰਨਵਾਦ ਜੀ ਕੰਗ ਸਾਹਿਬ। ਸਰਾ ਗੁਰਮੇਲ ਸਿੰਘ। ਰੂਬਲ ਦਾ ਨੰਬਰ ਨਹੀਂ ਮਿਲਦਾ। ਗੁਰਮੇਲ ਸਿੰਘ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਮੈਨੂੰ ਨਾ ਸਾਨੂੰ ਰੂਬਲ ਦਾ ਨੰਬਰ ਤਾਂ ਮੈਡਮ। ਸਰਾ ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 5। ਦਿਓਲ ਸਾਹਿਬ। ਸਰਾ ਗੁਰਮੁਖ ਸਿੰਘ ਦਿਓਲ। ਹਾਂਜੀ ਗੱਲ ਸਾਹਿਬ, ਆਵਾਜ਼ ਆ ਰਹੀ? ਹਾਂਜੀ ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ ਹੁਣ। ਸੌਰੀ, ਪਤਾ ਨਹੀਂ ਮੇਰੇ ਨੂੰ ਸੁਣ। ਗੱਲ ਦੇਖੋ, ਰਾਜਨੀਤੀ ਜਿਹੜੀ ਹੈ ਨਾ, ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਵੀ ਸਾਨੂੰ ਜਿੰਨੀ ਸਾਡੀ ਡਿਸਕਸ਼ਨ ਹੁੰਦੀ ਆ ਏਅਰ ਦੇ ਉੱਤੇ, ਆਮ ਸੋਸ਼ਲ ਮੀਡੀਆ ਤੇ ਲੈ ਕੇ ਨਾ, ਅਸੀਂ ਸਾਰਾ ਕੁਝ ਪਹਿਲਾਂ ਇੱਕ ਮਾਈਂਡ ਸੈਟ ਚੋਂ ਹੀ ਕਰ ਰਹੇ ਹੁੰਦੇ ਆ। ਮਾੜੀ ਗੱਲ ਨਹੀਂ ਕਿਸੇ ਦਾ ਮਾਈਂਡ ਸੈਟ ਹੋਣਾ ਉਹਦੇ ਵਿੱਚ, ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਇੱਕ ਸਿਆਸਤ ਆ ਨਾ, ਧਰਮ ਆ, ਵਿਗਿਆਨ ਆ, ਇਹ ਜਿਹੜੀਆਂ 3-4 ਵਿਸ਼ੇ ਆ, ਇਹਨਾਂ ਦੇ ਉੱਤੇ ਸਾਡਾ ਜਿਹੜੀ ਸਮਝ ਬਣੀ ਹੁੰਦੀ ਆ, ਉਹ ਤਕਰੀਬਨ ਜਿਹੜੀ ਸਮਝ ਜੋ ਅਸੀਂ ਹੁੰਦੀ ਆ। ਆਪਾਂ ਦਿਲ ਸਾਹਿਬ ਤੁਹਾਡਾ ਫੋਨ ਨਹੀਂ ਕਲੀਅਰ ਹੋ ਰਿਹਾ ਜੀ, ਦੁਬਾਰਾ ਕਰੋ। ਗੁਰਵਿੰਦਰ ਸਿੰਘ ਕੰਗ ਜੀ, ਲਾਈਨ ਨੰਬਰ 6। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਇਹ ਗਿੱਲ ਸਾਹਿਬ, ਇਹ ਆਪਾਂ ਵੀ ਕਸੂਰਵਾਰ ਹੀ ਹਾਂ ਜੀ। ਜਿਹੜੇ ਐਮਪੀ ਜਿਹੜੇ ਚੁਣੇ ਆ ਨਾ, ਇੱਥੇ ਸਾਡੇ ਤੇ ਲੋਕੀ ਇੰਨੇ ਹੋ ਜਾਂਦੇ ਆ ਜੀ। ਉਹ ਧਾਰਮਿਕ ਸੰਸਥਾ ਵਾਲਿਆਂ ਨੇ ਵੀ ਨਾਲ ਖੋਲ ਲਿਆ, ਜਗਾਰਮੈਂਟ ਵੀ। ਜੇ ਤੁਸੀਂ ਇੰਨੇ ਦੀ ਪਰਚੀ ਕਟਾਓਗੇ, ਨਾਲ ਤੁਹਾਨੂੰ ਐਮਪੀ ਦੀ ਚਿੱਠੀ ਵੀ ਦਵਾ ਦਿਆਂਗੇ, ਸਿੱਧਾ ਵੀਜ਼ਾ ਲੱਗੂਗਾ।
ਤੇ ਉਹ ਮੁੜ ਕੇ ਫਿਰ ਬਾਅਦ ਵਿੱਚ ਕਹਿੰਦੇ ਜੀ ਤੁਹਾਨੂੰ ਇੱਥੇ ਆਇਆ ਨੂੰ ਵਰਕ ਪਰਮਿਟ ਦੂਜਾ ਰਿਫਿਊਜੀ ਵੀ ਅਪਲਾਈ ਕਰਾ ਦਿਆਂਗੇ ਤੇ ਉਹ ਵੀ MP ਦੇ ਕੋਲੋਂ ਕਹਾ ਕੇ ਤੇ ਤੁਹਾਨੂੰ ਕਰਾ ਦਿਆਂਗੇ ਜੀ, ਪੱਕੇ ਕਰਾ ਦਿਆਂਗੇ। ਸੋ ਇਹ ਗੁਰਦੁਆਰੇ ਦੇ ਵਿੱਚ ਗੱਲ ਚੱਲ ਰਹੀ ਹੈ ਜੀ ਵੀ ਜੇ ਮੈਂ ਕਿਹਾ ਜੀ ਬਿਲਕੁਲ ਇੱਥੇ ਸਾਡੇ MP ਆ ਜੀ, ਉਹ ਪਿਛਲੀ ਵਾਰੀ ਦੂਜਾ MP ਦੂਜੀ ਪਾਰਟੀ ਦਾ ਜਿੱਤ ਗਿਆ ਜੀ ਤੇ ਗੁਰਦੁਆਰੇ ਆਇਆ ਉਹ ਜਿੱਤਿਆ MP ਆਇਆ ਤੇ ਉਹਨੂੰ ਸਰੋਪਾ ਨਹੀਂ ਦਿੱਤਾ ਜੀ। ਕਹਿੰਦਾ ਇਹ ਤਾਂ ਕ੍ਰਿਸਚਨਾਂ ਦਾ MP ਹੈ ਜੀ, ਇਹ ਸਾਡੇ ਵਾਲਾ ਤਾਂ ਹਾਰ ਗਿਆ, ਆਪਣੇ ਲੋਕਾਂ ਨੇ ਹਰਾਤਾ ਕਹਿੰਦੇ। ਤੇ ਆਪਣਾ ਦੂਜਾ ਵੀ ਇਹ ਤਾਂ ਉੱਧਰ ਜਾਂਦੀ ਆ ਤੇ ਇਹਨੂੰ ਦੇਣਾ ਨਹੀਂ, ਉਹ ਸਰੋਪਾ ਨਹੀਂ ਦੇਣਾ ਗੁਰਦੁਆਰੇ। ਤੇ ਉਹ ਉਹਦੇ ਵਾਸਤੇ ਤਾਂ ਲੰਗਰ ਵੀ ਜਾਂਦਾ ਰਿਹਾ ਤੇ ਕਿਉਂਕਿ ਉਹ ਕਰਦਾ ਸੀ ਜੀ ਦੂਜਾ ਚਿੱਠੀਆਂ ਜੋ ਦਿੰਦਾ ਸੀ ਵੀ ਜਿਹੜਾ ਗੁਰਦੁਆਰੇ ਦੀ ਲੈਟਰ ਨਾਲ ਲੈ ਕੇ ਜਾਂਦਾ ਸੀ, ਉਹ ਲੈਟਰ ਵੀ ਨਹੀਂ ਕਹਿੰਦੇ ਰਸੀਦ ਹੀ ਚਾਹੀਦੀ ਆ ਇਕੱਲੀ, ਉਹ ਜਿਹੜੀ ਪੈਸੇ ਹੁੰਦੀ ਕਿ ਨਹੀਂ ਰਸੀਦ ਤੇ ਵੀਜ਼ਾ ਲੱਗੂਗਾ। ਐਡੀ ਚੜਾਈ ਆ ਜੀ, 25-30 ਹਜ਼ਾਰ ਲੈਂਦੇ ਆ ਤੇ ਵੀਜ਼ਾ ਲਵਾ ਦਿੰਦੇ। ਜਿਹਨੇ ਪੱਕਾ ਹੋਣਾ ਹੋਇਆ ਤਾਂ ਦੱਸ ਦਿਓ, ਆਪਾਂ ਤੁਹਾਨੂੰ ਗੁਰਦੁਆਰੇ ਦਾ ਐਡਰੈਸ ਵੀ ਦੇ ਦਿਆਂਗੇ। ਕਮਾਲ ਕਰਤੀ ਬਈ, ਆਹ ਤਾਂ ਵੱਡੀ ਗੱਲ ਹੋ ਗਈ। ਦਿਓਲ ਸਾਹਿਬ ਤੁਹਾਡੀ ਗੱਲ ਸੁਣਨੀ ਸੀ ਰਹੀ। ਹਾਂਜੀ ਦੇਖੋ ਮੈਂ ਥੋੜੀ ਹੋਰ ਇਹਦੇ ਆਧਾਰ ਜੜ ਜੀ ਤੋਂ ਗੱਲ ਕਰਦੀ ਹਾਂ। ਜਿੱਦਾਂ ਹੁਣ ਲੈਟਸ ਕੋਈ ਵੀ ਮੰਨ ਲਓ ਕੋਈ ਕੌਮ ਕਬੀਲਾ ਜਾਂ ਕੋਈ ਪੰਥ ਹੈ ਜਾਂ ਕਿਸੇ ਤਰ੍ਹਾਂ ਦੀ ਭਾਵੇਂ ਵੈਸਟਰਨਾਈਜ਼ ਆ ਜਾਂ ਈਸਟ ਵਾਲਿਆਂ ਦੀ ਸਿਆਸਤ ਹੈ, ਉਹ ਕਿਸੇ ਸਿਧਾਂਤਾਂ ਦੇ ਉੱਤੇ ਖੜੀ ਹੁੰਦੀ। ਜਿਹਦਾ ਆਪਾਂ ਆਪਣੇ ਭਾਈਚਾਰੇ ਦੀ ਜ਼ਿਆਦਾ ਗੱਲ ਕਰਦੇ ਪੰਜਾਬ ਦੇ ਜਾਂ ਖਾਸ ਕਰਕੇ ਸਿੱਖ ਸਿਆਸਤ ਦੀ ਨਾ। ਹੁਣ ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਦਾਂ ਹੁਣ ਆਪਾਂ ਨੇ ਜਿੰਨੇ ਬੰਦੇ ਇੱਥੇ ਪੋਲੀਟਿਕਸ ਆਏ ਆ, ਇਹਨਾਂ ਦੇ ਮਗਰ WS ਦਾ ਕਾਫੀ ਵੱਡਾ ਹੱਥ ਆ, ਮੰਨ ਲਓ ਉਹਨਾਂ ਨੂੰ ਗਰੂਮ ਕਰਨ ਦੇ ਵਿੱਚ, ਉਹਨਾਂ ਨੂੰ ਪਿਆਰ ਕਰਨ ਦੇ ਵਿੱਚ, ਹੈ ਨਾ। ਤੇ ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਇਹਨੂੰ ਉਹ ਮਾੜੀ ਗੱਲ ਨਹੀਂ ਹੈਗੀ ਤੁਸੀਂ ਕਿਸੇ ਖਿੱਤੇ ਦੀ ਮੰਨ ਲਓ ਪੋਲੀਟਿਕਸ ਦੇ ਜਿੱਥੇ ਰਹਿੰਦੇ ਉਹਦੇ ਵਿੱਚ ਹਿੱਸਾ ਲੈਣਾ ਕੋਈ ਮਾੜੀ ਗੱਲ ਨਹੀਂ, ਪਰ ਉਹਨਾਂ ਨੇ ਇਹਨੂੰ ਸਿਰਫ ਪੋਲੀਟੀਕਲ ਤੱਕ ਕਰ ਲਿਆ ਉਹਨਾਂ ਨੂੰ, ਜਦ ਕਿ ਤੁਹਾਨੂੰ ਸਾਰੇ ਖੇਤਰਾਂ ਦੇ ਵਿੱਚ ਜਾਣਾ ਚਾਹੀਦਾ ਹੁੰਦਾ, ਤੁਹਾਨੂੰ ਜਨਰਲਿਜ਼ਮ 'ਚ ਵੀ ਜਾਣਾ ਚਾਹੀਦਾ, ਤੁਹਾਨੂੰ ਹੋਰ ਜਿਹੜੇ ਜਿੱਥੇ ਪਾਲਿਸੀਆਂ ਬਣਦੀਆਂ ਉੱਥੇ ਉਹ ਸਾਰੀਆਂ, ਕਿਉਂਕਿ ਤੁਸੀਂ ਆ ਸਕਦਾ ਤੁਸੀਂ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜੀਆਂ ਮੁਸ਼ਕਲਾਂ ਜਿੰਨਾ ਚਿਰ ਉਹਨਾਂ ਨੂੰ ਨਹੀਂ ਸਮਝਦੇ ਤੁਸੀਂ, ਉਹ ਜਿਹੜੀ ਕਰ ਵੀ ਰਹੇ ਰਾਜਨੀਤੀ ਉਹ ਵੈਸਟ ਨੂੰ ਹੀ ਮੰਨ ਲਓ ਮੁੱਖ ਰੱਖ ਕੇ ਕਰ ਰਿਹਾ ਵੀ ਇਹਨਾਂ ਦੇ ਫਿਟਕਰੀ ਜਿੱਦਾਂ ਆਪਣੇ ਹੁਣ ਮੁਸ਼ਕਲਾਂ ਆਉਂਦੀਆਂ ਜਾਂ ਫ੍ਰੈਂਚ ਦੇ ਵਿੱਚ ਉਹ ਜਿਹੜੇ ਬਿੱਲ ਆਉਂਦੇ C-21 ਆ ਜਾਂ ਨਵੇਂ ਆਉਂਦੇ ਆ, ਜਾਂ ਉਹ ਇਸੇ ਕਰਕੇ ਹੀ ਨਾ ਸਾਡੇ ਭਾਵੇਂ ਜਗਮੀਤ ਸਿੰਘ ਬਣ ਜਾਵੇ ਜਾਂ ਇੱਥੇ ਲੋਕਲ ਬਣ ਜਾਵੇ, ਇਹਨਾਂ ਨੂੰ ਇਹ ਉਹਨਾਂ ਦੀ ਸਮਝ ਦੇ ਨਾਲ ਹੀ ਸਾਰਾ ਕੁਛ ਹੈ। ਇਹ ਆਪਣਾ ਪੱਖ ਰੱਖ ਹੀ ਨਹੀਂ ਸਕਦੇ ਨਾ ਆਪਣੇ ਭਾਈਚਾਰੇ ਦਾ। ਹੁਣ ਆਪਾਂ ਕਈ ਵਾਰੀ ਮੰਨ ਕੇ ਚੱਲ ਜਾਂਦੇ ਵੀ ਚਲੋ ਕਰਪਟ ਅਸਲ ਦੇ ਵਿੱਚ ਜਦੋਂ ਤੁਹਾਨੂੰ ਸਿਸਟਮ ਕਰਪਟ ਕਰਦਾ ਤੇ ਬੰਦਾ ਨਹੀਂ ਦਾ, ਆਪਾਂ ਕਹਿੰਦੇ ਨੇ ਵੀ ਬੰਦੇ ਮੋਹਰੇ ਲਿਆ ਕੇ ਇਮਾਨਦਾਰ ਬੰਦਾ ਉਦੋਂ ਹੀ ਸਹੀ ਸਿਸਟਮ ਨੂੰ ਕਰ ਸਕਦਾ ਜਦੋਂ ਸਿਸਟਮ ਤੁਹਾਨੂੰ ਅਲਾਓ ਨਾ ਕਰੇ। ਹੁਣ ਵੈਸਟ ਦੇ ਵਿੱਚ ਇੰਨੀਆਂ ਜ਼ਿਆਦੀਆਂ ਹੁਣ ਜਿਹੜਾ ਡੈਮੋਕ੍ਰੇਟਿਕ ਸਿਸਟਮ ਵੀ ਇਹ ਵੋਟਾਂ ਵਾਲਾ, ਇਹ ਲਗਭਗ ਇਹਦੀ ਉਮਰ ਲੰਘ ਚੁੱਕੀ ਆ, ਇਹ ਬਹੁਤਾ ਨਹੀਂ ਚੱਲਿਆ ਦੁਨੀਆ ਦੇ ਵਿੱਚ। ਇਹ 40-50 ਸਾਲ ਤੋਂ ਇਹਨੇ ਆਪਣੇ ਆਪ ਨੂੰ ਮੰਨ ਲਓ ਪਹਿਲਾਂ ਵੋਟਾਂ ਕਿਹਨੂੰ ਪਾਉਣੀਆਂ ਵੀ ਕਿੱਦਾਂ ਅਧਿਕਾਰ, ਹੁਣ ਆਪਾਂ ਨੂੰ ਲੱਗਦਾ ਵੀ ਸਾਰਿਆਂ ਨੂੰ ਵੋਟਾਂ ਦਾ ਹੱਕ ਦੇ ਦਿੱਤਾ। ਜਿਹੜੇ ਬੰਦੇ ਨੂੰ ਸਮਝ ਵੀ ਨਹੀਂ ਹੁੰਦੀ ਉਹ ਆਪਣੇ ਹਿੱਤ ਨੂੰ ਰੱਖ ਕੇ ਵੋਟ ਪਾਉਂਦਾ, ਉਹਨੂੰ ਸਿਰਫ ਆਰਥਿਕ ਮਸਲਿਆਂ ਦੇ ਘਵਾਇਆ। ਮੇਰਾ ਕਹਿਣ ਤੋਂ ਭਾਵ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਸਟੇਟ ਪੋਲੀਟਿਕਸ ਕੀ ਆ, ਉਹਦੇ ਵਿੱਚ ਜਿਹੜੀ ਸਟੇਟ ਕਿਹੜੇ ਸਿਧਾਂਤਾਂ ਤੇ ਖੜੀ, ਇਹਦੇ ਵਿੱਚ ਭਾਵੇਂ ਤੁਸੀਂ ਲੈਫਟ ਵੱਲ ਚੱਲ ਜਾਓ, ਭਾਵੇਂ ਰਾਈਟ ਵੱਲ ਚੱਲ ਜਾਓ, ਭਾਵੇਂ ਸੈਕੂਲਰ ਬਣ ਜਾਓ, ਤੁਸੀਂ ਉਹਨਾਂ ਦੀ ਰਾਜਨੀਤੀ ਜਿਹੜੇ ਸਿਧਾਂਤਾਂ ਤੇ ਖੜੀ ਉਹ ਤੋਂ ਬਾਹਰ ਨਹੀਂ ਜਾ ਸਕਦੇ। ਪਰ ਕੱਲੀ ਤੁਸੀਂ ਇਲੈਕਸ਼ਨ ਲੜਨੀ ਆ, ਤੁਸੀਂ ਦੂਜੇ ਮਸਲਿਆਂ ਦੇ ਵਿੱਚ ਜੇ ਮਨੁੱਖੀ ਅਧਿਕਾਰ ਵੀ ਆ ਉਹ ਵੈਸਟ ਤੈਅ ਕਰ ਰਿਹਾ ਵੀ ਮਨੁੱਖੀ, ਤੁਸੀਂ ਆਪਣੀ ਗੱਲ ਰੱਖੇ ਹੀ ਨਹੀਂ ਸਕਦੇ ਵੀ ਸਾਡੇ ਨਾਲ ਕੀ ਹੋਇਆ ਜਾਂ ਦੁਨੀਆ ਵਿੱਚ ਅਸੀਂ ਮਨੁੱਖੀ ਅਧਿਕਾਰਾਂ ਨੂੰ ਕਿੱਦਾਂ ਦੇਖਦੇ ਹਾਂ, ਅਸੀਂ ਵਾਤਾਵਰਨ ਨੂੰ ਜਾਂ ਦੁਨੀਆ ਨੂੰ ਕਿੱਦਾਂ ਦੇਖਦੇ ਹਾਂ। ਜਿੱਦਾਂ ਹੁਣ ਯਹੂਦੀ ਸੀਗੇ, ਯਹੂਦੀਆਂ ਨੇ ਕੋਈ ਇਲੈਕਸ਼ਨਾਂ ਹੀ ਲੜੀਆਂ ਕਿਉਂਕਿ ਉਹ ਪਹਿਲਾਂ ਹੀ ਜਦੋਂ ਉਦੋਂ ਦੁਨੀਆ ਦੇ ਚਲੋ ਹਾਲਾਤ ਬਦਲੇ ਆ, ਪਰ ਉਹਨਾਂ ਨੇ ਆਪਣੇ ਆਪ ਨੂੰ ਲੌਬੀ ਦੇ ਵਿੱਚ ਇੱਦਾਂ ਲੈ ਕੇ ਤੇ ਆਪਣੀ ਜਿਹੜੀ ਉਹਨਾਂ ਦੀ ਸਮਝ ਸੀਗੀ ਉਹਦੇ ਅਕੋਰਡਿੰਗ ਦੁਨੀਆ ਨੂੰ ਦੱਸਿਆ ਵੀ ਆਹ ਚੀਜ਼ਾਂ ਇੱਦਾਂ ਹੋਣੀ ਚਾਹੀਦੀਆਂ। ਚਲੋ ਉਹਨਾਂ ਨੇ ਪ੍ਰਮਾਤਮਾ ਵੱਲੋਂ ਸਾਰੇ, ਕਿਉਂਕਿ ਮੈਂ ਇਹ ਦੇਖਦਾ ਵੀ ਪਿੱਛੇ ਜਿਹਾ ਕਿਤੇ ਇੱਥੇ ਤੁਹਾਡੇ ਰੇਡੀਓ ਤੇ ਬਹੁਤ ਵੱਡੇ ਵਿਦਵਾਨ ਆ, ਉਹਨਾਂ ਨੂੰ ਇਹ ਲੱਗਦਾ ਹੈਗਾ ਵੀ ਜਿੱਦਾਂ ਵੀ ਹਿਟਲਰ ਧਰਮੀ ਬੰਦਾ ਸੀਗਾ, ਇਸ ਕਰਕੇ ਜੀ ਹਿਟਲਰ ਨੇ ਸਭ ਤੋਂ ਮਾੜਾ ਦੁਨੀਆ ਦੇ ਵਿੱਚ ਵੀ ਧਰਮ ਮਾੜੀ ਚੀਜ਼ ਹੁੰਦੀ ਆ। ਜਦੋਂ ਕਿ ਸਾਡੇ ਧਰਮ ਦੀ ਪ੍ਰੈਕਟਿਸ ਜਿਹੜੀ ਆ ਉਹ ਪ੍ਰੈਕਟਿਸ ਕਿਸੇ ਵਿਅਕਤੀ ਦੇ ਬਾਹਰੀ ਪਹਿਰਾਵੇ ਨੂੰ ਦੇਖ ਕੇ ਨਹੀਂ ਹੈਗੀ। ਸਾਡੇ 'ਚ ਭੇਖੀ ਜਿਹੜੇ ਹੁੰਦੇ ਧੰਦੇ ਵਾਲੇ ਹੁੰਦੇ ਅਸੀਂ ਉਹਨਾਂ ਨੂੰ ਪਛਾਣਦੇ ਆ। ਉੱਥੇ ਸਾਡੇ 'ਚ ਔਰੰਗਜ਼ੇਬ ਨੂੰ ਅਸੀਂ ਧਰਮੀ ਥੋੜ੍ਹਾ ਕਹਿ ਦਿੰਦਾ ਜਾਂ ਪਹਾੜੀ ਰਾਜਾ ਥੋੜ੍ਹਾ ਕਹਿੰਦਾ ਜਾਂ ਆਪਣੇ ਸਿੱਖ ਆਪਾਂ ਦੇਖਦੇ ਹਾਂ 18ਵੀਂ ਸਦੀ 'ਚ ਜਿਹੜੇ ਦੂਜੇ ਪਾਸੇ ਖੜੇ ਹੁੰਦੇ ਉਹਨਾਂ ਨੂੰ ਧਰਮੀ ਨਹੀਂ ਹੈ, ਜਾਂ ਜਿਹੜੀ ਬਾਦਲ ਕੈਪਟਨ ਵਰਗਿਆਂ ਨੂੰ ਇਹ ਸ਼ਕਲ ਸਿਧਾਂਤਾਂ ਨੂੰ ਛੱਡ ਕੇ ਚਿਹਰਿਆਂ ਨੂੰ ਮੂਹਰੇ ਲੈ ਆਉਂਦੇ ਆ। ਜੇ ਭਾਵੇਂ ਉੱਥੇ ਹਰਜੀਤ ਸਿੰਘ ਸੱਜਣ ਜੇ ਸਿਧਾਂਤਕ ਸਿਆਸਤ ਨਹੀਂ ਕਰਦੇ ਸਾਡੀ ਪਾਸੇ ਦੀ ਨਹੀਂ ਮੰਨ ਲਓ ਦੁਨੀਆ ਦੇ ਤੌਰ ਤੇ, ਫਿਰ ਇਹ ਸਾਡੀ ਨੁਮਾਇੰਦਗੀ ਨਹੀਂ ਕਰ ਰਹੇ, ਸਟੇਟ ਦੀ ਨੁਮਾਇੰਦਗੀ ਕਰ ਰਹੇ ਆ। ਉਹ ਅਸਲ 'ਚ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਅਲਾਓ ਕਰਦੀਆਂ ਉਹਨਾਂ ਨੂੰ ਸੂਤ ਆਉਂਦਾ, ਉਹ ਭਾਵੇਂ ਕਿਸੇ ਪਾਰਟੀ ਵੀ ਚਲੇ ਜਾਣ। ਜਿੰਨਾ ਚਿਰ ਮੇਰੇ ਖਿਆਲ ਨਾਲ ਵੀ ਸਾਨੂੰ
ਇਹ ਤੇ ਇੱਕ ਡਿਬੇਟ ਜਿਹੜੀ ਇੱਥੇ ਵੀ ਆਪਣੇ ਗੇਂਦਬਾਜ਼ ਦੇ ਮਸਲੇ ਹੁੰਦੇ, ਆਪਣੇ ਇਹੀ ਕਹਿ ਦਿੰਦੇ ਵੀ ਆਪਾਂ ਆਪਣੇ ਆਪ ਨੂੰ ਦੋਸ਼ੀ ਸਿੱਧ ਕਰਦੇ, ਪਰ ਅਸੀਂ ਜਿਸ ਸਿਸਟਮ ਦੇ ਵਿੱਚ ਰਹਿੰਦੇ ਹੁੰਦੇ ਆ ਉਹ ਸਿਸਟਮ ਸਾਨੂੰ ਹੌਲੀ ਹੌਲੀ ਧੱਕ ਕੇ ਉਹ ਸੱਭਿਆਚਾਰ ਉੱਧਰ ਨੂੰ ਲੈ ਜਾਂਦਾ। ਜਿੱਥੇ ਤੁਸੀਂ ਮੰਨ ਲਓ ਡਰੱਗਾਂ ਨੂੰ ਅਲਾਓ ਕਰਦੇ ਆ, ਜਿੱਥੇ ਸ਼ਰਾਬ ਦਾ ਸੱਭਿਆਚਾਰ ਇੰਨਾ ਮੰਨ ਲਓ ਖੁੱਲ੍ਹਾ, ਹਾਲਾਂਕਿ ਪਹਿਲਾਂ ਵੀ ਨਸ਼ੇ ਕੁਦਰਤੀ ਸਮਾਜ ਵਿੱਚ ਹੁੰਦੇ, ਪਰ ਉਹਨਾਂ ਨੂੰ ਸੱਭਿਆਚਾਰ ਦੇ ਇੱਕ ਹਿੱਸੇ ਤੱਕ ਰੱਖਿਆ ਜਾਂਦਾ। ਘਰਾਂ ਪਰਿਵਾਰਾਂ ਤੋਂ ਕਿੰਨਾ ਦੂਰ ਰੱਖਣਾ। ਹੁਣ ਸਾਡੀ ਇਕੋਨਮੀ ਵੀ ਮੰਨ ਲਓ ਐਡੇ ਜੂਏਖਾਨੇ ਖੁੱਲ੍ਹਣੇ ਚਾਹੀਦੇ ਆ, ਫਿਰ ਉਹਦੇ ਵਿੱਚੋਂ ਤੁਸੀਂ ਆਪਣੇ ਬੱਚੇ ਜਦੋਂ ਉੱਧਰ ਨੂੰ ਜਾਂਦੇ ਆ ਗਲੈਮਰ ਵੱਲ ਨੂੰ, ਫਿਰ ਉਹਨੂੰ ਗੈਂਗਵਾਰ, ਫਿਰ ਉਹਨਾਂ ਨੂੰ ਕਹਿੰਦੇ ਨੇ ਸਖਤਾਈ ਕਰਕੇ ਖਤਮ ਕਰੋ। ਇੱਦਾਂ ਨਹੀਂ ਹੁੰਦਾ। ਜਦੋਂ ਕਿਸੇ ਸਟੇਟ ਬਹੁਤ ਵੱਡੀ ਪਾਵਰ ਆ, ਸਟੇਟ ਚਾਹੇ ਤਾਂ ਕੁਝ ਵੀ ਕਰ ਸਕਦੀ ਆ, ਪਰ ਸਟੇਟ ਦੀ ਸਿਆਸਤ ਨੂੰ ਅਸੀਂ ਸਮਝਣ ਦੀ ਬਜਾਏ ਅਸੀਂ ਆਪਣੇ ਆਪ ਨੂੰ ਮੰਨ ਲਓ ਸਟੇਟ ਦੀ ਪਾਲਿਸੀਆਂ ਵਿੱਚ ਧਾਰਨ ਲੱਗ ਪੈਂਦੇ ਆ। ਠੀਕ ਹੈ। ਰਾਜਨੀਤੀ ਦੀ ਇੱਕ ਝਲਕ ਤੁਸੀਂ ਖਬਰਾਂ 'ਚ ਮਨਦੀਪ ਤੋਂ ਸੁਣ ਕੇ ਹਟਿਓ ਨਾ। ਕੰਜ਼ਰਵੇਟਿਵ ਲੀਡਰਸ਼ਿਪ ਦੇ ਵਿੱਚ ਪੈਟਰਿਕ ਬਰਾਊਨ ਦੀ ਗੱਲ ਸੁਣੀ ਤੁਸੀਂ। ਉਹ ਕਹਿੰਦਾ ਵੀ ਜੇ ਪੀਅਰੇ ਪੋਲੀਐਬ ਬਣਦਾ ਤਾਂ ਮੈਂ ਦੁਬਾਰਾ ਮੇਅਰਸ਼ਿਪ ਦੇ ਵਿੱਚ ਜਾਊਂਗਾ ਬਰੈਂਪਟਨ 'ਚ। ਮਤਲਬ ਅਗਲੀ ਹੁਣ ਉਹਨਾਂ ਨੇ ਦੇਖ ਲਿਆ ਮੈਂਬਰਸ਼ਿਪ ਬਣੀ ਨਹੀਂ, ਕਿਉਂਕਿ ਪੀਅਰ ਪੋਲੀਐਬ ਨੇ 3.5 ਲੱਖ ਦੇ ਕਰੀਬ ਮੈਂਬਰਸ਼ਿਪ ਬਣਾਈ ਆ ਇਕੱਲੇ ਨੇ, ਜਿਹੜੀਆਂ ਪਿਛਲੇ ਦਿਨੀ ਖਬਰਾਂ ਆਈਆਂ ਨੇ, ਅਤੇ 2.5 ਲੱਖ ਦੇ ਕਰੀਬ ਬਣੀ ਸੀ ਪਿਛਲੀ ਵਾਰ 4 ਤੋਂ। ਸੋ ਪੋਲੀਐਬ ਦਾ ਲੀਡਰਸ਼ਿਪ ਵਾਲੇ ਪਾਸੇ ਨੂੰ ਤੁਰਨਾ ਲਗਭਗ ਤੈਅ ਹੈ, ਲੀਡਰ ਬਣਨਾ ਤੈਅ ਹੈ। ਅਤੇ ਪੈਟਰਿਕ ਬਰਾਊਨ ਨੇ ਦੇਖਿਆ ਵੀ ਮੇਰੀ ਲੀਡਰਸ਼ਿਪ ਦੇ ਵਿੱਚ ਮੈਂਬਰਸ਼ਿਪ ਉਨੀ ਬਣੀ ਨਹੀਂ। ਹੁਣ ਉਹਨੇ ਹੁਣ ਟਰਨ ਦੇਖਿਓ ਉਹਨੇ ਕਿਵੇਂ ਕੱਟਿਆ। ਉਹ ਕਹਿੰਦਾ ਜੇ ਪੀਅਰ ਪੋਲੀਐਬ ਬਣਦਾ ਤਾਂ ਫਿਰ ਮੈਂ ਦੁਬਾਰਾ ਬਰੈਂਪਟਨ ਦੇ ਮੇਅਰ ਦੇ ਵਜੋਂ ਕੰਮ ਕਰਾਂਗਾ। ਮਤਲਬ ਕੋਸ਼ਿਸ਼ ਕਰਕੇ ਦੇਖ ਲਈ ਵੀ ਜੇ ਇੱਧਰ ਬਣਦੇ ਆ ਤਾਂ ਪ੍ਰਧਾਨ ਮੰਤਰੀ ਬਣਨਾ ਸੀ, ਜੇ ਲੀਡਰ ਬਣ ਜਾਣਾ ਸੀ, ਜਾਂ ਚਾਂਸ ਬਣਨਾ ਸੀ ਕਦੇ। ਹੁਣ ਜੇ ਮੈਂ ਲੀਡਰ ਨਹੀਂ ਬਣ ਸਕਦਾ, ਚਲੋ ਬਰੈਂਪਟਨ ਦਾ ਮੇਅਰ ਬਣਦੇ ਆ ਦੁਬਾਰਾ ਅਕਤੂਬਰ ਵਾਲੀ ਇਲੈਕਸ਼ਨ ਦੇ ਵਿੱਚ। ਤੁਹਾਡੇ ਸਾਹਮਣੇ ਆ ਹੁਣ ਉਹਨੇ ਅਕਤੂਬਰ ਦੀ ਇਲੈਕਸ਼ਨ ਪੈਟਰਿਕ ਬਰਾਊਨ ਨੇ ਮੇਅਰ ਦੀ ਲੜਨੀ ਹੈ। ਇਹ ਹੈ ਰਾਜਨੀਤੀ। ਇਸ ਤਰ੍ਹਾਂ ਇਹ ਰਾਜਨੀਤਿਕ ਇਹ ਗੇਮਾਂ ਕਰਦੇ ਆ। ਰਾਜਨੀਤੀ ਉਹ ਖੇਡਦੇ। ਜੇ ਤੁਸੀਂ ਉਹਨਾਂ ਨੂੰ ਰੋਕ ਕੇ ਗੱਲ ਕਰਨ ਜੋਗੇ ਹੋਏ ਵੀ ਖੜ ਕੇ ਗੱਲ ਸੁਣ, ਤੂੰ ਆਹ ਕਰਦਾ ਰਿਹਾ, ਆਹ ਤੇ ਤੂੰ ਨਹੀਂ ਹੋਇਆ, ਤੂੰ ਆਹ ਕਰਨੀ ਚਾਹੁੰਦਾ, ਹੁਣ ਆਹ ਨਹੀਂ ਹੋਇਆ ਤਾਂ ਤੂੰ ਆਹ ਕਰਨਾ ਚਾਹੁੰਦਾ। ਵਾਈ ਕਿੰਨੇ ਗੁਣ ਨੇ ਤੇਰੇ 'ਚ ਜਿਹੜੇ ਬਾਕੀਆਂ 'ਚ ਕਿਸੇ 'ਚ ਹੈ ਨਹੀਂ। ਸੋ ਇਹ ਇਸ ਤਰ੍ਹਾਂ ਕਹਾਣੀ ਚੱਲਦੀ ਹੈ। ਸੋ ਆਪਾਂ ਨੂੰ ਮੈਚਿਓਰ ਹੋਣਾ ਚਾਹੀਦਾ। 2 ਕਾਲਰਸ ਸੁਨੀਲ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਅਸੀਂ ਆਪਣੇ ਵੱਲੋਂ ਸਿਆਣੇ ਬਣ ਕੇ ਸਾਨੂੰ ਲੌਂਗ ਟਰਮ ਗੋਲ ਜਿਹੜੇ ਨੇ ਆਧਾਰਿਤ ਕਰਨੇ ਚਾਹੀਦੇ ਨੇ। ਗੁਰਮੁਖ ਸਿੰਘ ਦਿਓਲ ਉਹਨਾਂ ਨੇ ਇਹ ਕਿਹਾ ਵੀ ਸਟੇਟ ਉਸ ਤਰ੍ਹਾਂ ਹੀ ਸੋਚਣ ਲਾ ਦਿੰਦੀ ਹੈ ਬੰਦਿਆਂ ਨੂੰ, ਸਟੇਟ ਦੇ ਹੁੰਦਿਆਂ ਹੋਇਆਂ। ਪਰ ਰਾਜਨੀਤੀ 'ਚ ਤਾਂ ਹੁਣ ਤੁਹਾਨੂੰ ਰਹਿਣਾ ਪੈਣਾ। ਇੱਕ ਜਿਹੜੀ ਇਹ ਪਿਰਤ ਵੀ ਰਾਜਨੀਤੀ ਤੋਂ ਬਾਹਰ ਰਹਿ ਕੇ ਵੀ ਕੁਛ ਕਰ ਸਕਦੇ ਹਾਂ, ਹਾਂ ਕੁਛ ਕਰ ਸਕਦੇ ਹੋ, ਪਰ ਸਾਰੀਆਂ ਚੇਂਜਸ ਜਿਹੜੀਆਂ ਰਾਜਨੀਤੀ ਤੋਂ ਹੀ ਹੋਣੀਆਂ ਨੇ। ਪ੍ਰਾਈਵੇਟ ਮੈਂਬਰ ਬਿੱਲ ਤੱਕ ਵੀ ਇੱਕ MP ਜਾਂ MLA ਵੱਲੋਂ ਹੀ ਭੇਜਣਾ ਪੈਣਾ, ਜਿਹਦੇ ਲਈ ਤੁਸੀਂ ਲੌਬੀ ਕਰ ਸਕਦੇ ਹੋ। ਪਰ ਕੋਈ ਵੀ ਲਾਅ ਬਣਨਾ ਹੈ ਉਹ ਰਾਜਨੀਤੀ 'ਚ ਬਣਨਾ। ਹਾਂ, ਰਾਜਨੀਤੀ 'ਚ ਜਿੱਥੇ ਲੌਬੀ ਕਰਨੀ ਹੈ ਉਹ ਐਂ ਨਾ ਹੋਵੇ ਵੀ ਹਾਂ ਇਹਦੇ 'ਚ ਮੇਰਾ ਕੀ ਹੈ। ਫਿਰ ਉਹ ਇੱਕ ਕਮਿਊਨਿਟੀ ਦੇ ਲਈ ਮੈਂ ਇੱਕ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦਾ ਬ੍ਰਹਿਮੰਡ ਦੀ ਇਸ ਰਾਜਨੀਤੀ ਬਾਰੇ ਉਹਨਾਂ ਦੇ ਕੁਝ ਹੈ ਤਾਂ ਬਹੁਤ ਲੰਬਾ ਉਹ, ਪਰ ਕੁਛ ਪੜ੍ਹਿਆ ਜਾ ਸਕਦਾ ਕਿ ਉਹ ਸੋਚਦੇ ਕਿਵੇਂ ਨੇ। ਦੁਨੀਆ ਦੀ ਰਾਜਨੀਤੀ ਕਿਹੋ ਜਿਹੀ ਹੋ ਸਕਦੀ ਹੈ। ਸਿੱਖ ਫਲਸਫੇ ਦੇ ਥੱਲੇ ਸਾਰਿਆਂ ਦੇ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਕਿਵੇਂ ਤੁਸੀਂ ਤੁਰ ਸਕਦੇ ਹੋ। ਲੱਗਦਾ ਤਾਂ ਬਹੁਤ ਔਖਾ, ਉਹ ਕਹਿੰਦਾ MLA ਬਣਨੀ ਹੁੰਦਾ, ਤੁਸੀਂ ਦੁਨੀਆ ਦੀ ਗੱਲ। ਨਹੀਂ, ਇਸ ਤਰ੍ਹਾਂ ਨਹੀਂ ਹੁੰਦੇ। ਸ਼ੁਰੂਆਤ ਹੀ ਆ ਕੋਈ ਇਹ। ਮੈਂ ਤੁਹਾਨੂੰ ਕਹਿ ਕੇ ਹਟਿਆ ਨਾ, 46-47 ਦੇ ਵਿੱਚ 60 ਲੱਖ ਸੈਕੰਡ ਵਰਲਡ ਵਾਰ ਦੇ ਵਿੱਚ ਯਹੂਦੀ ਜਿਹੜਾ ਕਤਲ ਹੋਇਆ ਨਾਜ਼ੀਆਂ ਦੇ ਕੋਲੋਂ, ਹੈ ਦੁਨੀਆ ਦੇ ਵਿੱਚ ਕਿਤੇ ਜਿੱਥੇ ਉਹਨਾਂ ਦਾ ਪ੍ਰਭਾਵ ਹੈ ਨਹੀਂ। ਆ 70 ਵਰ੍ਹਿਆਂ ਦੀ ਕਹਾਣੀ ਹੈ ਸਿਰਫ। ਸੋ ਇਹ ਦੇਸ਼ 'ਚ ਜਿਹਦੇ 'ਚ ਕਦੇ ਇਹੋ ਜਿਹਾ ਕੁਛ ਨਹੀਂ ਸੀ ਹੋਇਆ, ਉਸ ਦੇਸ਼ ਦੇ ਵਿੱਚ ਇਹੋ ਜਿਹਾ ਕੋਈ ਬਿੱਲ ਜਿਹੜਾ ਪਾਸ ਹੋ ਜਾਣਾ ਹੈ ਕਿ ਇੱਥੇ ਜੀ ਤੁਸੀਂ ਧਾਰਮਿਕ ਜਿਹੜਾ ਕੋਈ ਵੀ ਪਹਿਰਾਵੇ ਨਾਲ ਸਰਕਾਰੀ ਨੌਕਰੀ ਨਹੀਂ ਕਰ ਸਕਦੇ। ਸ਼ੁਰੂਆਤ ਹੋ ਸਕਦੀ ਹੈ ਕੁਝ ਚੀਜ਼ਾਂ ਦੀ, ਅਤੇ ਇਹਦੇ 'ਤੇ ਪਹਿਰਾ ਦੇਣ ਦੀ ਲੋੜ ਹੈ, ਇਹਦੇ 'ਤੇ ਸੋਚਣ ਦੀ ਲੋੜ ਹੈ। ਬਦਕਿਸਮਤੀ ਇਹ ਹੈ ਵੀ ਕੋਈ ਵੀ ਰਾਜਨੀਤਿਕ ਪਾਰਟੀ ਦੇ ਨੇਤਾ ਨੇ, ਚਾਹੇ ਉਹਨਾਂ ਦੇ ਅਸੀਂ ਕਿੰਨੇ ਵੀ ਨੇੜੇ ਸੀ, ਉਹਨਾਂ ਨੇ ਪੈਰ ਨਹੀਂ ਕੱਢਿਆ। ਉਹਨਾਂ ਨੇ ਅਦਾਲਤ ਦੇ ਵਿੱਚ ਇਹ ਚੀਜ਼ ਪਈ ਹੈ ਇਹਦੇ ਤੋਂ ਕਹਿ ਕੇ ਪਾਸਾ ਝਾੜ ਲਿਆ।
ਉਹਨਾਂ ਨੇ ਇਹ ਨਹੀਂ ਦੱਸਿਆ ਵੀ ਇਹ ਤਾਂ ਅਦਾਲਤ 'ਚ ਪਈ ਹੈ, ਅਸੀਂ ਨਵਾਂ ਇੱਕ ਬਿੱਲ ਪਾਸ ਕਰਨ ਜਾ ਰਹੇ ਹਾਂ ਜਿਹੜਾ ਪਾਰਲੀਮੈਂਟ 'ਚ, ਬਈ ਇਹ ਚੀਜ਼ ਕਿਸੇ ਪਾਸੇ ਨੂੰ ਹੋਰ ਹਵਾ ਨਹੀਂ ਵਗ ਸਕਦੀ। ਉਹ ਇਹੋ ਜਿਹੀ ਕੋਈ ਪਾਲਿਸੀ ਦੀ ਨਹੀਂ ਗੱਲ ਕਰਦੇ। ਮਤਲਬ ਉਹ ਕਬੈਕ ਦੇ ਵਿੱਚ ਕਬੈਕ ਦੇ ਵੋਟਰਸ ਨੂੰ ਗੁੱਸੇ ਨਹੀਂ ਕਰਨਾ ਚਾਹੁੰਦੇ ਜਿੱਥੋਂ ਸਰਕਾਰਾਂ ਬਣਦੀਆਂ ਨੇ। ਉਹ 'ਚ ਟਰੂਡੋ ਆ, ਉਹਦੇ 'ਚ ਜਗਮੀਤ ਸਿੰਘ ਹੈ। ਹੁਣ ਕੰਜ਼ਰਵੇਟਿਵ ਲੀਡਰਸ਼ਿਪ ਜਿਹੜੀ ਹੋਣੀ ਹੈ, ਜਦ ਉਹ ਲੀਡਰ ਕੋਈ ਵੀ ਬਣਦਾ ਤੁਹਾਡੇ ਇਕੱਠਾਂ 'ਚ ਆਉਂਦਾ, ਉਹਨੂੰ ਪੁੱਛੋ ਕਿ ਵੀ ਭਾਈ ਸੈਕੂਲਰ ਬਿੱਲ ਬਾਰੇ ਕੀ ਕਹਿਣਾ ਹੈ, ਮੈਨੂੰ ਪਾਲਿਸੀ ਦੱਸ। ਡਿਨਾਊਂਸ ਕਰਨਾ, ਉਹਦੀ ਨਿਖੇਧੀ ਕਰਨੀ ਨਹੀਂ ਹੈ ਇਨਫ। ਇਹ ਦੱਸ ਵੀ ਕੰਕਰੀਟ ਸਬੂਤ ਜਿਹੜੇ ਨੇ, ਕੰਕਰੀਟ ਐਕਸ਼ਨ ਤੇਰੇ ਕੀ ਹੋਣਗੇ ਜੇ ਤੂੰ ਮਿਨਿਸਟਰ ਆਪਣੇ ਪ੍ਰਾਈਮ ਮਿਨਿਸਟਰ ਬਣਦਾ। ਕੋਈ ਆਉਂਦਾ, ਚਾਹੇ ਸਤੰਬਰ 'ਚ ਹਲੇ ਚੋਣ ਹੋਣਾ, ਇਹ ਵੀ ਆਉਂਦੇ ਨੇ, ਇਹਨਾਂ ਨੂੰ ਪੁੱਛੋ। ਜਦ ਬਦਕਿਸਮਤੀ ਇਹ ਆ ਵੀ ਤੁਹਾਡਾ ਆਪਣੇ ਭਾਈਚਾਰੇ ਦੇ ਵਿੱਚੋਂ ਕਿਸੇ ਘੱਟ ਗਿਣਤੀ ਦੇ ਵਿੱਚੋਂ ਮੂਹਰਲੀਆਂ ਸਫਾਂ ਦਾ ਬੰਦਾ ਵੀ ਇਹਦੇ ਤੇ ਐਕਟ ਨਾ ਕਰੇ, ਉਹ ਬਹੁਤ ਔਖੀ ਕਹਾਣੀ ਹੈ। ਅੰਡਰਸਟੈਂਡਿੰਗਸ ਹੋ ਜਾਂਦੀਆਂ ਪਾਰਟੀਆਂ 'ਚ ਵੀ ਆਹ ਕਰ ਦਿਓ, ਮਦਦ ਕਰ ਦਿਓ, ਤੁਹਾਨੂੰ ਆਹ ਕਰ ਦੇਂਗੇ, ਤੁਹਾਨੂੰ ਆਹ ਕਰ ਦਿਓ। ਕੀ ਆ ਉਹ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਕੱਢਣ ਦੇ ਲਈ ਕੀ ਕਿਸੇ MP ਦਾ, ਕਿਸੇ MLA ਦਾ, ਸੈਨੇਟਰ ਦਾ ਗੱਡਾ ਜਿਹੜਾ ਉਹ ਜ਼ਿੰਦਗੀ ਕਢਾ ਸਕਦਾ? ਤੁਹਾਡੇ ਕੋਲ ਆਪਣਾ ਵਿਅਕਤੀਤਵ ਜੇ ਹੈ ਨਹੀਂ ਤਾਂ। ਸਾਹਿਬ ਬਲਵਿੰਦਰ ਸਿੰਘ, ਲਾਈਨ ਨੰਬਰ 1। ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਆਪਣੇ ਹੁਣ ਤੁਹਾਡੇ ਸਰੀ ਦੀਆਂ ਵੋਟਾਂ ਆ ਰਹੀਆਂ ਹੈ ਨਾ, ਤੇ ਜਿਵੇਂ ਕਾਨੂੰਨ ਦੇ ਮੁਤਾਬਕ ਤਾਂ MLA MP ਬਿਨਾਂ ਰਜਾਇਨ ਤੋਂ ਇਹ ਇਲੈਕਸ਼ਨ ਲੜ ਰਹੇ ਆ ਹਨਾ, ਪਰ ਆਪਾਂ ਨੂੰ ਚਾਹੀਦਾ ਜਿਹੜਾ ਰਜਾਇਨ ਕਰਕੇ ਆਊ ਉਹਨੂੰ ਵੋਟ ਪਾ ਦੇਣ ਲੋਕ, ਤੇ ਜਿਹੜੇ ਦੋਨੀ ਪਾਸੇ ਲੱਡੂ ਫੜਨਾ ਚਾਹੁੰਦੇ ਉਹਨੂੰ ਵੋਟ ਹੀ ਨਾ ਪਾਉਣ ਜੀ, ਮੇਰੇ ਖਿਆਲ ਮੁਤਾਬਕ ਤਾਂ। ਥੈਂਕ ਯੂ ਬਾਈ ਜੀ। ਕਰੜੀ ਗੱਲ ਹੈ ਬਹੁਤ ਪ੍ਰਭਜੋਤ ਆਪਣੇ ਬਲਵਿੰਦਰ ਸਿੰਘ ਦੀ ਗੱਲ। ਪ੍ਰਭਜੋਤ ਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਜਿਹੜਾ ਤੁਸੀਂ ਫੈਡਰਲ ਜਿਹੜੇ ਸਾਡੇ ਹੈਗੇ ਆ ਉਹਨਾਂ ਦੀ ਤਾਂ ਗੱਲ ਕੀਤੀ ਹੈਗੀ ਆ ਵੀ ਕਿੱਦਾਂ ਉਹ ਜਦੋਂ ਜਿੱਥੇ ਲੋੜ ਪੈਂਦੀ ਆ ਉੱਥੇ ਆਪਣਾ ਸਟੈਂਡ ਨਹੀਂ ਦਿਖਾ ਦਿੱਤਾ। ਅਸੀਂ ਪਹਿਰਾਵੇ ਦੇਖ ਕੇ ਜਿਹੜਾ ਵੋਟਾਂ ਪਾਉਣ ਲੱਗ ਪੈਂਦੇ, ਜਾਂ ਆਪਣੀਆਂ ਭਾਈਚਾਰਿਆਂ, ਰਿਸ਼ਤੇਦਾਰੀਆਂ, ਜਾਂ ਜਿਹੜੀ ਤੁਸੀਂ ਇੱਕ ਗੱਲ ਕੀਤੀ ਸੀ ਵੀ ਲੈ ਵੀ ਹੁਣ ਕਹਿਤਾ, ਹੁਣ ਨਹੀਂ ਮੈਂ ਪਿੱਛੇ ਮੁੜਦਾ, ਹੁਣ ਤਾਂ ਮੈਂ ਇਹਨਾਂ ਨਾਲ ਹੀ ਖੜੂੰਗਾ। ਇਹਦੀ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ। ਮੈਂ PC ਨਾਲ ਬਹੁਤ ਦੇਰ ਰਿਹਾ, ਤੇ ਜਦੋਂ ਮੋਦੀ ਸਾਹਿਬ ਆਏ ਆ ਨਾ, ਤਾਂ ਉਦੋਂ ਹਾਰਪਰ ਸਾਹਿਬ ਉਹਨੇ ਜੋ ਕੀਤਾ ਜਿਹੜਾ ਹੈਗਾ ਸਿੱਖਾਂ ਨੂੰ ਬਾਹਰ ਖੜੇ ਕਰਕੇ, ਤਾਂ ਮੋਦੀ ਸਾਹਿਬ ਨੂੰ ਗੁਰੂ ਘਰ ਦੇ ਅੰਦਰ ਲੈ ਕੇ ਗਏ। ਤੇ ਮੈਂ ਉਸ ਦਿਨ ਤਹਈਆ ਕੀਤਾ ਵੀ ਨਹੀਂ, ਅਸੀਂ ਇਸ ਤਰ੍ਹਾਂ ਦੇ ਜਿਹੜੇ ਰਾਜਨੀਤਿਕ ਹੈਗੇ ਉਹਨਾਂ ਦਾ ਸਾਥ ਨਹੀਂ ਦੇਣਾ। ਉਸ ਤੋਂ ਬਾਅਦ ਜਿਹੜਾ ਦੇਖਣਾ ਸ਼ੁਰੂ ਕੀਤਾ ਕਿਹੜਾ ਕੈਂਡੀਡੇਟ ਆ ਕਿੱਥੇ ਜਿਹੜਾ ਕੰਮ ਕਰਦਾ, ਕਿਹੜਾ ਨਹੀਂ ਕਰਦਾ, ਤਾਂ ਉਹਦੇ ਵਿੱਚ NDP ਦਾ ਸਾਡੇ ਇੱਥੇ ਹੈਗਾ ਲੋਕਲ ਰੌਡ ਲੋਇਲ ਆਇਆ, ਉਹ MLA ਆ। ਤੇ ਜਦੋਂ ਉਹ MLA ਸੀ ਉਸ ਵੇਲੇ ਜਿਹੜਾ ਹੈਲਮਟ ਐਗਜ਼ੈਂਪਸ਼ਨ 'ਚ ਜਿਹੜਾ ਆ ਸਾਡੇ ਅਲਬਰਟਾ 'ਚ ਜਿਹੜਾ ਗਾਹਾਂ ਆਪਣੇ ਪਹਿਲਾਂ BC 'ਚ ਸੀਗਾ, ਪਰ ਜਿਹੜਾ ਇੰਟੀਰੀਅਰ 'ਚ ਜਿਹੜਾ ਹੋਇਆ ਹੈਗਾ ਉਹਦੇ ਵਿੱਚ ਬਹੁਤ ਸਪੋਰਟਿਵ ਹੋਇਆ ਵੀ ਇਹੋ ਜਿਹੜਾ ਆ ਤਿੰਨਾਂ ਸਟੇਟਾਂ 'ਚ ਜਿਹੜਾ ਆ ਹੈਲਮਟ ਐਗਜ਼ੈਂਪਸ਼ਨ ਹੋ ਗਈ ਆ। ਇਹਦੇ ਕਰਕੇ ਉਹਨਾਂ ਨੂੰ ਸੌਖਾ ਹੋ ਗਿਆ ਇੰਟੀਰੀਅਰ 'ਚ ਕਰਨਾ। ਉਹਦੇ ਵਿੱਚ ਰੌਡ ਲੋਇਲ ਦਾ ਜਿਹੜਾ ਇੰਨਾ ਜ਼ਿਆਦਾ ਕੰਮ ਸੀ ਵੀ ਉਹ ਕੱਲੇ NDP ਦੇ MLA ਨੂੰ ਫੜ ਕੇ ਬਿਠਾ ਕੇ ਸਮਝਾਇਆ ਵੀ ਇਹ ਕਾਹਤੇ ਇਹਨਾਂ ਨੂੰ ਚਾਹੀਦਾ ਹੈਗਾ ਆ, ਕੀ ਮਜਬੂਰੀ ਆ, ਤੇ ਕਿੱਥੇ ਇਹਨਾਂ ਨੂੰ ਆਪਾਂ ਕਾਹਤੇ ਛੋਟ ਦੇ ਸਕਦੇ ਆ। ਸੋ ਜਿਹੜਾ ਇਹੋ ਹੀ ਨਹੀਂ, ਈਵਨ ਜਿਹੜਾ ਸਿੱਖ ਹੈਰੀਟੇਜ ਡੇ ਆ, ਜਾਂ ਆਪਣੇ ਸਿੱਖ ਜੈਨੋਸਾਈਡ ਹੈਗਾ ਆ, ਜਾਂ ਕਿਸਾਨਾਂ ਦੇ ਹੱਕ ਵਿੱਚ, ਜਾਂ ਕੋਈ ਆ ਜਿੱਦਾਂ ਆਪਣੇ ਦੀਪ ਸਿੱਧੂ ਹੋਣਾ ਜਿੱਦਾਂ ਚੜ੍ਹਾਈ ਕੀਤੇ ਸ਼ਹੀਦ ਹੋਇਆ, ਉਹ ਹਰ ਇੱਕ ਇਵੈਂਟ ਤੇ ਏਦਾਂ ਹੀ ਉਹ ਮੰਦਰਾਂ 'ਚ, ਮਸਜਿਦਾਂ 'ਚ, ਚਰਚਾਂ 'ਚ ਜਿੱਥੇ ਵੀ ਉਹਨੂੰ ਕੋਈ ਸੱਦਦਾ ਹੈਗਾ ਆ, ਹਰ ਇੱਕ ਭਾਈਚਾਰੇ ਨਾਲ ਇਸ਼ੂ ਬੇਸ ਤੇ ਜਾ ਕੇ ਖੜਦਾ ਹੈਗਾ ਆ। ਤੇ ਹੁਣ ਉਹਦੇ ਖਿਲਾਫ ਆਪਣੀ ਕਮਿਊਨਿਟੀ 'ਚੋਂ ਜਿਹੜਾ PC ਦੇ ਵਿੱਚ ਜਿਹੜੇ ਰਨ ਕਰਦੇ ਸੀ, ਉਹਨੇ ਇੱਕ ਕੈਂਡੀਡੇਟ ਆਪਣੇ ਭਾਈਚਾਰੇ ਤੋਂ ਖੜਾ ਕੀਤਾ ਹੈਗਾ ਆ। ਉਹ ਇਸੇ ਲਈ ਵੀ ਜੇ ਐਤਕੀ NDP ਦੀ ਸਰਕਾਰ ਬਣਨ ਦੇ ਆਸਾਰ ਆ, ਅਸੀਂ ਜਿਹੜੀ ਉਹ ਗੰਦੀ ਰਾਜਨੀਤੀ ਆ ਨਾ ਉਹ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਮੋਰੇ ਆਪਣੇ ਮਾੜਾ ਕੈਂਡੀਡੇਟ ਲਾਓ। ਤਾਂ ਕੀ ਹੋਇਆ, ਜੇ PC ਦੀ ਚੜ੍ਹਾਈ ਆ, ਜੇ ਉਹ ਕੈਂਡੀਡੇਟ ਮਾੜਾ ਹੋਊਗਾ ਤਾਂ ਮੇਰੇ ਚਾਂਸਸ ਜ਼ਿਆਦਾ ਹੈਗੇ ਆ। ਤੇ ਆਪਣੇ ਲੋਕ ਵੀ ਆ ਜਿਹੜੇ ਆ ਉਹ ਭਾਈ ਭੈਣ ਭਰਾ ਭਾਈਚਾਰੇ ਵਿੱਚ ਨਾ ਜਿੱਦਾਂ ਅਸੀਂ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੰਦੇ, ਲੈ ਵੀ ਹੁਣ ਉਹਨੂੰ ਅਸੀਂ ਹਾਂ ਕਰ ਦਿੱਤੀ ਆ, ਟਵਾਣੇ ਨੂੰ ਅਸੀਂ ਹੁਣ ਨਾ ਨਹੀਂ ਕਰਨੀ। ਠੀਕ ਆ, ਰੌਡ ਲੋਇਲਾ ਬੰਦਾ ਵਧੀਆ ਕੰਮ ਕਰਦਾ, ਪਰ ਵੋਟ ਅਸੀਂ ਉਹਨੂੰ ਹੀ ਪਾਉਣੀ ਆ। ਸੋ ਇਹ ਸਾਨੂੰ ਜਿੰਨੀ ਦੇਰ ਅਸੀਂ ਇਹ ਸੋਚ ਕੇ ਵੋਟ ਨਹੀਂ ਪਾਉਂਦੇ,
ਉਨੀ ਦੇਰ ਗੱਲ ਨਹੀਂ ਬਣਨੀ। ਤਾਂ ਅੱਜ ਮੈਂ ਗੱਲ ਕਰ ਰਿਹਾ ਸੀ ਕਿਸੇ ਨਾਲ, ਉਹ ਕਹਿੰਦਾ ਗੈਸ ਦਾ ਤੇਲ ਦਾ ਕੀਮਤ ਬਹੁਤ ਵੱਧ ਗਈ। ਮੈਂ ਕਿਹਾ ਠੀਕ ਹੈ ਵੱਧ ਗਈ ਆ, ਇਹ ਮਾੜੀ ਗੱਲ ਆ, ਪਰ ਸਾਡੇ ਕੋਲ ਜਦੋਂ ਇਲੈਕਸ਼ਨ ਆਉਂਦਾ ਆ ਉਸ ਵੇਲੇ ਸਾਡੇ ਕੋਲ ਮੌਕਾ ਹੁੰਦਾ ਵੀ ਅਸੀਂ ਵਧੀਆ ਕੈਂਡੀਡੇਟ ਲੈ ਕੇ ਆਈਏ, ਤੇ ਉਸ ਵੇਲੇ ਅਸੀਂ ਕੁਝ ਕਰਦੇ ਨਹੀਂ। ਉਸ ਵੇਲੇ ਮੈਂ ਪਾਰਟਿਸਿਪੇਟ ਕਰਦਾ ਆ, ਮੈਂ ਚੂਜ਼ ਕਰਨ ਦੀ ਕੋਸ਼ਿਸ਼ ਕਰਦਾ ਵੀ ਵਧੀਆ ਕੈਂਡੀਡੇਟ ਕਿਹੜਾ ਆ, ਉਹਦੇ ਜਿਹੜਾ ਮੈਨੂੰ ਪਤਾ ਲੱਗਦਾ ਉਹਦੇ ਬਾਰੇ ਲੋਕਾਂ 'ਚ ਵੀ ਮੈਂ ਦੱਸਣਾ ਸ਼ੁਰੂ ਕਰਦਾ ਵੀ ਇਹਦੀ ਸਪੋਰਟ ਕੀਤੀ ਜਾਣੀ ਚਾਹੀਦੀ ਆ, ਇਹ ਲੋਕਾਂ ਦੇ ਹਿੱਤ ਵਿੱਚ ਹੈਗਾ ਆ। ਸੋ ਅਸੀਂ ਜਦੋਂ ਵੋਟਾਂ ਦਾ ਮੌਕਾ ਖਿਜਾ ਦਿੰਦੇ ਨਾ, ਉਹ ਨਾਰੀਕੇ ਜੀ ਵਾਲਾ ਚੇਤਾ ਆ ਜਾਂਦਾ। ਕਈ ਵਾਰੀ ਤੁਹਾਡੇ ਰੇਡੀਓ ਤੇ ਆ ਕੇ ਕਹਿੰਦੇ ਸੀ ਸਾਨੂੰ ਵੋਟਾਂ ਪਾਉਣੀਆਂ ਨਹੀਂ ਆਉਂਦੀਆਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਾਹਿਬ ਬਲਜਿੰਦਰ ਸਿੰਘ ਸੰਘਾ ਜੀ, ਲਾਈਨ ਨੰਬਰ 1। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਘਾ ਸਾਹਿਬ। ਹਾਂਜੀ ਬਾਈ ਜੀ, ਪ੍ਰੋਗਰਾਮ ਤਾਂ ਤੁਹਾਡਾ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ। ਅੱਛਾ ਮੈਂ ਗੱਲ ਕਰਨੀ ਸੀ, ਦੇਖੋ ਇੱਕ ਤਾਂ ਮਹਿੰਗਾਈ ਬਹੁਤ ਵੱਧ ਗਈ ਆ। ਮਹਿੰਗਾਈ ਵਧਣ ਦੇ ਤੁਸੀਂ ਸਾਡੀ ਸਰਬੱਤ ਦੇ ਭਲਾ ਦੀ ਟੀਮ ਨਾਲ ਜੁੜੇ ਹੋ, ਤੁਹਾਨੂੰ ਵੀ ਲੋਕਾਂ ਦੇ ਬਹੁਤ ਮੈਸੇਜ ਆਉਂਦੇ ਆ ਕਿ ਕਿੱਦਾਂ ਲੋਕੀ ਤਰਲੇ ਕਰਦੇ ਆ ਕਿ ਸਾਨੂੰ 2 ਟਾਈਮ ਦੀ ਰੋਟੀ ਖਿਲਾ ਦਿਓ, ਸਾਨੂੰ ਖਾਣਾ ਹੀ ਦੇ ਦਿਓ, ਮੈਂ ਇੰਨੇ ਦਿਨ ਤੋਂ ਭੁੱਖਾ। ਤੁਹਾਡੇ ਕੋਲ ਸਾਰੇ ਮੈਸੇਜ ਉਹ ਹੈਗੇ ਆ, ਤੁਹਾਨੂੰ ਪਤਾ ਹੀ ਆ ਟੀਮ ਦੇ ਕਰਕੇ। ਬਾਕੀ ਜਿਹੜੇ ਆਪਣੇ MLA MP ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਕਿੱਥੇ ਮਹਿੰਗਾਈ ਚਲ ਗਈ ਹੈ, ਕਿੱਥੇ ਗੈਸ ਦੀ ਪ੍ਰਾਈਸ ਚਲ ਗਈ ਆ। ਹਾਂ ਹੁਣ ਇਹਨਾਂ ਨੂੰ ਹੇਜ ਜਾਗਦਾ ਕਿ ਅਸੀਂ ਹੁਣ ਸਿਟੀ ਦੀ ਸੇਵਾ ਕਰਨੀ ਆ ਲੋਕਲ ਦੇ ਉੱਪਰ। ਇਹਨਾਂ ਨੇ ਫੈਡਰਲ ਤੇ ਪ੍ਰੋਵਿੰਸ਼ੀਅਲ ਦੇ ਵਿੱਚ ਤਾਂ ਜਿਹੜੇ ਰੰਗ ਲਾਣੇ ਸੀ ਲਾਤੇ ਆ। ਹਾਂ ਜੇ ਇਹਨਾਂ ਨੇ ਵਾਕਿਆ ਹੀ ਮੇਅਰ ਦਾ ਇਹਨਾਂ ਨੂੰ ਚਾਅ ਹੈਗਾ ਬਣਨੇ ਦਾ, ਪਹਿਲਾਂ ਆਪਣੇ ਪਹਿਲੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਫੇਰ ਚੋਣ ਲੜਨ। ਐਵੇਂ ਲੋਕਾਂ ਨੂੰ ਬੇਵਕੂਫ ਨਾ ਬਣਾਉਣ ਕਿ ਦੋਨਾਂ ਹੱਥਾਂ 'ਚ ਲੱਡੂ ਆ, ਜੇ ਇੱਧਰੋਂ ਨਹੀਂ ਤਾਂ ਇੱਧਰੋਂ ਸੀ, ਇੱਧਰ ਨੂੰ ਇੱਧਰੋਂ ਸੀ। ਇਹਨਾਂ ਨੇ ਦੱਸੋ ਕਿਹੜੀ ਕੋਈ ਸਪੈਸ਼ਲ ਪੜ੍ਹਾਈ ਕੀਤੀ ਉਹ ਆ ਕਿ ਹੋਰ ਭਾਈਚਾਰੇ 'ਚ ਕੋਈ ਬੰਦਾ ਹੀ ਨਹੀਂ ਹੈਗਾ ਕਿ ਇਹਨਾਂ ਤੋਂ ਬਿਨਾਂ ਕਿ ਇਹੀ ਆ ਬਸ ਇਹੀ ਕਰ ਸਕਦੇ, ਇਹੀ MLA ਬਣ ਸਕਦੇ, ਇਹੀ MP ਬਣ ਸਕਦੇ ਆ, ਇਹੀ ਮੇਅਰ ਬਣ ਸਕਦੇ ਆ। ਇਹਦੇ ਨਾਲ ਆਪਣੀ ਕਮਿਊਨਿਟੀ ਦਾ ਨੂੰ ਵੀ ਇੱਕ ਸੋਚਣ ਵਾਲੀ ਗੱਲ ਆ ਕਿ ਇਹਨਾਂ ਤੋਂ ਬਿਨਾਂ ਹੋਰ ਕੋਈ ਬੰਦਾ ਨਹੀਂ ਹੈਗਾ ਕਮਿਊਨਿਟੀ ਦੇ ਵਿੱਚ। ਬਾਕੀ ਐਵੇਂ ਤੁਰੇ ਫਿਰਦੇ ਆ ਸਾਰੇ ਜਿੰਨੇ ਹੈਗੇ ਆ। ਹਾਂ ਜੇ ਇਹਨਾਂ ਨੇ ਕਰਨਾ ਹੀ ਆ ਅਸਤੀਫਾ ਦੇਣ, ਅਸਤੀਫਾ ਦੇ ਕੇ ਚੋਣ ਲਾ ਲੈਣ, ਨਹੀਂ ਲੋਕਾਂ ਨੂੰ ਬੇਵਕੂਫ ਨਾ ਬਣਾਉਣ ਬਾਈ ਜੀ। ਬਾਕੀ ਮਹਿੰਗਾਈ ਦਾ ਤਾਂ ਤੁਸੀਂ ਕਿਤੇ ਸੁਣਾ ਵੀ ਦਿਓ ਮੈਸੇਜ ਜਿਹੜੇ ਤੁਹਾਨੂੰ ਲੋਕਾਂ ਦੇ ਆਉਂਦੇ ਆ, ਕਿੱਦਾਂ ਲੋਕੀ ਵਿਚਾਰੇ ਰੋਟੀ ਤੋਂ ਤੰਗ ਆ ਤੇ ਇਹ ਗੰਦੀ ਰਾਜਨੀਤੀ ਕਰ ਰਹੇ ਆ ਬਾਈ ਜੀ। ਬਿਲਕੁਲ ਬਹੁਤ ਔਖਾ ਹੈ। ਸਭ ਤੋਂ ਵੱਡੀ ਗੱਲ, ਅੱਜ ਕਿਸੇ ਨੇ ਮੈਨੂੰ ਪਿਕਚਰ ਭੇਜੀ 91 ਜਿਹੜੀ ਗੈਸ ਹੈ, ਰੈਗੂਲਰ ਨਹੀਂ ਸੁਪੀਰੀਅਰ ਗੈਸ, $2.91 ਦੀ, $2.91 ਦੀ ਰਿਚਮੰਡ ਤੇ ਪ੍ਰਾਈਸ ਆ, $2.91 ਦੀ। ਕਿੱਥੇ ਨੂੰ ਜਾਵਾਂਗੇ? ਇਹਦੀ ਜ਼ਿੰਮੇਵਾਰੀ ਕੌਣ ਚੱਕੂਗਾ? ਕਿੱਥੇ ਨੂੰ ਜਾਵਾਂਗੇ? ਅਸੀਂ ਕੀ ਕਰਾਂਗੇ? ਕਿਵੇਂ ਸਾਡੀ ਲਿਵਿੰਗ ਹੋਊਗਾ? ਅਗਲੇ ਹਿੱਸੇ 'ਚ ਮੈਂ ਇਹ ਖਰਚਿਆਂ 'ਤੇ ਗੱਲ ਕਰਨੀ ਹੈ। ਪਹਿਲੇ ਵਿਸ਼ੇ 'ਤੇ ਇੱਕ ਕਾਲਰ ਆਖਰੀ ਲੈ ਕੇ ਅੱਗੇ ਚੱਲਦੇ ਹਾਂ। ਪਰਮ ਧਾਲੀਵਾਲ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ ਸਹੀ ਕਿਹਾ ਵਾ, ਅਸੀਂ ਵੋਟਾਂ ਸੋਚ ਕੇ ਨਹੀਂ ਪਾਉਂਦੇ, ਬਸ ਅਸੀਂ ਬੰਦਾ ਹੀ ਦੇਖਦੇ ਹਾਂ ਵੀ ਇੱਕ ਖਹਿਬਾਜੀ ਦੇ ਸਿਰ ਤੇ ਪਾ ਦਿੰਦੇ ਆ। ਇਹ ਹੁਣ ਨਾ ਕਾਵਾਂ ਦੀ ਡਾਰ ਆ ਜਿਹੜੀ ਇਹ ਫਿਰਦੀ ਆ ਉਹ ਬੰਦੇ ਨੂੰ ਢਾਉਣ ਨੂੰ ਸਿੱਧੀ 'ਚ ਜਿਹੜਾ ਕੰਮ ਆਲਰੇਡੀ ਕਰ ਰਿਹਾ। ਪਰ ਜੇ ਆਪਾਂ ਉਹਨੂੰ ਹਰਨ ਦੇ ਦਿੱਤਾ ਨਾ ਐਤਕੀ, ਤਾਂ ਫਿਰ ਉਹ ਪੰਜਾਬ ਵਾਲੇ ਨਾ ਪਿੱਟਿਆ ਕਰਿਓ ਵੀ ਆ ਪੰਜਾਬ ਚਾਹ ਹੋ ਗਿਆ, ਉਹ ਹੋ ਗਿਆ, ਕਿਉਂਕਿ ਉਹਦੇ ਜ਼ਿੰਮੇਵਾਰ ਅਸੀਂ ਹਾਂ। ਅਸੀਂ ਸਿਸਟਮ ਨੂੰ ਖਰਾਬ ਕਰਦੇ ਹਾਂ, ਨਾ ਕਿ ਪੋਲੀਟਿਕਸ ਕਰਦੇ ਹਾਂ। ਪੋਲੀਟਿਕਸਾਂ ਨੂੰ ਤਾਂ ਅਸੀਂ ਜਿਹੜੇ ਬੰਦੇ ਲਿਆਉਂਦੇ ਆ ਨਾ, ਉਹਨਾਂ ਨੂੰ ਗਲਤ ਬੰਦਿਆਂ ਨੂੰ ਵਾਰ-ਵਾਰ ਜਿਤਾ ਕੇ ਬਸ ਵੀ ਮੈਨੂੰ ਮਾਮੇ ਨੇ ਕਹਿਤਾ, ਤਾਏ ਨੇ ਕਹਿਤਾ, ਇਹ ਆਪਾਂ ਨੂੰ ਪਿਰਤ ਛੱਡਣੀ ਪੈਣੀ ਹੈ। ਜਿਹੜਾ ਬੰਦਾ ਕੰਮ ਕਰਦਾ ਉਹਨੂੰ ਮੂਹਰੇ ਲੈ ਕੇ ਆਓ, ਨਾ ਕਿ ਜਿਹੜੇ ਬਸ ਵਿਆਹਾਂ ਤੇ ਭੋਗਾਂ ਤੇ ਆ ਗਏ ਤੇ ਉਹਨਾਂ ਨੂੰ ਅੱਗੇ ਲਈ ਜਾਓ। ਧੰਨਵਾਦ ਜੀ। ਇੱਕ ਮੈਂ ਬੇਨਤੀ ਅਖੀਰ 'ਚ ਕਰਾਂ, ਰਾਜਨੀਤੀ ਦੇ ਵਿੱਚ ਨਾ ਅਸੀਂ ਇਹ ਘੱਟੋ ਘੱਟ ਸੋਚਣ ਲੱਗੀਏ ਵੀ ਯਾਰ ਅਸੀਂ ਕਿਤੇ ਗੁਲਾਮ, ਹੋਰ ਇਸ ਵਿਸ਼ੇ 'ਤੇ ਕਾਲ ਨਾ ਕਰਿਓ ਪਲੀਜ਼, ਕਿ ਅਸੀਂ ਗੁਲਾਮ ਤਾਂ ਨਹੀਂ ਬਣ ਗਏ ਕੋਈ ਕਿਸੇ ਤੋਂ ਮਦਦ ਲੈਣ ਤੋਂ ਬਾਅਦ। ਗੁਲਾਮੀ ਸਾਡੇ ਸਿਰ 'ਤੇ ਇਸ ਸਿਰ 'ਤੇ ਚੜ੍ਹ ਗਈ ਕਿ ਸਾਨੂੰ ਆ ਕੇ ਇਕੱਠ 'ਚ ਮਿਲ ਕੇ ਕੋਈ ਮਿਲ ਲਿਆ, ਰਾਜਨੀਤਿਕ ਜੱਫੀ ਪਾ ਲਈ, ਤੁਸੀਂ ਮੇਰੇ ਭਾਈ ਹੋ, ਤੁਸੀਂ ਮੇਰੀ ਭੈਣ ਹੋ ਕਹਿ ਕੇ, ਕੀ ਬਸ ਇਹੀ ਕੁਆਲਿਟੀ ਹੈ? ਬਸ ਦੈਟਸ ਇਟ। ਹੋਰ ਸਾਨੂੰ ਕੁਛ ਨਹੀਂ। ਸਾਨੂੰ ਆਉਣ ਵਾਲੀ ਪੀੜ੍ਹੀ, ਸਾਡੇ ਬੱਚੇ, ਉਹਨਾਂ ਦੀਆਂ ਐਡਮਿਸ਼ਨਾਂ, ਉਹਨਾਂ ਦੀਆਂ ਨੌਕਰੀਆਂ, ਉਹ ਕਿੱਥੇ ਪੜ੍ਹਨਗੇ? ਮਹਿੰਗਾਈ ਕਿੱਥੇ ਖੜੂ? ਘਰ ਜਾ ਕੇ ਕਿੱਥੇ ਖੜ੍ਹੇ ਨੇ? ਅਤੇ ਰਾਜਨੀਤੀ ਦੇ ਵਿੱਚ ਕਰਪਸ਼ਨ ਕਿਹੜੇ ਲੈਵਲ 'ਤੇ ਹੈ? ਕੀ ਹੋ ਰਿਹਾ ਸ਼ਹਿਰ ਦੇ ਵਿੱਚ ਜਾਂ ਸੂਬੇ 'ਚ ਜਾਂ ਉੱਪਰ? ਇਹਦੇ 'ਤੇ ਅਸੀਂ ਕੋਈ ਨਿਗਾਹ ਨਹੀਂ ਰੱਖਣੀ। ਕਿੱਥੋਂ ਪੈਸਾ ਆ ਰਿਹਾ? ਕੀ ਹੋ ਰਿਹਾ? ਤੁਹਾਡੇ ਇਨਫਰਾਸਟਰਕਚਰ ਤੁਹਾਡੇ ਸ਼ਹਿਰ 'ਚ ਕੀ ਹੈ? ਕਿਹੜੀਆਂ ਚੀਜ਼ਾਂ, ਕਿਹੜੀਆਂ ਸਹੂਲਤਾਂ ਅਸੀਂ ਗਰੰਟਡ ਕਰਤਾ ਕਿਸੇ ਨੂੰ ਵੀ ਲੈ ਵੀ ਫੜ, ਤੈਨੂੰ ਸਾਰੀ ਜ਼ਿੰਦਗੀ ਦੇਤੀ ਬਈ ਤੂੰ ਜਦ ਫਲਾਣੇ ਸਮੇਂ ਸਾਡੇ ਲਈ ਖੜਿਆ ਸੀ। ਉਹ ਕਿਉਂ ਖੜਿਆ ਸੀ? ਕਿਉਂਕਿ ਤੁਸੀਂ ਉਹਨੂੰ ਦਫ਼ਤਰ ਦਿੱਤਾ ਹੋਇਆ ਤਾਂ ਖੜਿਆ ਸੀ।
ਤੁਰਿਆ ਜਾਂਦਾ ਥੋੜ੍ਹਾ ਖੜਾ ਸੀ, ਕੋਈ ਬਿਨਾਂ ਅਥਾਰਟੀ ਤੋਂ ਥੋੜ੍ਹਾ ਖੜਾ ਸੀ। ਬਹੁਤ ਕੁਝ ਹੈ ਇੱਥੇ ਰਾਜਨੀਤੀ ਦੇ ਪਿੱਛੇ ਲੁਕਿਆ ਹੋਇਆ ਜਿਹੜਾ ਤੁਹਾਨੂੰ ਨਹੀਂ ਪਤਾ ਲੱਗਦਾ, ਬਹੁਤ ਕੁਝ। ਆਹ ਜਿਹੜੀ ਸਭ ਤੋਂ ਵੱਡੀ ਇੱਕ ਕਰਪਸ਼ਨ ਜਿਹੜੀ ਵਿਜ਼ਿਟ ਵੀਜ਼ਿਆਂ ਦੀ ਸਰੀ ਦੇ ਵਿੱਚ ਚੱਲੀ ਹੈ, ਜਿਨ੍ਹਾਂ ਦੇ ਵਿੱਚ ਅੱਜ ਦੱਸ ਕੇ ਗਏ ਨੇ ਭਾਈ ਸਾਹਿਬ ਇਹ ਗੁਰਦੁਆਰੇ ਤੱਕ ਇਨਵੋਲਵ ਹੋ ਗਏ ਵਿੱਚ। ਗੁਰਦੁਆਰਿਆਂ ਦੇ ਵਿੱਚ ਕਿੰਨੀ ਡੋਨੇਸ਼ਨ ਤੇ ਕਿਹੜੇ MP ਦਾ ਵਿਜ਼ਿਟ ਵੀਜ਼ੇ ਦੇ ਲਈ ਲੈਟਰ ਤੁਸੀਂ ਦੇਣਾ, ਇਹ ਚੀਜ਼ ਇਨਵੋਲਵ ਹੋ ਚੁੱਕੀ ਹੈ। ਕੰਸਲਟੈਂਟਾਂ ਨਾਲ ਯਾਰੀ ਸ਼ਰੇਆਮ ਸਾਹਮਣੇ ਆ ਤੁਹਾਡੇ। ਉਹ ਕਿਹਦਾ ਧੀ ਪੁੱਤ ਹੈ ਜਿਹੜਾ ਲੁੱਟਿਆ ਜਾ ਰਿਹਾ? ਉਹ ਤੁਹਾਡਾ ਧੀ ਪੁੱਤ ਨਹੀਂ ਹੈ। ਮਦਦ ਕਰੋ ਜਿਹਦੀ ਮਰਜ਼ੀ, ਪਰ ਉਹਨੂੰ ਅਨਕੰਡੀਸ਼ਨਲ ਨਾ ਕਰੋ, ਉਹਨੂੰ ਕੰਡੀਸ਼ਨ ਦਿਓ ਵੀ ਆਹ ਚੀਜ਼ਾਂ ਸੁਨੀਲ ਜੀ ਉਹਨਾਂ ਦੇ ਕਹਿਣ ਨੂੰ ਪ੍ਰਿੰਟ ਕਰਕੇ ਰੱਖੋ ਵੀ ਆਹ ਪੇਪਰ ਨੇ ਭਾਈ ਸਾਹਿਬ, ਇਹਦੇ 'ਤੇ ਦਸਤਖਤ ਕਰ ਜੇ ਮੇਰੀ ਵੋਟ ਲੈਣੀ ਆ, ਬਈ ਆਹ ਕੰਮ ਤੂੰ ਕਰੇਂਗਾ। ਫਿਰ ਉਹ ਦਸਤਖਤ ਦਿਖਾਓ ਅਗਲੇ ਨੂੰ ਵੀ ਆਹ ਦੇਖੋ ਆਹ ਇਹਦੇ 'ਤੇ ਤੂੰ ਸਾਈਨ ਕਰਕੇ ਗਿਆ, ਹੁਣ ਉਹ ਕਰਦਾ ਤੂੰ ਕੀ ਕਰੋਗੇ ਤੁਸੀਂ? 20 22 24 30 ਗਿਣ ਕੇ MP MLA ਜਦ ਤੁਹਾਡੇ ਹੁੰਦਿਆਂ ਹੋਇਆਂ, ਉਹਨਾਂ ਬੰਦਿਆਂ ਦੇ ਹੁੰਦਿਆਂ ਹੋਇਆਂ ਦੇਸ਼ ਦੇ ਇੱਕ ਸੂਬੇ 'ਚ ਉਹ ਬਿੱਲ ਪਾਸ ਹੋ ਰਿਹਾ ਵੀ ਤੁਸੀਂ ਉੱਥੇ ਧਾਰਮਿਕ ਚਿੰਨ੍ਹ ਪਹਿਨ ਕੇ ਨੌਕਰੀ ਨਹੀਂ ਕਰ ਸਕਦੇ। ਜਿਹੜੇ ਬੱਚੇ ਮੂਵ ਹੋਏ ਨੇ ਮੌਂਟਰੀਅਲ 'ਚੋਂ ਸਰੀ, ਉਹਨਾਂ ਨੂੰ ਪੁੱਛ ਕੇ ਦੇਖੋ ਦਸਤਾਰਾਂ ਵਾਲੇ ਵੀ ਉਹ ਕਿਵੇਂ ਟੱਬਰ ਛੱਡ ਕੇ ਬੈਠੇ ਆ ਇੱਥੇ। ਉਹ ਕਿਉਂ ਹੋਵੇ? ਤੁਸੀਂ ਕਰੀ ਚੱਲੋ, ਖੋਲੀ ਚੱਲੋ, ਕਿਤੇ ਬਾਬੇ ਦੇ ਨਾਂ ਦੀ ਗੱਲ ਕਰ ਲਓ, ਕਿਤੇ ਕਿਸੇ ਦੀ ਗੱਲ ਕਰ ਲਓ। ਅਸੀਂ ਲੈਗਸੀ, ਕਾਹਦੀ ਲੈਗਸੀ ਛੱਡੋਗੇ ਤੁਸੀਂ? ਤੁਹਾਡੇ ਸਾਹਮਣੇ ਤਾਂ ਹੋ ਰਿਹਾ ਸਾਰਾ ਕੁਛ। ਔਰ ਹਰ ਇੱਕ ਜਿਹੜੀ ਗੱਠ ਹੈ ਉਹ ਗੱਠ 'ਚ ਕੁਛ ਲੁਕਿਆ ਹੋਇਆ, ਉਹਨੂੰ ਕੋਈ ਨਹੀਂ ਦੱਸ ਰਿਹਾ, ਉਹਨੂੰ ਕੋਈ ਨਹੀਂ ਦੱਸ ਰਿਹਾ। ਵਪਾਰਕ ਸੰਦੇਸ਼ ਆ ਕੇ ਮੈਂ ਗੱਲ ਕਰਦਾ ਤੁਹਾਡੇ ਨਾਲ। ਪੈਸਾ ਧੇਲਾ ਜਿਹੜਾ ਹੈ ਉਹ ਪੁਰਾਣੇ ਸਮੇਂ 'ਚ ਅਸੀਂ ਕਿਵੇਂ ਵਰਤਦੇ ਸੀ, ਅੱਜ ਅਸੀਂ ਕਿੱਧਰ ਨੂੰ। ਲਓ ਜੀ, ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਥੋੜ੍ਹਾ ਜਿਹਾ ਪੰਜਾਬ ਦੇ ਪਿੰਡਾਂ 'ਚ ਕਿਵੇਂ ਅਸੀਂ ਰਹਿੰਦੇ, ਕਿੱਡਾ ਕਿੱਡਾ ਲਾਣਾ ਵੱਡਾ ਹੁੰਦਾ, ਘਰ ਦੇ ਵਿੱਚ 20 10 ਜੀ ਹੁੰਦੇ, 2 ਬਜ਼ੁਰਗ ਭਾਈ ਹੁੰਦੇ, ਬਾਬਾ ਸਾਰਾ ਲਾਣੇਦਾਰ ਹੁੰਦਾ, ਘਰ ਦਾ ਇੱਕ ਕੁੰਜੀ ਮੁਖਤਿਆਰ ਹੁੰਦਾ। ਬੀਬੀਆਂ ਵਾਲੇ ਪਾਸੋਂ ਵੀ ਹੁੰਦੇ, ਬੀਬੀਆਂ ਦਾ ਤਾਂ ਬਾਹਲਾ ਕੋਈ ਜਿੰਦਾ ਕੁੰਡਾ ਹੁੰਦਾ ਨਾ, ਪਰ ਫਿਰ ਵੀ ਪਿੰਡ ਘਰ ਦੇ ਵਿੱਚੋਂ ਇੱਕ ਲਾਣੇਦਾਰ ਨਹੀਂ ਹੁੰਦੀ, ਇੱਕ ਲਾਣੇਦਾਰ ਹੁੰਦਾ, 2 ਸ਼ਬਦ ਹੁੰਦੇ। ਲਾਣੇਦਾਰੀ ਜਿਹੜੀ ਹੁੰਦੀ ਉਹਦੇ ਸਾਰਾ ਕੁਝ ਉਹਦੇ ਜ਼ਿੰਮੇ ਹੁੰਦਾ। ਵੱਡੇ ਪਰਿਵਾਰ ਦੇ ਵਿੱਚ ਲਾਣੇਦਾਰੀ ਕਿਵੇਂ ਕੀਤੀ ਜਾਂਦੀ ਹੈ, ਉਹ ਬਹੁਤ ਜ਼ਿਆਦਾ ਅਸਲ ਧਰਮ ਦਾ ਉੱਥੇ ਸੰਕਲਪ ਆਉਂਦਾ, ਕਿਉਂਕਿ ਕਿਸੇ ਨੂੰ ਨਹੀਂ ਪਤਾ ਕੀ ਕਣਕ ਬੇਗੀ, ਕੀ ਕਿਹੜਾ ਕੋਈ ਪੇਪਰ ਦੇਖਦਾ ਸੀ। ਉਹਦੀ ਇਕੱਲੇ ਦੀ ਹੋਈ ਇਮਾਨਦਾਰੀ 'ਤੇ ਸਾਰਾ ਕੁਛ ਸੀ। ਕੀ ਖੱਟ ਲਿਆਂਦਾ, ਕੀ ਵੇਚਦਾ, ਕੀ ਇਕੱਠਾ, ਸਾਰਾ ਕੁਝ। ਔਰ ਇੰਨਾ ਓਲਾ ਹੁੰਦਾ ਸੀ, ਕਿਸੇ ਨੂੰ ਕੁਛ ਨਹੀਂ ਸੀ ਪਤਾ ਹੁੰਦਾ ਘਰ 'ਚ ਕੀ ਆ। ਨਾਲ ਦੀ 4 ਜ਼ਮੀਨ ਦੇ ਲੈਣੀ ਆ, ਉਹ ਲੈ ਲੈ, ਕੋਈ ਵਿਆਹ ਆ ਗਿਆ। ਵੱਡਿਆਂ ਲਾਣਿਆਂ ਦੇ ਵਿੱਚ ਇੱਕ ਕਿਤੇ ਘਰ 'ਚੋਂ ਕਿਸੇ ਨੂੰਹ ਰਾਣੀ ਦਾ ਪੇਕਿਆਂ ਦੇ ਵਿਆਹ ਹੋ ਗਿਆ, ਜਿਹੜੀਆਂ ਦੂਜੀਆਂ ਨੇ ਉਹਨਾਂ ਦੇ ਸਾਲ ਨੂੰ ਆਉਣਾ, ਉਹਦਾ ਵੀ ਬਰਾਬਰ ਦਾ ਹੀ ਸਮਾਨ ਜਦੇ ਲਿਆ ਕੇ ਦੇਣਾ ਵੀ ਚੱਕ ਤੂੰ ਵੀ 15 ਦਿਨ ਨੂੰ, ਮਹੀਨੇ ਨੂੰ, 6 ਮਹੀਨੇ ਨੂੰ ਤੇਰਾ ਵੀ ਆਉਣਾ ਭਾਈ, ਤੂੰ ਨਾ ਲੈ ਜੀ। ਮਤਲਬ ਬਰਾਬਰਤਾ, ਗੋਝ ਨਾ ਰੱਖਣੀ, ਸਾਂਭ ਕੇ ਸਾਰਾ ਕੁਝ ਚਲਾਉਣਾ, ਤੇ ਕਦੇ ਤੰਗੀ ਨਹੀਂ ਹੋਣੀ। ਕਦੇ ਤੁਸੀਂ ਘਰ ਦੇ ਵਿੱਚ ਅੱਜ ਤੋਂ, ਹੁਣ ਤਾਂ ਚਲੋ ਹੁਣ ਤਾਂ ਉਹ ਆਪਣੇ ਵਾਂਗੂ ਹੀ ਨੇ ਇੱਥੇ ਦੇਖ ਰੇਖ 'ਚ, ਕਦੇ ਕੋਈ ਪਰਿਵਾਰ, ਕੋਈ ਗਰੀਬ ਵੱਧ ਘੱਟ ਜ਼ਮੀਨ ਵਾਲਾ ਕਦੇ ਪੈਸੇ ਖੁੰਨਿਓ ਤਰਸਦਾ ਦੇਖਿਆ ਅੱਜ ਤੋਂ? ਜੇ ਮੈਂ 2005 ਤੋਂ ਪਹਿਲਾਂ ਗੱਲ ਕਰਾਂ, ਪੰਜਾਬ 'ਚ ਪਿੰਡ 'ਚ ਕਦੇ ਨਹੀਂ ਸੀ ਹੁੰਦਾ। ਜੇ 100 ਰੁਪਈਆ ਕਮਾ ਲਿਆ ਉਹ 'ਚੋਂ 60 ਖਰਚਨੇ, 40 ਕਦੇ ਨਹੀਂ ਸੀ ਖਰਚਦੇ। ਤੇ ਕਿਤੇ ਵੀ ਐ ਤਰਸ ਨਹੀਂ ਸੀ ਹੁੰਦਾ ਵੀ ਯਾਰ ਅੱਜ ਤਰਸ ਦੀ ਹਾਲਤ 'ਚ ਖੜਾ ਬੰਦਾ। ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਧਾਂਤ ਸਰਬੱਤ ਦੇ ਭਲੇ ਦਾ, ਗਰੀਬ ਦੇ ਕਿਸੇ ਦੇ ਅਰਦੇ ਸਰਦੇ ਕੋਈ ਕੰਮ ਰੁਕਣਾ, ਸਾਰਾ ਪਿੰਡ ਟੁੱਕ ਜਾਂਦਾ। ਕਿਸੇ ਦਾ ਵਿਆਹ ਕਰਨਾ, ਕਿਸੇ ਦੇ ਸੱਟ ਲੱਗ ਗਈ, ਕਿਸੇ ਦੇ ਕੁਛ ਹੋ ਗਿਆ, ਚੱਕੋ ਤੂੰ ਫਿਕਰ ਨਾ ਕਰ। ਕੋਈ ਮਰਗ ਹੋ ਜਾਣੀ ਬੀਹੀ ਗਵਾਂਢ 'ਚ, 10 ਦਿਨ ਉਹਦਾ ਹਰਾ ਢੋਈ ਜਾਣਾ ਵੀ ਇਹ ਕਿੱਥੇ ਜਾਊ। ਉਹਨੂੰ ਕਹਿ ਤੂੰ ਘਰੇ ਰਹਿ, ਕਹਿਤਾ ਹਰਾ ਆਊਗਾ ਘਰੇ ਤੇਰੇ। ਟੁੱਟ ਗਿਆ ਉਹ ਸਿਸਟਮ। ਮੈਂ ਇਹਨੂੰ ਇਸ ਤਰ੍ਹਾਂ ਸੋਚਦਾ ਵੀ ਜਦ ਤੁਸੀਂ ਨਾ ਆਰਥਿਕ ਤੌਰ 'ਤੇ ਮਾਈਨਸ 'ਚ ਹੋ ਜਾਂਦੇ ਹੋ, ਜ਼ਿੰਦਗੀ ਤੁਹਾਡੀ ਨਰਕ ਜਿਹੜਾ ਜਿਉਂਦੇ ਜੀ ਇੱਥੇ ਹੋਣਾ, ਉਹ ਬੰਦੇ ਦੀ ਗਲਤੀ ਨਾਲ ਹੈ। ਕਾਰਨ ਕੀ ਹੈ ਵੀ ਜੇ 100 ਕਮਾ ਕੇ 150 ਖਰਚਣਾ ਹੈ, 50 ਜਿਹੜੇ ਘਟ ਗਏ ਉਹ ਕਿੱਥੋਂ ਲਿਆਵੇਂਗਾ?
ਦੂਜੇ ਦਿਨ ਫਿਰ 100 ਹੀ ਕਮਾਉਣਾ, 50 ਘਟ ਗਏ। ਉਹਦੇ 'ਚ ਇੱਕੋ ਹੀ ਚੀਜ਼ ਹੈ ਵੀ ਤੁਸੀਂ ਆਪਣੇ ਖਰਚਿਆਂ ਦਾ ਕੰਟਰੋਲ ਕਰ ਸਕੋ। ਆ ਖਬਰ ਚੱਲ ਰਹੀ ਹੈ ਨਾ ਵੀ ਜਿਹੜੇ 2000 ਦੇ ਵਿੱਚ ਜੀ 2020 ਜਿਨ੍ਹਾਂ ਨੇ ਘਰ ਲਿਆ ਜਾਂ 25 'ਚ ਉਹਨਾਂ ਦੀ ਮੌਰਗੇਜ ਜਿਹੜੀ ਆ ਉਹ ਰੀਨਿਊ ਹੋਣੀ ਆ, ਤਾਂ 44 ਤੋਂ 45% ਉਹਨਾਂ ਦੀ ਮੌਰਗੇਜ ਦੀਆਂ ਜਿਹੜੀਆਂ ਉਹ ਕਿਸ਼ਤਾਂ ਵੱਧ ਜਾਣੀਆਂ ਨੇ। ਹੁਣ ਦੱਸਤਾ ਨਾ ਉਹਨਾਂ ਨੇ ਤੁਹਾਨੂੰ, ਗੌਰਮੈਂਟ ਸੁਰਖਰੂ ਹੋ ਗਈ 4 ਵਰ੍ਹੇ ਪਹਿਲਾਂ ਬਈ ਲਓ ਜੀ ਅਸੀਂ ਤਾਂ ਵਿੱਚੋਂ ਨਿਕਲ ਗਏ, ਹੁਣ ਤੁਸੀਂ ਖਿਆਲ ਕਰਨਾ ਇਸ ਚੀਜ਼ ਦਾ। ਹੁਣ ਸਾਡੇ ਕੋਲ ਅਗਲੇ 4 ਸਾਲਾਂ 'ਚ ਕੀ ਹੈ ਬਈ, ਓਕੇ ਮੇਰੀ ਕਮਾਈ ਦੇ ਹਿਸਾਬ ਨਾਲ ਮੇਰੀ ਤਾਂ ਕਿਸ਼ਤ 4000 ਜਿਹੜੀ ਜਾ ਰਹੀ ਹੈ, ਇਹ 4 ਦੀ ਜਗ੍ਹਾ ਮੈਂ ਤਾਂ 6 ਨਹੀਂ ਦੇ ਸਕਦਾ, ਜਾਂ ਤਾਂ 4 ਸਾਲਾਂ 'ਚ 2000 2500 3000 ਦੀ ਕੋਈ ਇਨਕਮ ਜਨਰੇਟ ਕਰਨੀ ਪੈਣੀ ਹੈ, ਨਹੀਂ ਫਿਰ ਇਹਨੂੰ ਘਟਾਉਣਾ ਪੈਣਾ। ਅਤੇ ਘਟਾਉਣ ਲਈ ਜਾਣਾ ਕੁਛ ਨਹੀਂ, ਬਿਲਕੁਲ ਜਾਣਾ ਨਹੀਂ। ਉਹ ਜਿਹੜਾ ਫਰਲਾ ਟੰਗੀ ਫਿਰਦੇ ਆ ਵੀ ਫਲਾਣਾ ਕੀ ਕਹੂ, ਉਹ ਫਰਲੇ ਨੇ ਕੁਛ ਨਹੀਂ ਦੇਣਾ। 100 ਬਿਮਾਰੀਆਂ ਜਿਹੜੀਆਂ ਲੱਗ ਕੇ ਜਦ ਬੁੱਕ ਭਰ ਕੇ ਗੋਲੀਆਂ ਦੀ ਖਾਣੀਆਂ ਸਵੇਰੇ ਪੈਕ ਬਣਾ ਕੇ, ਉਹ ਵੀ ਅਗਲੇ ਦੇਖਦੇ ਆ। ਇਸ ਦਾ ਖਿਆਲ ਜਿਹੜਾ ਕਰਨ ਦੀ ਇਹ ਲੋੜ ਹੈ ਕਿ ਤੁਹਾਡਾ ਉੱਥੇ ਕਿੰਨੇ ਸੌਖੇ ਸੀ ਅਸੀਂ ਯਾਰ ਪੰਜਾਬ ਦੇ। ਮੈਂ ਪਿਛਲੇ 15 ਸਾਲਾਂ ਦੀ ਗੱਲ ਨਹੀਂ ਕਰਦਾ, ਜਿਹੜਾ ਹੁਣ ਅੱਗ ਲੱਗੀ ਆ 2000 ਤੋਂ ਬਾਅਦ, ਇਹਦੀ ਗੱਲ ਨਹੀਂ ਮੈਂ ਕਰਦਾ। ਮੈਂ 2000 ਤੋਂ ਪਹਿਲੇ ਸਮੇਂ ਦੀ ਗੱਲ ਕਰਦਾ ਵੀ ਯਾਰ ਕਦੇ ਘਰ 'ਚ ਕਦੇ ਕਿਸੇ ਨੇ ਕੋਈ ਵੇਖਿਆ ਨਹੀਂ ਸੀ ਵੀ ਯਾਰ ਅੱਜ ਪੈਸੇ ਖੁਣੋ ਨਹੀਂ ਅਸੀਂ ਤਾਂ ਕਰ ਸਕੇ। ਕਰਜ਼ਈ ਹੋ ਗਏ, ਆੜਤੀਆ ਗੇੜੇ ਮਾਰਦਾ, ਪਿੰਡ 'ਚੋਂ 1-2 ਪਰਿਵਾਰਾਂ ਦੇ ਪੈਸੇ ਆੜਤੀਏ ਤੋਂ ਚੱਕੇ ਹੁੰਦੇ, ਉਹ ਵੀ ਕਿਸੇ ਨੇ ਜ਼ਮੀਨ ਲੈ ਲਈ, ਕਿਸੇ ਨੇ 2 ਵਿਆਹ ਇਕੱਠੇ ਕਰਤੇ, ਥੋੜ੍ਹੇ ਬਹੁਤੇ ਕਹਿੰਦਾ 6 ਮਹੀਨੇ ਨੂੰ ਆਏ ਲੈ ਦਾਣੇ ਲਾ ਦੇਣਾ ਨੇ। ਹੁਣ 80% ਕਰਜ਼ੇ 'ਚ ਨੇ, ਦੇਖ ਰੇਖ ਕਿਸੇ ਨੂੰ ਦਿਖਾ ਕੇ। ਉਹੀ ਹਾਲ ਅਸੀਂ ਇੱਥੇ ਕਰ ਲਿਆ ਸ਼ੁਰੂ। ਹੁਣ ਵਿਆਹਾਂ ਦੇ ਖਰਚੇ ਨੇ, ਮਾੜੇ ਤੋਂ ਮਾੜਾ ਵਿਆਹ ਮਤਲਬ ਕੀ ਉਹਨੂੰ ਕਹੋਗੇ 500 ਬੰਦੇ ਦਾ ਇਕੱਠ, ਘੱਟੋ ਘੱਟ 500 ਤੋਂ ਘੱਟ ਤਾਂ ਪੈਸੇ ਨਹੀਂ। ਬੈਂਕਟ ਹਾਲ ਵਾਲਿਆਂ ਨੇ ਮਿਨੀਮਮ 500 ਕਰਤਾ, ਉਹ ਕਹਿੰਦੇ ਵੀ 500 ਦੇ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਨੇ, ਚਾਹੇ 300 ਹੋਵੇ ਤੁਹਾਡਾ 250 ਹੋਵੇ। 1.5 ਤੋਂ ਪੌਣੇ 2 ਲੱਖ, 2 ਲੱਖ, 1.5 ਲੱਖ ਤਾਂ ਮਿਨੀਮਮ ਆ ਨਾ ਵਿਆਹ ਦਾ। ਜੇ 3 ਬੱਚੇ ਨੇ $500 ਮਿਲੀਅਨ ਚਾਹੀਦਾ, ਕਿੱਥੋਂ ਆਊ $500 ਮਿਲੀਅਨ? ਕਰਜ਼ਾ ਚੱਕਿਆ ਜਾਊਗਾ, ਅਤੇ ਕਰਜ਼ਾ ਚੱਕ ਕੇ ਉਹਨਾਂ ਨੂੰ ਜਿਹੜਾ ਇੱਕ ਘਰ ਆ ਜਿਹੜਾ 3 ਜਗ੍ਹਾ ਦੇਣਾ ਜਾਣ ਵੇਲੇ, ਸਿਰ ਦੀ ਛੱਤ ਨੂੰ ਕਦੇ ਤੁਸੀਂ ਨਹੀਂ ਗਿਣ ਸਕਦੇ। ਮੇਰਾ 5 ਦਾ, ਕੋਈ 10 ਦਾ, ਕੋਈ 20 ਦਾ, ਜਿੰਨਾ ਮਰਜ਼ੀ ਗਿਣੀ ਚਲੋ ਤੁਸੀਂ, ਉਹ ਸਿਰ ਦੀ ਛੱਤ ਹੈ, ਉਹਨੂੰ ਕਾਹਦੇ ਲਈ ਗਿਣਦੇ? ਤੁਸੀਂ ਵੇਚ ਕੇ ਜਾਓਗੇ ਕਿੱਥੇ, ਰਹਿਣਾ ਕਿੱਥੇ ਆ? ਕਿੱਡੇ ਵੱਡੇ ਖਰਚੇ ਨੇ। ਇੱਕ ਰਿਸੈਪਸ਼ਨ ਕਰਨੀ ਹੈ $70,000 ਤੋਂ $80,000 ਆ, ਜੇ 500 ਬੰਦਾ ਤੁਹਾਡਾ ਲੱਗਦਾ, ਵਿੱਚ ਸ਼ਰਾਬ, ਵਿੱਚ ਘੱਟੋ ਘੱਟ 10-20 ਹਜ਼ਾਰ ਮੂਵੀ ਵਾਲਾ। ਮੈਂ ਕਿਸੇ ਦੇ ਖਿਲਾਫ ਨਹੀਂ, ਮੈਂ ਇੱਕ ਖਰਚਾ ਦੱਸ ਰਿਹਾ। ਲੱਖ, ਉਹਦੇ ਬਾਅਦ 3-4 ਪਾਰਟੀਆਂ ਘਰੇ, 30 ਤੋਂ 40 ਹਜ਼ਾਰ, ਉਹ 1.5 ਲੱਖ। ਹਲੇ ਇਹ 'ਚ ਸ਼ਾਪਿੰਗ ਆ ਹੋਰ। ਕੋਈ ਪਰਿਵਾਰ ਨਹੀਂ ਜਿਹਦੇ 500-400 ਬੰਦੇ ਘੱਟ ਨਹੀਂ, ਜਾਂ ਜਮਾ ਹੀ ਚੁੱਲ੍ਹਾ ਟੈਕਸ ਮਾਫ ਵਾਲਿਆਂ ਵਾਂਗੂ ਫਿਰ ਚੁੰਨੀ ਚੜਾ ਕੇ ਉਹ ਫਿਰ ਜਿਉਣਾ ਨਹੀਂ ਹੈ। ਉਹ ਕਹਿੰਦਾ ਰਹਿੰਦਾ ਹੀ ਕੱਖ ਨਹੀਂ, ਮੈਂ ਤਾਂ ਸਾਰੀ ਜ਼ਿੰਦਗੀ ਉਹੀ ਖਾਂਦੇ ਲੋਕਾਂ ਦੇ ਜਾਂਦਿਆਂ ਦੇ, ਹੁਣ ਮੈਂ ਕਿਵੇਂ ਪਿੱਠ ਕਰ ਲਾਂ? ਇਹ ਅਸੀਂ ਰੇਸ ਦੇ ਵਿੱਚ ਕਿਵੇਂ ਘਟਾ ਸਕਦੇ ਹਾਂ? ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਤੁਹਾਨੂੰ ਘਟਾਉਣ 'ਤੇ ਕੋਈ ਮਿਹਣਾ ਦੇ ਦੇਵੇ, ਕਿਉਂਕਿ ਤੁਸੀਂ ਕਿਹੜਾ ਕਿਸੇ ਦੇ ਬੰਦੇ ਵੱਧ ਕੇ ਜਾ ਕੇ ਸੌਣ ਭੇਜਣੇ ਨੇ। 10 ਬੈਡਰੂਮ ਦੀ ਜਗ੍ਹਾ ਤੁਸੀਂ 4 ਬੈਡਰੂਮ ਕਰ ਲਏ, ਤੁਹਾਡੀ ਮਰਜ਼ੀ ਆ, ਕਿਸੇ ਦੀ ਕੀ ਮਰਜ਼ੀ ਆ, ਕੀ ਕਹੂਗਾ ਉਹ। ਪਰ ਇਹਦੇ ਲਈ ਮਾਈਂਡ ਸੈੱਟ ਕਰਨਾ ਪੈਣਾ, ਪਰਿਵਾਰ ਨੂੰ ਵੀ ਸਮਝਾਉਣਾ ਪੈਣਾ, ਆਪ ਵੀ ਸਮਝਣਾ ਪੈਣਾ। ਅਫੋਰਡੇਬਿਲਟੀ 'ਚ ਤੁਹਾਡੇ ਆ, ਫਿਰ ਤੁਸੀਂ ਕੁਛ ਵੀ ਕਰੋ। ਪਰ ਫਿਰ ਵੀ ਮੈਂ ਇਹ ਗੱਲ ਦਾ ਦਾਅਵੇਦਾਰ ਹਾਂ ਵੀ ਇਹੋ ਜਿਹਾ ਕੁਛ ਨਾ ਕਰੋ ਜਿਹੜਾ ਕਮਿਊਨਿਟੀ ਦੇ ਵਿੱਚ ਬਦਅਮਨੀ ਫੈਲਾਵੇ। ਇਹੋ ਜਿਹਾ ਨਾ ਕੁਛ ਦਿਖਾਵੋ ਜਿਹੜਾ ਲੋਕਾਂ ਤੋਂ ਬਿਲਕੁਲ ਅਲੱਗ ਹੋਵੇ। ਜਿਹੜਾ ਕਈ ਘਰ ਪੱਟੇ, ਕਹਿੰਦਾ ਬੇਬੇ ਕਿੰਨਾ ਕੁ ਮਾਰਦਾ? ਉਹ ਕਹਿੰਦੀ ਪੁੱਤ ਇਹਨੇ ਚਿੱਟੀ ਚੁੰਨੀ ਵਾਲੀ ਕੀਤੀ ਹੋਈ ਹੈ, ਇੰਨਾ ਕੁ ਮਾਰਦਾ। ਇਹ ਬਹੁਤ ਵੱਡੇ, ਅਸੀਂ ਇੱਕ ਮੁਸ਼ਕਿਲ ਦੇ ਵਿੱਚੋਂ ਭਾਈਚਾਰਾ ਗੁਜ਼ਰ ਰਿਹਾ। ਆਰਥਿਕਤਾ ਨੇ ਸਾਨੂੰ ਨੈਗੇਟਿਵ ਨੇ, ਅਤੇ ਕਰਜ਼ੇ ਨੇ ਸਾਨੂੰ ਮਾਰ ਦਿੱਤਾ ਜਿਉਂਦੇ ਜੀ। ਹੁਣ ਇਹਨੂੰ ਕੋਈ ਦੱਸੇ ਆਉਣੇ ਰੱਖ ਕੇ, ਚਾਹੇ ਨਾ ਦੱਸੇ, ਸਾਰੇ ਟੁੱਟੇ ਪਏ ਨੇ। 18-18, 19-19, 20-20% ਅਸੀਂ ਵੀਜ਼ੇ ਦੇ ਵਿਆਜ ਭਰਦੇ ਹਾਂ। ਕਾਰਾਂ 'ਤੇ 8-8, 10-10% ਵਿਆਜ ਹੈ।
ਘਰਾਂ ਤੇ ਸੈਕੰਡ ਮੌਰਗੇਜ ਆ, ਇੱਕ 'ਚੋਂ ਐਕੁਇਟੀ ਕੱਢ ਕੇ ਦੂਜਾ ਫਸਾ ਲਿਆ, ਦੂਜੇ ਤੋਂ ਫਸਾਉਣਾ ਕਹਿੰਦੇ ਨੇ, ਫਿਰ ਤੀਜਾ, ਦੂਜੇ 'ਚੋਂ ਕੱਢੀ ਤੀਜੇ 'ਚ। ਟਰੂਡੋ ਦੇ ਵੰਡੇ ਪੈਸਿਆਂ ਨੇ ਸਾਨੂੰ ਉਈਓ ਚੱਕਤਾ। ਚੱਕ ਦੋ, ਇੱਕ ਪਾਰਟੀ ਇੱਕ ਕੰਪਨੀ ਬਣਾਓ 60,000, 60 'ਚੋਂ 40 ਮੋੜਨਾ, 3 ਕੰਪਨੀਆਂ ਦੇ 2 ਲੱਖ ਲੈ ਲਿਆ, 2 ਲੱਖ ਦੇ ਕੇ ਘਰ ਲੈ ਲਓ ਕਿਤੇ। ਹੁਣ ਉਹ ਵਾਪਸ ਮੰਗਦੇ ਆ ਵੀ ਭਾਈ 40-40 ਮੋੜੋ, 20 ਰੱਖ ਲਓ। 30% ਸੇਲ 'ਚ ਘਾਟਾ ਆ ਗਿਆ, 70% 80% ਤੁਹਾਨੂੰ ਤੁਹਾਡੇ ਪੇਰੋਲ ਦੇ। ਉਹ ਖਰਚੇ ਕਿਹਨੇ ਦਿਖਾਉਣਾ? 30% ਸਾਡਾ ਹੀ ਦਿਖਾਉਣਾ ਹੈ। ਦਿਖਾਉਣ ਨੂੰ ਕਿਹੜੀ ਗੱਲ ਹੈ? ਟੈਲਰ ਆ ਜਿਹੜਾ ਹੈ ਉਹ ਨਹੀਂ, ਉਹਦੇ 'ਚ ਜਾਊਗਾ ਵੀਜ਼ਾ, ਦੂਜੇ ਪਾਸੇ ਦੀ ਪੈਸੇ ਆ ਗਏ ਤਾਂ ਖਤਮ, ਘਟਾ ਦਿਓ। 1.5-2 ਸਾਲਾਂ ਦੇ ਵਿੱਚ ਕੁੱਖਾਂ ਕੱਢਤੀਆਂ ਬਿਜ਼ਨਸ ਵਾਲਿਆਂ ਦੀਆਂ। ਉਹ ਜਦ ਕੁੱਖਾਂ ਕੱਢੀਆਂ ਉਹਨਾਂ ਕੋਲ ਪੈਸਾ ਆ ਗਿਆ, ਪੈਸੇ ਨੇ ਮਾਰਕੀਟ ਨੂੰ ਅੱਗ ਲਾਤੀ। ਇੱਕ ਦੀ ਜਗ੍ਹਾ 20-20, 12-12, 13-13 ਪੰਗੇ। ਇੱਕ ਚੀਜ਼ ਕਿਸੇ ਦੀ 10 ਲੱਖ ਵਾਲੀ 16 ਦੀ, 14 ਦੀ, 15 ਦੀ, 17 ਦੀ। ਹੁਣ ਜਿਹੜਾ ਮਾਤੜ 17 ਵਾਲੀ ਲੈ ਕੇ ਫਸ ਗਿਆ ਵੀ ਇਹ ਹੁਣ 22 ਦੀ ਹੋ ਜਾਣੀ ਆ, ਹੁਣ 17 ਵਾਲੇ ਤੇ 16 ਵਾਲੇ ਤੇ ਅਫੋਰਡ ਨਹੀਂ ਹੋ ਰਿਹਾ। ਮਤਲਬ ਜਿਨ੍ਹਾਂ ਕੋਲ ਸਰਕਾਰ ਦੇ ਦਿੱਤੇ ਫੰਡ ਆਏ ਉਹਨਾਂ ਨੇ ਬਦਅਮਨੀ ਫੈਲਾਤੀ ਕਿ ਨਹੀਂ? ਕਿਹੜਾ ਦੱਸੇ ਵੀ ਕਿਵੇਂ 30% ਸੇਲ ਘਟਾਈ ਦੀ ਹੈ? ਦਿਖਾ ਲਓ ਕਿਸੇ ਨੂੰ, ਆ ਜੀ ਮੇਰਾ ਵਰਸਾਚੀ ਜੀ, ਮੇਰਾ ਸਾਡਾ 10 ਲੱਖ ਦਾ ਜੀ। ਇਉਂ ਵੀ ਦੱਸੋ ਨਾ ਵੀ ਕਿਵੇਂ ਰਗੜੇ, ਕਿਵੇਂ ਆ ਸਰਕਾਰ ਕਿਵੇਂ ਰਗੜੀ ਹੈ। ਇਨਕਮ ਘਟੀ ਨਹੀਂ, ਪਰ ਇਨਕਮ ਦਿਖਾਤੀ ਘਟੀ ਹੋਈ। ਮਤਲਬ ਜਦ ਤੁਸੀਂ ਇੱਕ ਸਮਾਜ 'ਚ ਵਿਚਰਨਾ, ਉਹ ਸਮਾਜ ਸਾਰੇ ਪਾਸਿਓਂ ਚੰਗਾ ਹੋਵੇ, ਸਭ ਦੇ ਲਈ ਚੰਗਾ ਹੋਵੇ, ਫਿਰ ਤੁਸੀਂ ਵਧੀਆ ਰਹਿ ਸਕਦੇ ਹੋ। ਜਦ ਉਹ ਕੁਛ ਕੁ ਬੰਦਿਆਂ ਲਈ ਚੰਗਾ ਹੋ ਜਾਵੇ ਤਾਂ ਬਸ ਉਹੀ ਹੋ ਜਾਣਾ। ਜਿਵੇਂ ਪੰਜਾਬ ਤੋਂ ਉੱਥੇ 2 ਸੈਕਟਰ 4 ਤੇ 7, 8 'ਚ ਜਿਹੜੇ ਰਹਿੰਦੇ ਨੇ ਚੰਡੀਗੜ੍ਹ ਵਾਲੇ, ਉੱਧਰ ਨੂੰ ਚੱਲੇ ਆਪਾਂ। ਇੱਥੇ ਹੈ ਨਹੀਂ ਸੀ 20 ਵਰ੍ਹੇ ਪਹਿਲਾਂ ਇੱਕੋ ਜਿਹੇ। ਹੁਣ ਮੈਨੂੰ ਕਦੇ ਕਦੇ ਬਰੈਂਪਟਨ ਵਾਲੇ, ontario ਵਾਲੇ ਬਹੁਤ ਚੰਗੇ ਲੱਗਦੇ। ਇੱਕੋ ਜਿਹੇ ਘਰ ਨੇ, ਇੱਕੋ ਜਿਹੇ ਹੀ ਕੰਮ ਨੇ, ਇੱਕੋ ਜਿਹੀਆਂ ਕਾਰਾਂ ਨੇ। ਸ਼ੋਅ ਆਫ ਵਾਲੇ ਜਿਹੜੇ ਮਹਿੰਗੇ ਵਾਲਿਆਂ ਨੂੰ ਇੱਕ ਬੰਨੇ ਨੂੰ ਕਰਤੇ ਬਰੈਂਪਟਨ ਤੇ ਮਿਸਿਸਾਗਾ 'ਚ, ਕਹੇ ਉੱਧਰ ਹੀ ਰਹੋ, ਤੁਸੀਂ ਰਹੋ, 60 ਕਾਰਾਂ ਰੱਖੋ, 40 ਰੱਖੋ, ਜਿਹਨੂੰ ਮਰਜ਼ੀ। ਸਾਡੇ ਤਾਂ ਇੱਕੋ ਜਿਹੀ ਘਰ ਨੇ, ਇਕੱਠੇ ਹੀ ਇੱਕੋ ਜਿਹੀਆਂ ਕਾਰਾਂ ਬਾਹਰ ਖੜੀਆਂ ਨੇ। ਸਵੇਰੇ ਸਾਰੇ ਸਨੋ ਚੱਕਦੇ ਆ, ਸਾਰੇ ਕੰਮਾਂ ਤੇ ਜਾਂਦੇ ਆ, ਕੋਈ ਸ਼ੋਅ ਆਫ ਨਹੀਂ। ਇੱਥੇ ਤੁਸੀਂ ਦੇਖੋ ਤਾਂ ਸਹੀ ਆਪਣੀਆਂ ਸੜਕਾਂ ਤੇ ਆਪਾਂ ਕੀ ਕਰ ਰਹੇ ਹਾਂ। ਜਿਹੜੀ ਆਰਥਿਕਤਾ ਨੂੰ ਚਲਾਉਣ ਦੇ ਲਈ ਸਾਨੂੰ ਸਿਆਣਪ ਹੈ ਨਹੀਂ। ਮਤਲਬ ਸਾਨੂੰ ਕਿਵੇਂ ਅਸੀਂ ਖਰਚੇ ਚਲਾਉਣੇ ਨੇ, ਜਿਹਨੂੰ ਉਹ ਨਾ ਆਇਆ ਘਰ 'ਚ, ਜਾਂ ਆਪਾਂ ਅਗਲੀ ਪੀੜ੍ਹੀ ਨੂੰ ਉਹ ਨਾ ਦਿੱਤੇ, ਫਿਰ ਕੁਛ ਨਹੀਂ ਹੈ, ਆਪਾਂ ਫੇਲ ਹਾਂ। ਫਿਰ ਤਾਂ ਜਿੱਦਣ ਅਸੀਂ ਅੱਖਾਂ ਮੀਚਣੀਆਂ ਨੇ ਉਹਦੇ ਬਾਅਦ, ਖੈਰ ਦੇਖਣ ਤਾਂ ਹੁਣ ਸਾਡੇ ਬਾਬੇ ਵੀ ਨਹੀਂ ਆਉਂਦੇ, ਪਰ ਤੁਹਾਡਾ ਜ਼ਿੰਦਗੀ ਦਾ ਬਣਾਇਆ ਉਹ ਸਾਂਭਣ ਜੋਗੀ ਹੈਗੀ ਅਗਲੀ ਪੀੜ੍ਹੀ। ਉਹਨਾਂ ਨੂੰ ਸਿਖਾਇਆ ਤੁਸੀਂ ਵੀ ਕਿਸ ਤਰ੍ਹਾਂ ਪੈਸੇ ਜਿਹੜੇ ਨੇ ਕੰਜ਼ਰਵੇਟਿਵ ਸਟਾਈਲ ਦੇ ਨਾਲ ਪੈਸੇ ਕਿਵੇਂ ਖਰਚੀ ਜਾਂਦੇ ਨੇ, ਕਿਵੇਂ ਕਮਾਈ ਤੇ ਤੁਹਾਡੇ ਖਰਚਣਾ ਕਿੰਨਾ ਉਹਦਾ ਫਰਕ ਚਾਹੀਦਾ। 604 204 0600। ਸਰ ਗੁਰਮੇਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੇਨਤੀ ਹੈ ਜੀ, ਆਪਣਾ ਇੱਥੇ ਪਿੱਛੇ ਜਦੋਂ ਆਪਣਾ ਵੀਪੀ ਸਿੰਘ ਨੇ ਕਰਜ਼ਾ ਮਾਫ ਕੀਤਾ ਸੀਗਾ, ਹੈਲੋ, ਆਵਾਜ਼ ਕਿਉਂ ਬੰਦ ਕਰਤੀ ਹੈ? ਗੁਰਮੇਲ ਸਿੰਘ ਜੀ, ਮੈਂ ਤਾਂ ਸੁਣ ਰਿਹਾ ਜੀ, ਕਿਹਨੇ ਬੰਦ ਕੀਤੀ ਹੈ? ਬਈ ਬੜਾ ਚੱਕਰ ਹੈ, ਉੱਧਰ ਵੀ ਸੁਣਨੀ ਹੈ, ਮੈਨੂੰ ਵੀ ਸੁਣਾਉਣੀ ਹੈ, ਇੱਕ ਬੰਨੇ ਸੁਣੂਗੀ ਜੀ। ਸਰ ਜਸਵੀਰ ਸਿੰਘ, ਲਾਈਨ ਨੰਬਰ 2। ਗੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਸਾਹਿਬ, ਸਾਡੇ ਜਿਹੜੇ ਹਉਮਿਆਂ ਨੇ ਨਾ ਮਾਰਿਆ ਯਾਰ ਸਾਨੂੰ, ਹਉਮੇ ਅਸੀਂ ਬਹੁਤ ਲੋਕਾਂ ਨੂੰ ਦਿਖਾ ਕੇ ਆਪ ਤੰਗੀ ਜੀ ਜਿਉਂਦੇ ਆ। ਬਹੁਤ ਲੋਕਾਂ ਨਾਲ ਸਾਡਾ ਵਾਹ ਪੈਂਦਾ। ਚਲੋ ਇੱਕ ਛੋਟੀ ਜੀ ਮੇਰੇ ਬੱਚਿਆਂ ਨੇ ਦੁਕਾਨ ਖੋਲੀ ਆ, ਮਕੈਨਿਕ ਸ਼ਾਪ ਆ ਇੱਥੇ ਸਰੀ 'ਚ। ਅੱਛਾ ਜੀ। ਤੁਸੀਂ ਬਲੀਵ ਕਰਿਓ, ਪਰਸਨਲੀ ਤਜਰਬਾ ਦੱਸਣ ਲੱਗਾ। ਟਾਈਲਾਂ ਵਾਲੇ, ਲੈਂਡਸਕੇਪਿੰਗ ਵਾਲੇ ਆਉਂਦੇ ਬੰਦੇ ਹਨਾ, ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਬੰਦੇ ਬਹੁਤ ਵਧੀਆ, ਆਪਣੇ ਬਹੁਤ, ਮੇਰੇ 2 ਬੱਚੇ ਕੰਮ ਕਰਦੇ ਆ, ਦੋਨੇ ਦੁਕਾਨ ਚਲਾਉਂਦੇ ਆ। ਗੱਲ ਸਾਹਿਬ, ਤਾੜੀ ਕੇਸ ਰੱਖੇ ਆ, ਫਤਿਹ ਬੁਲਾਉਣਗੇ ਬੱਚੇ, ਫਤਿਹ ਬੁਲਾਉਂਦੇ ਆ। ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦੇ ਨੇ ਫਤਿਹ ਬੁਲਾਈ ਹੈ, ਚੋਰ ਆ। ਦੇਖੋ ਮੈਂ ਕਿਸੇ ਅਗੇਂਸਟ ਨਹੀਂ, ਮੈਂ ਖੁਦ ਗੁਰੂ ਦੇ ਲੜ ਲੱਗਾ ਆ। ਕਾਰਨ ਹੋ ਗਿਆ ਜਦੋਂ ਝੂਠ ਬੋਲਦੇ ਆ ਕੇ, ਹਨਾ, ਕਹਿਣਗੇ ਆ ਸਾਡਾ ਚੈੱਕ ਨਹੀਂ ਆਇਆ,
ਆ ਸਾਡਾ ਆ ਹੋ ਗਿਆ ਇੱਕ ਦਿਨ ਦੀ ਬਹੁਤ ਵਧੀਆ ਗੱਲ। ਮੈਂ ਇਹ ਘਰੇ ਸ਼ੌਪ ਤੇ ਮੈਂ ਵੀ ਮੈਂ ਟਰੱਕ ਚਲਾਉਣਾ, ਮੈਂ ਪਰਸਨਲੀ ਆਪ ਟਰੱਕ ਚਲਾਉਣਾ। ਬਾਈ ਜੀ ਤੁਸੀਂ ਖਲਜਗਣ 'ਚ ਨਹੀਂ ਪੈਣਾ, ਸਿਆਣੇ ਹੋ ਤੁਸੀਂ। 2-3 ਚੀਜ਼ਾਂ, ਇੱਕ ਤੁਸੀਂ ਟਾਈਲਾਂ ਵਾਲੇ ਜੋ ਲੈਂਡਸਕੇਪਰ ਵਿਅਕਤੀ ਵਿਸ਼ੇਸ਼ ਨਹੀਂ ਕਹਿ ਸਕਦੇ। ਦੂਜਾ ਫਤਿਹ ਵਾਲੇ ਨਾਲ ਤੇ ਚੋਰੀ ਦਾ ਕੀ ਮਤਲਬ? ਗੁਰੂ ਦੀ ਫਤਿਹ 'ਚ ਜੇ ਤੁਸੀਂ ਮੈਂ ਚੋਰ ਹਾਂ ਤਾਂ ਗੁਰੂ ਦੀ ਫਤਿਹ ਥੋੜ੍ਹਾ ਖਰਾਬ ਹੋ ਗਈ। ਯਾਰ ਥੋੜ੍ਹੇ ਜਿਹੇ ਸਿਆਣੇ ਬਣ ਕੇ ਗੱਲ ਕਰਿਆ ਕਰੋ। ਮੈਂ ਤੁਹਾਨੂੰ ਨਾ ਟੋਕਦਾ ਕਿਸੇ ਨੂੰ ਵੀ ਚੰਗਾ ਨਹੀਂ ਮੈਨੂੰ ਲੱਗਦਾ, ਪਰ ਥੋੜ੍ਹੇ ਜਿਹੇ ਸਿਆਣੇ ਬਣੋ। ਸਰ ਮਨਪ੍ਰੀਤ ਸਿੰਘ, ਲਾਈਨ ਨੰਬਰ 1। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਾਨ ਸਾਹਿਬ। ਸਹੀ ਗੱਲ ਹੈ ਗਿੱਲ ਸਾਹਿਬ, ਸ਼ਬਦ ਵਧੀਆ ਹੋਣੇ ਚਾਹੀਦੇ ਨੇ ਜਦੋਂ ਅਸੀਂ ਰੇਡੀਓ ਤੇ ਆਉਣਾ। ਸਾਡੇ ਘਰ ਦਾ ਪ੍ਰੋਗਰਾਮ ਨਹੀਂ ਹੈਗਾ। ਗਿੱਲ ਸਾਹਿਬ ਗੱਲ ਹੈਗੀ ਇਹ ਜਿਹੜੀ ਤੁਸੀਂ ਵਿਆਹਾਂ ਦੇ ਮੇਲ ਦੀ ਗੱਲ ਕੀਤੀ ਹੈ ਨਾ, ਆਪਾਂ ਪ੍ਰੋਗਰਾਮ ਤਾਂ ਖੁਸ਼ੀ ਹੁੰਦੀ ਹੈ ਮੁੰਡੇ ਕੁੜੀ ਨੂੰ ਕਿ ਵਧੀਆ ਤੋਂ ਵਧੀਆ ਵਿਆਹ ਕਰੀਏ, ਮਹਿੰਗੇ ਤੋਂ ਮਹਿੰਗਾ ਅਸੀਂ ਫੋਟੋਗ੍ਰਾਫਰ ਕਰੀਏ, ਸਾਰਾ ਕੁਝ ਵਧੀਆ ਕਰਦੇ ਨੇ। ਪਰ ਜਿਹੜੇ ਅਸੀਂ ਦਿਨ ਜ਼ਿਆਦਾ ਪ੍ਰੋਗਰਾਮ ਕਰ ਲਏ ਨਾ ਗਿੱਲ ਸਾਹਿਬ, ਉਨੇ ਪੰਗੇ ਖੜੇ ਹੋ ਗਏ। ਕਿਉਂਕਿ ਜਿੰਨੇ ਰਿਸ਼ਤੇਦਾਰ ਦੂਰੋਂ ਆਉਂਦੇ ਨੇ ਨਾ, 5-7 ਦਿਨ ਰਹਿੰਦੇ ਨੇ, ਉਹ 5-7 ਦਿਨਾਂ ਦੇ ਵਿੱਚ ਗਿੱਲ ਸਾਹਿਬ ਉਹਨਾਂ ਦੀ ਸਹਿਣਸ਼ੀਲਤਾ ਖਤਮ ਹੋ ਜਾਂਦੀ ਹੈ ਦੇਖ ਕੇ ਕਿ ਯਾਰ ਇਹ ਆਹ ਕੁਛ ਕਰਦੇ ਨੇ, ਇਹ ਤਾਂ ਭੁੱਖੇ ਮਰਦੇ ਹੁੰਦੇ ਸੀ ਪਿੰਡ, ਇਹ ਹੁਣ ਆ ਕੇ ਵਿਆਹ ਕਰ ਲਾਂਗੇ। ਉਹ 5-7 ਦਿਨਾਂ 'ਚ ਗਿੱਲ ਸਾਹਿਬ ਮੈਂ ਦੇਖਿਆ, ਮੈਂ ਕਹਿੰਦਾ ਲੰਬੇ ਵਿਆਹਾਂ ਤੋਂ ਮੈਨੂੰ ਇੰਨੀ ਹੇਟ ਹੋ ਗਈ, ਮੈਨੂੰ ਡਰ ਲੱਗਣ ਲੱਗ ਗਿਆ। ਤੰਗੀ ਹੋਣ ਲੱਗ ਗਈ ਬਾਈ ਜੀ। ਕਿਉਂਕਿ ਉਹ ਹੁਣ ਫੋਟੋਗ੍ਰਾਫਰ ਕੀ ਕਰੂਗਾ ਗਿੱਲ ਸਾਹਿਬ, ਜਦੋਂ ਤੁਸੀਂ ਅੰਦਰੋਂ ਤਾਂ ਖੁਸ਼ਹਾਲੀ ਤੁਹਾਡੇ ਤੇ ਕਿੱਦਾਂ ਫੋਟੋ ਵਧੀਆ ਆ ਜੂਗੀ? ਫੋਟੋਗ੍ਰਾਫਰ ਕੀ ਕਰੂਗਾ? ਕਿਉਂਕਿ ਜਿਹੜੇ ਤਾਂ ਤੁਹਾਡੇ ਨੇੜੇ ਦੇ ਮਿੱਤਰ ਨੇ ਉਹ ਤਾਂ ਖੁਸ਼ੀ ਮਨਾਉਂਦੇ ਨੇ, ਪਰ ਜਿਹਨਾਂ ਨੂੰ ਤੁਹਾਡਾ ਪਿਛੋਕੜ ਦਾ ਪਤਾ ਹੁੰਦਾ ਨਾ ਗਿੱਲ ਸਾਹਿਬ, ਉਹ ਘੱਟ ਖੁਸ਼ੀ ਮਨਾਉਂਦੇ ਨੇ। ਉਹ ਫਿਰ ਲੜਾਈ ਦੀ ਕੋਸ਼ਿਸ਼ ਜ਼ਿਆਦਾ ਕਰਦੇ ਨੇ, ਪਾਰਟੀਆਂ ਬਣਾ ਲੈਂਦੇ ਨੇ ਵਿੱਚ। ਉਹ 5-7 ਦਿਨਾਂ ਦੇ ਵਿੱਚ ਸਾਰਾ ਕੁਝ ਭਾਂਡੇ ਮੁੱਢੇ ਕਰਕੇ ਫਿਰ ਫਤਿਹ ਬੁਲਾ ਕੇ ਜਾਂਦੇ ਨੇ। ਸੋ ਘੱਟ ਪ੍ਰੋਗਰਾਮ ਕਰੋ, ਛੋਟੇ ਕਰੋ ਗਿੱਲ ਸਾਹਿਬ, ਆਪਣੀਆਂ ਫੈਮਲੀਆਂ 'ਚ ਖੁਸ਼ੀ ਮਨਾਓ, ਸਭ ਤੋਂ ਵਧੀਆ ਇਹੀ ਗੱਲ। ਤਾਂ ਹੀ ਕਾਲਾਂ ਨਹੀਂ ਆਉਂਦੀਆਂ, ਬੀਬੀਆਂ ਕਹਿੰਦੀਆਂ ਨੇ ਨਾ ਬੋਲੀ ਕੁੜਮ ਸੁਣ ਲੈਣਗੇ। ਪੀੜ ਤਾਂ ਗਿੱਲ ਸਾਹਿਬ ਸਾਰੇ ਨੇ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਦੇਖੋ ਇੱਕ ਵਿਆਹ ਨਹੀਂ, ਮੈਂ ਸਾਰੀਆਂ ਚੀਜ਼ਾਂ ਨੂੰ ਕਹਿਣਾ ਯਾਰ ਆਪਣਾ ਖਰਚੇ ਕੰਟਰੋਲ ਕਰੋ, ਖਰਚੇ ਕੰਟਰੋਲ ਕਰੋ, ਖਰਚੇ ਕੰਟਰੋਲ ਕਰੋ। ਜ਼ਿੰਦਗੀ ਦੇ ਵਿੱਚ ਇੱਕ ਜ਼ਿੰਦਗੀ ਜਿਉਣ ਆਇਆ, ਟੁੱਟ ਕੇ ਮਰ ਜਾਵਾਂਗੇ ਆਪਾਂ। ਕਿਵੇਂ ਮਾਈਨਸ ਹੋਇਆ ਪੋਜ਼ੀਟਿਵ ਹੋਊਗਾ? ਨੈਗੇਟਿਵ ਚੀਜ਼ ਹੋਈ ਜਦ ਤੁਹਾਡੀ ਇਨਕਮ ਉਨੀ ਹੈ, ਕਿੱਥੋਂ ਘੱਟ ਆ? ਹੁਣ ਪਿਛਲਾ ਚੁੱਲ੍ਹੇ ਟੈਕਸ ਮਾਫ ਹੋਣ ਲੱਗੇ, ਉੱਥੇ ਵੇਚ ਕੇ ਲਿਆਉਣ ਲੱਗ ਗਏ। ਬਾ ਜਵਾਕਾਂ ਨੇ ਜਾਣਾ ਨਹੀਂ, ਵੇਚੀਏ। ਤੁਸੀਂ ਖਰੀਦੀ ਸੀ ਉਹ? ਤੁਹਾਨੂੰ ਕਿਹਨੇ ਦਿੱਤੀ ਸੀ ਉਹ? ਪੀੜ੍ਹੀ ਦਰ ਪੀੜ੍ਹੀ ਆਈ ਹੈ, ਅਤੇ ਤੁਹਾਡੇ ਕੋਲ ਤੁਸੀਂ ਕਿਹੜਾ ਹੱਕ ਲੈ ਲਿਆ ਇਹਨੂੰ ਵੇਚਣ ਦਾ? ਬਈ ਚਲੋ ਮੈਂ ਮੰਨਦਾ ਵੀ ਰੈਪ ਅਪ ਕਰਨਾ ਪੈਣਾ, ਇੱਕ ਜਗ੍ਹਾ ਰਹਿਣਾ, ਪਰ ਹੁਣ ਉਹਦੇ ਨਾਲ ਅਸੀਂ ਕਰਜ਼ੇ ਦੂਰ ਕਰ ਰਹੇ ਹਾਂ। ਇੱਥੇ ਖਰਚੇ ਜਿਹੜੇ ਇੰਨੇ ਵਧਾ ਲਏ, ਉਹਨਾਂ ਦਾ ਅੰਤ ਕੀ ਹੈ? ਸੈਮ ਜੀ ਕੀ ਸੋਚਦੇ ਹੋ? ਪ੍ਰੈਕਟੀਕਲ ਲਾਈਫ ਕੀ ਹੋਣੀ ਚਾਹੀਦੀ? ਪਹਿਲੀ ਗੱਲ ਗਿੱਲ ਸਾਹਿਬ, ਮੈਂ ਤੁਹਾਨੂੰ ਪ੍ਰੋਗਰਾਮ ਨੂੰ ਸੁਣਿਆ ਤੇ ਮੈਂ ਆਪਣਾ ਇੱਕ ਵਿਊ ਬੰਨਣਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਂ ਇਹ ਦੇਖਣਾ ਵੀ ਲੋਕ ਮੈਨੂੰ ਸੁਣ ਰਹੇ ਆ। ਮੈਂ ਉਹੀ ਗੱਲ ਕਹਿਣੀ ਹੈ ਜਿਹੜੀ ਪਸੰਦ ਆਵੇ ਲੋਕਾਂ ਨੂੰ। ਆਹ ਸਾਡਾ ਸਿਸਟਮ ਹੈ। ਪ੍ਰੈਕਟੀਕਲੀ ਅਸੀਂ ਹੋਏ, ਤੁਸੀਂ ਦੇਖੋ ਕਿੰਨੇ ਲੋਕਾਂ ਨੇ ਤੁਹਾਨੂੰ ਕਾਲ ਕੀਤੀ ਔਰ ਕਿਹਾ ਵੀ ਹਾਂ ਬਿਲਕੁਲ ਤੁਸੀਂ ਠੀਕ, ਪਰ ਪ੍ਰੈਕਟੀਕਲੀ ਅਸੀਂ ਠੀਕ ਨਹੀਂ ਹੈਗੇ। ਜਦੋਂ ਪ੍ਰੈਕਟੀਕਲੀ ਸਹੀ ਹੋਣ ਲੱਗਿਆ ਉਦੋਂ ਚੇਂਜ ਹੋਣੀ ਆ। ਦੇਖੋ ਇਹ ਸਾਰੇ ਮੈਂ ਪਿਛਲੀ ਅੱਜ ਮੇਰਾ ਪਿੰਡ ਮੇਰੇ ਖੇਤ ਦੀ ਗੱਲ ਕਿਉਂ ਕਰੋ, ਆਪਾਂ ਪਿੰਡਾਂ 'ਚੋਂ ਆਏ ਹਾਂ। ਐਵਰੇਜ 5-7-10 ਕਿੱਲੇ ਜ਼ਮੀਨ ਵਾਲੇ ਬੰਦੇ ਸੀ। ਕਿਸੇ ਪਾਸੇ ਕਦੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਬੈਠ ਕੇ ਕੋਲੋਂ ਵੀ ਯਾਰ ਅੱਜ ਆਹ ਕਰਨਾ ਸੀ ਤੇ ਪੈਸੇ ਹੈ ਨਹੀਂ? ਕਦੇ ਸੁਣੀ ਤੁਸੀਂ ਗੱਲ? ਨਹੀਂ ਸੀ, ਬਹੁਤ ਘੱਟ। ਅਤੇ 8-10 ਕਿੱਲੇ ਕੁਛ ਵੀ ਨਹੀਂ। ਅਤੇ ਇੱਥੇ ਅਸੀਂ ਰਹਿੰਦਿਆਂ ਹੋਇਆਂ ਤੁਸੀਂ ਦੇਖੋ ਟੱਬਰ ਦੇ ਜੀ ਕਿਵੇਂ ਕੰਮ ਕਰਦੇ ਅਤੇ ਤੁਸੀਂ ਕਿੰਨਾ ਕੰਮ ਕਰਦੇ ਹੋ, ਅਤੇ ਸਾਡਾ ਬਰਾਬਰ ਨਹੀਂ ਆ ਰਿਹਾ ਕੰਮ। ਉਹਦਾ ਕਾਰਨ ਇਹ ਹੈ ਅਸੀਂ ਦੇਖ ਰੇਖ ਇੱਕ ਦੂਜੇ ਨੂੰ ਦਿਖਾ ਕੇ ਅਸੀਂ ਆਪਣਾ ਝੁੱਗਾ ਪਾੜ ਬੈਠੇ ਹਾਂ। ਅਤੇ ਇਹ ਕਦੇ ਵੀ ਸਹੀ ਹੋ ਸਕਦਾ। ਇਹ ਇਹੋ ਜਿਹਾ ਨਹੀਂ ਕੋਈ ਗੱਲ ਵੀ ਨਹੀਂ ਸਹੀ ਹੋਣੀ। ਜਦ ਮਰਜ਼ੀ ਇਹਨੂੰ ਸਹੀ ਕਰੋ, ਸਿੰਪਲ। ਜਦ ਮਰਜ਼ੀ ਤੁਸੀਂ ਡਾਊਨ ਸਾਈਜ਼ ਕਰ ਲਓ। ਕਿਹਨੇ ਬਾਂਹ ਫੜਨੀ ਹੈ ਤੁਹਾਡੀ? ਕਿਹੜੀ ਚੀਜ਼ ਤੋਂ ਘਾਟਾ ਹੋ ਜੂ? ਉਹ ਤੁਸੀਂ ਮੈਂ ਸਾਰੇ ਉਹੀ ਆ ਜਿਹੜੇ 500 ਸਕੁਅਰ ਫੁੱਟ ਦੀ ਇੱਕ ਬੇਸਮੈਂਟ ਦੇ ਵਿੱਚ ਜ਼ਿੰਦਗੀ ਕੱਢੀ, $1000 ਦੀ ਕਾਰ ਨਾਲ ਜ਼ਿੰਦਗੀ ਸ਼ੁਰੂ ਕੀਤੀ। 500 ਦੀ ਜਗ੍ਹਾ ਹੁਣ 5000 ਸਕੁਅਰ ਫੁੱਟ ਅਤੇ $1000 ਦੀ ਜਗ੍ਹਾ ਹੁਣ $1 ਲੱਖ ਦੀ ਗੱਡੀ, ਉਹਨੂੰ ਜਦ ਮਰਜ਼ੀ ਤੁਸੀਂ ਘਟਾ ਲਓ। ਹਾਂ, ਗੱਲ ਇਹ ਹੈ ਵੀ ਐਂਡ ਗੋਲ ਕੀ ਹੈ? ਜ਼ਿੰਦਗੀ 'ਚ ਆਰਾਮ ਹੈ ਜਾਂ ਫਿਰ ਸ਼ੋਅ ਆਫ ਹੈ?
ਲਓ ਵੀ 4 ਕਾਲਰ ਨੇ ਜੀ, ਉਹਨਾਂ ਨਾਲ ਮੈਂ ਗੱਲਬਾਤ ਕਰ ਸਕਦਾ ਇੰਨਾ ਕਿ ਸਮਾਂ ਮੇਰੇ ਕੋਲ। ਸਰਦਾਰ ਗੁਰਵਿੰਦਰ ਸਿੰਘ ਕੰਗ, ਲਾਈਨ ਨੰਬਰ 2। ਹੈਲੋ ਜੀ। ਹਾਂਜੀ ਗੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਸਾਹਿਬ 40,000 ਵਾਲੇ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਜੀ। ਇਹ ਤਾਂ ਧੰਦਾ ਬਣਾ ਲਿਆ ਸੀ ਜੀ। ਇਹ 5,000 ਲੈਂਦੇ ਸੀ, ਕਹਿੰਦੇ ਤੁਹਾਨੂੰ 35,000 ਤੁਹਾਨੂੰ ਆਪਣਾ ਤੇ ਦਿਆਂਗੇ ਤੇ 5,000 ਆਪ ਰੱਖਾਂਗੇ ਤੇ ਪੇਪਰ ਪਤਾ ਨਹੀਂ ਕਿੱਥੋਂ ਬਣਾ ਦਿੰਦੇ ਜੀ। ਉਹ ਕਈਆਂ ਬੰਦਿਆਂ ਨੂੰ 2-2 3-3 ਵਾਰੀ ਦਵਾਏ ਆ ਜੀ। ਨਹੀਂ ਜੀ, ਇਹ ਇੱਕ ਇਸ਼ੂ ਹੈ। ਖੈਰ ਸਰਕਾਰਾਂ ਨੇ ਦੇ ਤੇ ਹੁਣ ਇਹ ਕਿਵੇਂ ਮੁੜਨਗੇ ਕਿਵੇਂ ਨਹੀਂ, ਕਿਉਂਕਿ ਉਹਦੀ ਕੋਈ ਪੇਰੋਲ ਬਣਨੀ ਸੀ। ਬਹੁਤ ਕੁਝ ਹੋਇਆ, ਬਹੁਤ ਕੁਝ। ਇੱਕ ਹੀ ਛੱਤ ਥੱਲੇ 4-4 ਕੰਪਨੀਆਂ ਦੀ ਜਗ੍ਹਾ 2.5 ਲੱਖ ਇੱਕ ਹਾਊਸ ਹੋਲਡ 'ਚ ਗਏ ਨੇ, ਪਰ ਉਹ ਕੁਛ ਨਹੀਂ ਬਣਨਾ ਉਹਨਾਂ ਨਾਲ। ਜਿੱਥੇ 2 ਮਿਲੀਅਨ ਗਿਆ ਉੱਥੇ 2 ਲੱਖ ਚਲੇ ਜਾਣਾ। ਸੁਰਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਗੱਲ ਸਾਹਿਬ ਤੁਸੀਂ ਤਾਂ ਜਗਾਈ ਜਾਂਦੇ ਆ, ਪਰ ਅਸੀਂ ਕਿੱਥੇ ਜਾਗਣਾ ਆ? ਅਸੀਂ ਤਾਂ ਸੁੱਤੇ ਪਏ ਆ। ਮੈਂ ਤਾਂ ਹੈਰਾਨ ਆ, ਘਰਾਂ ਦੀ ਛੱਡੋ ਤੁਸੀਂ, ਸਾਡੀ ਤਾਂ ਦੌੜ ਐ ਲੱਗੀ ਆ ਵੀ ਲੋਕ ਇਲੈਕਟ੍ਰਿਕ ਕਾਰਾਂ ਜਿਹੜੀਆਂ 80 84 ਹਜ਼ਾਰ ਦੀਆਂ 60 ਤੋਂ ਤੁਰ ਕੇ ਆ ਉਹਨੂੰ ਭੱਜੇ ਫਿਰਦੇ। ਮੈਂ ਇੱਕ ਬੰਦੇ ਨਾਲ ਗੱਲ ਕੀਤੀ, ਕਹਿੰਦਾ ਜੀ ਉਹ ਤੇਲ ਨਹੀਂ ਪਾਉਣਾ ਪੈਣਾ। ਮੈਂ ਕਹਿੰਦਾ ਪੜੂਆ ਵੀ ਤੂੰ ਪਹਿਲਾਂ ਦੇਖ ਤੇਰੀ ਪੇਮੈਂਟ 2000 ਬਣ ਜਾਣੀ ਆ। ਬਿਲਕੁਲ ਠੀਕ ਹੈ। ਤੇ ਤੂੰ ਕੰਮ ਕਿੰਨਾ ਕਰਦਾ ਆ? ਤੇ ਉਹਦੀ ਜੇ ਤੂੰ ਦੇਖੋ ਜੀ ਉਹਦੇ ਚਾਰਜ ਦੇ ਪੈਸੇ ਵੀ ਲੋਕ ਉਹ ਨਹੀਂ ਲੈਣੇ ਆ। ਤੇ ਇਹ ਜਿੱਦਾਂ ਵੀ ਅਸੀਂ ਤਾਂ ਇੱਕ ਪਾਸੇ ਨੂੰ ਜਾਣ ਵਾਲੇ ਹੈਗੇ ਆ। ਤੁਹਾਡਾ ਟਾਈਮ ਥੋੜਾ ਆ, ਗੱਲਾਂ ਤਾਂ ਹੋਰ ਵੀ ਕਰ ਰਹੀਆਂ, ਪਰ ਬਹੁਤ ਚੰਗੀ ਗੱਲ ਆ ਤੁਸੀਂ ਇਹ ਜਿਹੜਾ ਹੁੱਕਾ ਦਿੰਦੇ ਆ। ਪਰ ਸਮਝਣਾ ਚਾਹੀਦਾ, ਕਿਉਂਕਿ ਇਹ ਤਾਂ ਹੁਣੇ ਹੀ ਸੀਗਾ ਜਿਹੜੇ ਹਾਲਾਤ ਬਣੇ ਹੋ ਸੀਗੇ। ਕੁਝ ਕੁ ਬੰਦਿਆਂ ਕੋਲ ਪੈਸੇ ਬਹੁਤ ਹੈਗੇ ਆ, ਜਿਨ੍ਹਾਂ ਕੋਲ ਹੈਗੇ ਆ ਉਹ ਦੂਜੇ ਉਹਨਾਂ ਦੇ ਮਗਰ ਭੱਜੇ ਫਿਰਦੇ ਆ, ਤੇ ਦੇਖੋ ਦੇਖੀ ਚ ਅਸੀਂ ਫਸੇ ਜਾਂਦੇ ਆ। ਤੇ ਚਲੋ ਹੁਣ ਤੁਹਾਡਾ ਟਾਈਮ ਥੋੜਾ ਆ। ਹਾਂਜੀ ਓਕੇ ਜੀ। ਸਰ ਜਗਦੀਪ ਸਿੰਘ ਬਰਾੜ ਵਿਨੀਪੈਗ ਤੋਂ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਹਾਂਜੀ ਬਾਈ ਜੀ, ਗੱਲ ਐਵਾਂ ਵੀ ਚਲੋ ਪਹਿਲਾਂ ਇੰਡੀਆ ਦੀ ਗੱਲ ਕਰਦੇ ਆ। ਉੱਥੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਜਿਹੜਾ ਚਾਦਰ ਵੇਖ ਕੇ ਪੈਰ ਪਸਾਰਦਾ ਉਹ ਕਦੇ ਨਹੀਂ ਦੁਖੀ ਹੁੰਦਾ। ਉੱਥੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ 5-5 4-4 ਕਿੱਲਿਆਂ ਵਾਲੇ ਵੀ ਜ਼ਿਮੀਂਦਾਰ ਨਾ ਤੇ ਹੱਥੀਂ ਕੰਮ ਕਰਦੇ ਆ, ਤੇ ਆੜਤੀਆਂ ਨਾਲ ਹੀ ਇਕੱਲਾ ਲਿੰਕ ਆ ਉਹਨਾਂ ਦਾ, ਤੇ ਬਹੁਤ ਵਧੀਆ ਆਰਾਮ ਦੀ ਰੋਟੀ ਖਾਂਦੇ ਆ। ਉੱਥੇ ਬੇੜਾ ਕਰ ਕੀਤਾ ਜਦੋਂ ਆ ਲਿਮਟਾਂ ਬਣ ਗਈਆਂ ਨਾ 1 ਕਿੱਲੇ ਤੇ 15-15 ਲੱਖ ਦੀਆਂ 20-20 ਲੱਖ ਦੀਆਂ। ਜਿਹੜਾ 5 ਕਿੱਲਿਆਂ ਵਾਲਾ ਜ਼ਿਮੀਂਦਾਰ ਆ ਉਹਦੇ ਕੋਲ 25 ਲੱਖ ਦੀ ਲਿਮਟ ਆ ਤੇ ਇਕੱਲਾ ਵਿਆਜ ਵੀ ਨਹੀਂ ਮੁੜਦਾਗਾ। ਨਹੀਂ ਮੁੜਦਾ। ਦੂਜੀ ਇੱਥੋਂ ਦੀ ਗੱਲ ਜਿਹੜੀ 40% ਬੰਦੇ ਤਾਂ ਹੈਗੇ ਜਿਹੜੇ ਆਪ ਦੁਖੀ ਹੁੰਦੇ ਆ ਲੋਕਾਂ ਨੂੰ ਵਿਖਾਉਣ ਵਾਸਤੇ, ਤੇ 40% ਬੰਦੇ ਹੈਗੇ ਜਿਹੜੇ ਉਹਨਾਂ ਨੂੰ ਵੇਖ ਕੇ ਦੁਖੀ ਹੁੰਦੇ ਆ। ਤੇ 10-20% ਬੰਦੇ ਹੀ ਆ। ਮੈਂ ਤਾਂ ਹਿਸਾਬ ਲਾਉਣਾ ਵੀ ਖਲਾਰਾ ਉਹਨਾਂ ਕੁ ਰੱਖੋ ਜਿੰਨਾ ਕੁ ਆਪਦਾ, ਤੇ ਬਾਈ ਕਿਸੇ ਨੂੰ ਖੁਸ਼ ਤੁਸੀਂ ਕਰ ਹੀ ਨਹੀਂ ਸਕਦੇ। ਭਾਵੇਂ ਤੁਸੀਂ ਇੱਕ ਵਿਆਹ ਤੇ ਨਾ 6 ਮਹੀਨੇ ਪਾਰਟੀਆਂ ਕਰੀ ਜਾਓ, ਤੇ ਚਲੋ ਬਾਕੀ ਗੱਲਾਂ ਫੇਰ ਕਰਾਂਗੇ। ਧੰਨਵਾਦ। ਥੈਂਕ ਯੂ ਬਰਾੜ ਸਾਹਿਬ। ਆਖਰੀ ਕਾਲਰ ਸਾਹਿਬ ਅਮਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਰ, ਤੁਸੀਂ ਤਾਂ ਟਾਈਮ ਤੇ ਹੋਕਾ ਦਿੰਦੇ ਰਹਿੰਦੇ ਆ। ਜਿੱਦਾਂ ਆਪਣੇ ਪਹਿਲੇ ਕਾਲਰ ਕਹਿ ਕੇ ਗਏ ਆ ਕਿ ਜਾਗਣਾ ਹੈ ਨਹੀਂ, ਇਹ ਮਟੀਰੀਅਲਿਸਟਿਕ ਵਰਡ ਬਣ ਚੁੱਕਾ ਜੀ। ਔਰ ਇਹ ਜਿਹੜੀ ਹੋੜ ਆ ਇਹ ਆਪਣੇ ਬੰਦਿਆਂ 'ਚ ਹੀ ਜ਼ਿਆਦਾ ਆ। ਗੋਰੇ ਸਾਰੀ ਉਮਰ, ਤੁਸੀਂ ਤਾਂ ਮੇਰੇ ਤੋਂ ਪਹਿਲਾਂ ਦੇ ਆਏ ਹੋਏ ਸਭ ਦੇਖਿਆ ਹੋਇਆ, ਗੋਰੇ ਸਾਰੀ ਉਮਰ ਕਿਰਾਏ ਤੇ ਰਹਿ ਕੇ ਕੇਅਰ ਹੋਮਾਂ 'ਚ ਲੈ ਕੇ ਚੱਲਦੇ ਵਸਦੇ ਆ ਜੀ, ਆਪਣੀ ਜ਼ਿੰਦਗੀ ਇੰਜੋਏ ਕਰਕੇ। ਆਪਣੇ ਬਹੁਤੇ ਲੋਕ ਇੱਕ ਦੂਜੇ ਦੇ ਅੱਗੇ ਲੰਘਣ ਦੇ ਚੱਕਰ 'ਚ ਹੀ ਰਹਿ ਜਾਂਦੇ ਆ। ਔਰ ਕਦੇ ਆਪਾਂ ਜਿੱਥੋਂ ਆਏ ਸੀਗੇ ਸਰ, ਉੱਥੇ ਇੱਕ ਕਹਾਵਤ ਹੁੰਦੀ ਸੀ, ਇੰਗਲਿਸ਼ ਦੀ ਲਾਈਨ ਵੀ ਹੁੰਦੀ ਸੀ, ਤੁਹਾਨੂੰ ਪਤਾ ਹੋਣਾ, ਸਿੰਪਲ ਲਿਵਿੰਗ ਹਾਈ ਥਿੰਕਿੰਗ। ਬਿਲਕੁਲ। ਪਰ ਅੱਜ ਦੀ ਡੇਟ 'ਚ ਬਹੁਤ ਸਾਰੇ ਲੋਕਾਂ ਦੀ ਹੋਰ ਬਚੀ ਆ ਕਿ ਲਗਜ਼ਰੀ ਲਿਵਿੰਗ ਹੋਵੇ, ਥਿੰਕਿੰਗ ਚਾਹੇ ਧੇਲੇ ਦੀ ਵੀ ਨਾ ਹੋਵੇ। ਧੰਨਵਾਦ ਜੀ। ਬਿਲਕੁਲ ਜੀ। ਆਹ ਗੱਲ ਸਰਾਰ ਜੀ ਪਹਿਲੇ ਕਹਿ ਗਿਆ ਸੀ ਇਲੈਕਟ੍ਰਿਕ ਕਾਰ। ਪਹਿਲਾਂ ਐਂ ਦੇਖੋ ਤੁਸੀਂ ਕਿੰਨੀ ਚਲਾਉਣੀ ਆ, ਕਿੰਨੇ ਦਾ ਤੇਲ ਹੈ, ਤੇ ਕਿੰਨੀ ਤੁਹਾਡੀ ਕਿਸ਼ਤ ਹੈ, ਤੇ ਉਹਨੂੰ ਚਾਰਜ ਕਰਨੀ ਵੀ ਉਹ ਸਸਤੀ ਨਹੀਂ ਹੈ। ਨਾ ਭੱਜੋ, ਕਿਸੇ ਕੋਲ ਫ੍ਰੀ ਗੱਡੀ ਆ 15,000 ਦੀ, ਉਹਦੇ 'ਚ ਤੇਲ ਪਵਾ ਲਓ ਤੁਸੀਂ, 15 ਵਾਲੀ ਵੇਚ ਕੇ 80,000 ਦੀ ਲਾਓਗੇ, ਤੇ ਤੁਸੀਂ ਕਰਨਾ ਕੀ ਆ? ਕਿੰਨੀ ਚਲਾਉਣੇ ਹੋ ਤੁਸੀਂ? ਕਿਤੇ ਜਾਂਦੇ ਹੋ 200 ਕਿਲੋਮੀਟਰ ਦਿਹਾੜੀ ਦੇ, ਜਾਣਾ 30 ਕਿਲੋਮੀਟਰ 25, ਇੱਕ ਕੰਮ ਤੇ ਜਾਂਦੇ ਹੋ 4 ਜਣੇ, 4 ਰਾਈਡ ਸ਼ੇਅਰ ਕਰ ਲਓ, ਸੌਖੇ। ਪਰ ਇੱਧਰ ਨੂੰ ਸ਼ੁਰੂਆਤ ਕਰਨੀ ਪੈਣੀ ਹੈ। ਇਹ ਬਹੁਤ ਜ਼ਰੂਰੀ ਹੈ। ਤੇ ਪਿਛਲਾ ਦੇਖਣਾ। ਇੱਕ ਬੇਨਤੀ ਕਰਾਂ, ਜਿਉਂਦੇ ਜੀ ਪਿਛਲਾ ਚੁੱਲ੍ਹਾ ਟੈਕਸ ਮਾਫ ਨਾ ਕਰੋ, ਉਹ ਤੁਹਾਡਾ ਇੱਕ ਸੇਫਟੀ ਨੈੱਟ ਹੈ। ਇੱਥੇ ਦਾ ਜੰਪਲ ਮੁੰਡੇ ਨੇ ਮੈਨੂੰ ਮੈਸੇਜ ਕੀਤਾ, ਸਾਡਾ ਭਤੀਜਾ ਹੈ, ਉਹ ਕਹਿੰਦਾ ਮੈਂ ਆਪਣੇ ਪੁਰਖਿਆਂ ਦੀ ਜ਼ਮੀਨ ਨਹੀਂ ਮੈਂ ਵੇਚਣ ਦੇਣੀ, ਉਹ ਮੇਰਾ ਸੇਫਟੀ ਨੈੱਟ ਹੈ। ਇੱਥੇ ਦਾ ਬੌਰਨ ਬਰੌਟ ਅਪ ਮੁੰਡਾ $1.5 ਲੱਖ ਤਨਖਾਹ ਲੈਂਦਾ, ਉਹ ਕਹਿੰਦਾ ਨੋ, ਸਟਿਲ ਸਾਡੀ ਉਹ ਬਰਥ ਪਲੇਸ ਹੈ। ਨੈਵਰ ਨੋ ਦੁਨੀਆ 'ਚ ਕਿਹੋ ਜਿਹਾ ਸਮਾਂ ਆਉਣਾ, ਕਿੱਥੋਂ ਜਾਣਾ ਪੈਣਾ। ਸੋ ਰੇਨੀ ਦਿਨਾਂ ਦੇ ਲਈ ਦਾਣਿਆਂ ਦੀ ਬੋਰੀ ਘਰੇ ਚਾਹੀਦੀ ਹੈ। ਸੋਚ ਕੇ ਚੱਲਿਆ ਕਰੀਏ। ਜੇ ਬਰਾਬਰ ਸਰਾਬਰ ਵੀ 30 ਤਰੀਕ ਨੂੰ ਹੁੰਦੇ ਹੋ, ਘੱਟੋ ਘੱਟ ਮਾਈਨਸ 'ਚ ਨਾ ਜਾਓ।
ਜਦ ਮਾਈਨਸ ਜਾਣ ਲੱਗ ਗਏ ਹਰ ਮਹੀਨੇ ਤਾਂ ਫਿਰ ਸੋਚੋ ਵੀ ਹੁਣ ਕਿੱਥੋਂ ਕੱਟ ਕਰ ਸਕਦੇ। ਕੁਝ ਕੁ ਚੀਜ਼ਾਂ ਜਿਹੜੀਆਂ ਨਹੀਂ ਕੱਟਣੀਆਂ, ਅਗਲੀ ਪੀੜ੍ਹੀ ਨੂੰ ਐਜੂਕੇਸ਼ਨ ਦੇਣੀ, ਅਗਲੀ ਪੀੜ੍ਹੀ ਨੂੰ ਹਾਣ ਦਾ ਕਰਨਾ, ਪਰ ਕੁਛ ਚੀਜ਼ਾਂ ਜਿਹੜੀਆਂ ਜਿੱਥੋਂ ਕੱਟ ਸਕਦੇ ਹੋ ਕੱਟੋ। ਰੱਬ ਰਾਖਾ ਜੀ, ਸੋਮਵਾਰ ਮੁੜਦੇ ਹਾਂ।